ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਮਨਜੀਤ ਕੌਰ ਹੈ। ਅੱਜ ਦਾ ਸਾਡਾ ਟੌਪਿਕ ਹੈ ਐਕਸਟਰਨਲ ਸੈਕਟਰ, ਬਾਹਰੀ ਸੈਕਟਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੇਨਜ਼ੀਅਨ ਮਾਡਲ ਆਫ ਇਨਕਮ ਐਂਡ ਆਊਟਪੁੱਟ ਡਿਟਰਮੀਨੇਸ਼ਨ ਦੇ ਵਿੱਚ ਆਪਾਂ ਨੇ ਜੀਡੀਪੀ ਮੀਨਸ ਇਕੋਨਮੀ ਦੇ ਵਿੱਚ ਜੀਡੀਪੀ ਗਰੋਥ ਜਾਂ ਨੈਸ਼ਨਲ ਜਿਹੜੀ ਇਨਕਮ ਹੈ ਉਹਨੂੰ ਚੈੱਕ ਕਰਨ ਦੇ ਲਈ ਆਪਾਂ ਨੇ ਜਿਹੜੀ ਹੈਗੀ ਆ ਟੂ ਸੈਕਟਰ ਇਕੋਨਮੀ ਦੀ ਗੱਲ ਕੀਤੀ ਸੀਗੀ, ਹਾਊਸ ਹੋਲਡ ਸੈਕਟਰ ਤੇ ਪ੍ਰੋਡਿਊਸਰ ਸੈਕਟਰ ਦੀ ਗੱਲ ਕੀਤੀ ਸੀ ਤੇ ਪਲੱਸ ਗਵਰਨਮੈਂਟ ਸੈਕਟਰ ਦੀ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਜਿਹੜੇ ਇਹ ਤਿੰਨੇ ਸੈਕਟਰ ਨੇ, ਹਾਊਸ ਹੋਲਡ ਪਲੱਸ ਪ੍ਰੋਡਿਊਸਰ ਪਲੱਸ ਗਵਰਨਮੈਂਟ ਸੈਕਟਰ, ਤਿੰਨੇ ਮਿਲ ਕੇ ਜਿਹੜੀ ਆਪਣੀ ਇਕੋਨਮੀ ਆ ਉਹਦੇ ਲਈ ਜਿਹੜੀ ਆਪਣੀ ਇਨਕਮ ਤੇ ਆਊਟਪੁੱਟ ਹੈ ਉਹਨੂੰ ਜਨਰੇਟ ਕਰਦੇ ਨੇ। ਕੇਨਜ਼ੀਅਨ ਨੇ ਫਿਰ ਉਸ ਤੋਂ ਬਾਅਦ ਆਪਣੇ ਮਾਡਲ ਦੇ ਵਿੱਚ ਐਕਸਟਰਨਲ ਸੈਕਟਰ ਦੀ ਗੱਲ ਕੀਤੀ ਆ। ਆਪਣੇ 4 ਸੈਕਟਰ ਮਾਡਲ ਦੇ ਵਿੱਚ ਕੇਨਜ਼ੀਅਨ ਨੇ ਬੋਲਿਆ ਹੈ ਕਿ 4 ਸੈਕਟਰਸ ਨੇ ਇਕੋਨਮੀ ਦੇ ਵਿੱਚ ਜਿਹੜੀ ਇਨਕਮ ਹੈ, ਜੀਡੀਪੀ ਹੈ, ਉਹਨੂੰ ਕੀ ਕਰਦੇ ਨੇ, ਜਨਰੇਟ ਕਰਦੇ ਨੇ। ਕਿਉਂਕਿ ਜਿਹੜਾ ਐਕਸਟਰਨਲ ਸੈਕਟਰ ਹੈ, ਬਾਹਰੀ ਸੈਕਟਰ ਹੈ, ਉਹਦਾ ਵੀ ਆਪਣੀ ਇਕੋਨਮੀ ਦੀ ਡਿਵੈਲਪਮੈਂਟ ਗਰੋਥ ਤੇ ਜਿਹੜੀ ਪਰ ਕੈਪੀਟਾ ਇਨਕਮ ਹੈ ਉੱਤੇ ਕੀ ਪੈਂਦਾ ਹੈ, ਅਫੈਕਟ ਪੈਂਦਾ ਹੈ। ਤਾਂ ਅੱਜ ਅਸੀਂ ਗੱਲ ਕਰਾਂਗੇ ਕੇਨਜ਼ੀਅਨ ਮਾਡਲ ਦੇ ਵਿੱਚ ਕੇਨਜ਼ ਦੇ ਦੁਆਰਾ ਐਕਸਟਰਨਲ ਸੈਕਟਰ ਦੀ ਕਿ ਕਿਸ ਤਰ੍ਹਾਂ ਜਿਹੜਾ ਐਕਸਟਰਨਲ ਸੈਕਟਰ ਹੈ ਉਹ ਸਾਡੀ ਐਗਰੀਗੇਟ ਡਿਮਾਂਡ ਨੂੰ ਅਫੈਕਟ ਕਰੇਗਾ ਕਿ ਤੇ ਐਕਸਟਰਨਲ ਸੈਕਟਰ ਜਿਹੜਾ ਹੁੰਦਾ ਕੀ ਆ ਤੇ ਉਹ ਕਿਸ ਤਰ੍ਹਾਂ ਜਿਹੜੀ ਐਗਰੀਗੇਟ ਡਿਮਾਂਡ ਹੈ ਉਹਨੂੰ ਇਨਕਰੀਜ਼ ਡਿਕਰੀਜ਼ ਕਰੇਗਾ, ਜਿਹਦੇ ਥਰੂ ਸਾਡੀ ਜਿਹੜੀ ਆਊਟਪੁੱਟ ਹੈ ਉਹ ਵੀ ਅਫੈਕਟ ਕਰੇਗੀ ਤੇ ਇੰਪਲੋਇਮੈਂਟ ਵੀ ਕੀ ਕਰੇਗੀ, ਅਫੈਕਟ ਕਰੇਗੀ। ਤਾਂ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਐਕਸਟਰਨਲ ਸੈਕਟਰ ਕੀ ਹੁੰਦਾ ਹੈ। ਕੇਨਜ਼ ਦੇ ਅਕੋਰਡਿੰਗ ਕਿ ਐਕਸਟਰਨਲ ਸੈਕਟਰ ਕਹਿੰਦੇ ਕਿਹਨੂੰ ਨੇ, ਕਹਿੰਦੇ ਵਾਟ ਇਜ਼ ਐਕਸਟਰਨਲ ਸੈਕਟਰ। ਐਕਸਟਰਨਲ ਸੈਕਟਰ ਹੈ ਕਿ ਤਾਂ ਸਭ ਤੋਂ ਪਹਿਲਾਂ ਦੇਖੋ, ਕਹਿੰਦੇ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਕੀ ਕਰਦੇ ਆ ਆਪਾਂ, ਇੰਟਰਨੈਸ਼ਨਲ ਟ੍ਰੇਡ ਨੂੰ ਆਪਾਂ ਐਕਸਟਰਨਲ ਸੈਕਟਰ ਬੋਲਦੇ ਆ ਕਿ ਆਪਣੀ ਡੋਮੈਸਟਿਕ ਕੰਟਰੀ ਤੋਂ ਜਦੋਂ ਕਿਸੇ ਬਾਹਰਲੀ ਕੰਟਰੀ ਦੀ ਗੱਲ ਕਰੀਏ ਦੈਟ ਇਜ਼ ਐਕਸਟਰਨਲ ਸੈਕਟਰ। ਕਹਿੰਦੇ ਐਕਸਟਰਨਲ ਸੈਕਟਰ ਦੇ ਵਿੱਚ ਕੀ ਹੁੰਦਾ, ਐਕਸਚੇਂਜ ਆਫ ਗੁੱਡਸ ਐਂਡ ਸਰਵਿਸਿਜ਼ ਫੈਕਟਰ ਅਮੰਗ ਦਾ ਡਿਫਰੈਂਟ ਕੰਟਰੀਜ਼। ਕਹਿੰਦੇ ਜਦੋਂ ਡਿਫਰੈਂਟ ਕੰਟਰੀਜ਼ ਨੇ ਆਪਸ ਦੇ ਵਿੱਚ ਕਹਿੰਦੇ ਗੁੱਡਸ ਐਂਡ ਸਰਵਿਸਿਜ਼ ਨੂੰ ਐਕਸਚੇਂਜ ਕਰਨ ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਇੰਟਰਨੈਸ਼ਨਲ ਟ੍ਰੇਡ ਕਹਿ ਦਿੰਦੇ ਆ। ਕਹਿੰਦੇ ਇੰਟਰਨੈਸ਼ਨਲ ਟ੍ਰੇਡ ਆ ਜਿਹੜੀ ਉਹ ਡਿਫਰੈਂਟ ਕੰਟਰੀਜ਼ ਦੇ ਵਿੱਚ ਹੁੰਦੀ ਹੈ, ਉਹਦੇ ਵਿੱਚ ਗੁੱਡਸ ਐਕਸਚੇਂਜ ਹੁੰਦੀਆਂ ਨੇ ਤੇ ਸਰਵਿਸਿਜ਼ ਐਕਸਚੇਂਜ ਹੁੰਦੀਆਂ ਨੇ। ਕਹਿੰਦੇ ਸੇਲ ਐਂਡ ਪਰਚੇਜ਼ ਆਫ ਗੁੱਡਸ ਇਜ਼ ਕਾਲਡ ਟ੍ਰੇਡ। ਠੀਕ ਹੈ, ਤੇ ਕਹਿੰਦੇ ਜਿਹੜੀ ਟ੍ਰੇਡ ਹੈ ਟੂ ਟਾਈਪਸ ਦੀ ਹੁੰਦੀ ਆ। ਟ੍ਰੇਡ ਹੁੰਦੀ ਹੈ ਇੱਕ ਤਾਂ ਇੰਟਰਨਲ ਟ੍ਰੇਡ, ਇੱਕ ਐਕਸਟਰਨਲ ਟ੍ਰੇਡ। ਇੰਟਰਨਲ ਟ੍ਰੇਡ ਹੁੰਦੀ ਹੈ ਜਿਹੜੀ ਉਹਨੂੰ ਆਪਾਂ ਡੋਮੈਸਟਿਕ ਟ੍ਰੇਡ ਵੀ ਬੋਲਦੇ ਹਾਂ। ਜਿਵੇਂ ਕਿ ਕੇਨਜ਼ ਨੇ ਬੋਲਿਆ ਹੈ ਕਿ ਆਪਣੀ ਇਕੋਨਮੀ ਦੇ ਵਿੱਚ ਕਹਿੰਦੇ ਐਗਰੀਗੇਟ ਡਿਮਾਂਡ ਹੁੰਦੀ ਆ ਇੱਕ ਤਾਂ ਹਾਊਸ ਹੋਲਡ ਸੈਕਟਰ ਦੇ ਥਰੂ, ਇੱਕ ਪ੍ਰੋਡਿਊਸਰ ਸੈਕਟਰ ਦੇ ਥਰੂ, ਇੱਕ ਗਵਰਨਮੈਂਟ ਸੈਕਟਰ ਦੇ ਥਰੂ, ਇੱਕ ਐਕਸਟਰਨਲ ਸੈਕਟਰ ਦੇ ਥਰੂ। ਕਹਿੰਦੇ ਇੰਟਰਨਲ ਸੈਕਟਰ ਨੂੰ ਆਪਾਂ ਨੈਸ਼ਨਲ ਟ੍ਰੇਡ ਵੀ ਬੋਲਦੇ ਆ ਤੇ ਆਪਾਂ ਡੋਮੈਸਟਿਕ ਟ੍ਰੇਡ ਵੀ ਬੋਲਦੇ ਆ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ, ਕਹਿੰਦੇ ਇੱਕੋ ਕੰਟਰੀ ਦੇ ਅੰਡਰ ਜਿਹੜੇ ਡਿਫਰੈਂਟ ਪਲੇਸਿਸ ਨੇ, ਰੀਜਨਸ ਨੇ, ਸਟੇਟਸ ਨੇ, ਡਿਸਟ੍ਰਿਕਟਸ ਨੇ, ਆਪਾਂ ਉਹਨਾਂ ਦੇ ਵਿੱਚ ਕੀ ਕਰਦੇ ਆ, ਗੁੱਡਸ ਐਂਡ ਸਰਵਿਸਿਜ਼ ਨੂੰ ਐਕਸਚੇਂਜ ਕਰਦੇ ਆ। ਜਦੋਂ ਇੱਕੋ ਕੰਟਰੀ ਦੇ ਅੰਦਰ ਆਪਾਂ ਜਿਵੇਂ ਕਿ ਗੁਜਰਾਤ ਤੇ ਪੰਜਾਬ ਹੋ ਗਿਆ, ਉਹਦੇ ਵਿੱਚ ਇੰਟਰਨੈਸ਼ਨਲ ਟ੍ਰੇਡ ਕਰੀਏ ਦੈਟ ਇਜ਼ ਕਾਲਡ ਇੰਟਰਨਲ ਟ੍ਰੇਡ। ਐਂਡ ਐਕਸਟਰਨਲ ਟ੍ਰੇਡ ਕੀ ਹੁੰਦੀ ਹੈ, ਕਹਿੰਦੇ ਜਦੋਂ ਇੱਕ ਕੰਟਰੀ ਬਾਕੀ ਜਿਹੜੀਆਂ ਅਦਰ ਕੰਟਰੀਜ਼ ਨੇ ਉਹਨਾਂ ਦੇ ਨਾਲ ਗੁੱਡਸ ਐਂਡ ਸਰਵਿਸਿਜ਼ ਐਕਸਚੇਂਜ ਕਰਦੀਆਂ ਨੇ, ਟ੍ਰੇਡ ਕਰਦੀਆਂ ਨੇ, ਦੈਟ ਇਜ਼ ਕਾਲਡ ਐਕਸਟਰਨਲ ਟ੍ਰੇਡ। ਇਹਨੂੰ ਇੰਟਰਨੈਸ਼ਨਲ ਟ੍ਰੇਡ ਵੀ ਬੋਲਿਆ ਜਾਂਦਾ ਹੈ। ਜਿਵੇਂ ਕਿ ਫੋਰ ਐਗਜ਼ਾਮਪਲ ਇੰਡੀਆ ਜਿਹੜੀ ਯੂਨਾਈਟਿਡ ਸਟੇਟਸ ਆਫ ਅਮਰੀਕਾ USA ਦੇ ਨਾਲ ਜਦੋਂ ਗੁੱਡਸ ਐਂਡ ਸਰਵਿਸਿਜ਼ ਐਕਸਚੇਂਜ ਕਰਦੇ ਦੈਟ ਇਜ਼ ਕਾਲਡ ਇੰਟਰਨੈਸ਼ਨਲ ਟ੍ਰੇਡ। ਠੀਕ ਹੈ, ਕਹਿੰਦੇ ਪ੍ਰੋਡਕਸ਼ਨ ਆਫ ਗੁੱਡਸ ਐਂਡ ਸਰਵਿਸਿਜ਼, ਕਹਿੰਦੇ ਜਦੋਂ ਕੋਈ ਵੀ ਕੰਟਰੀ ਹੁੰਦੀ ਆ ਉਹਦੇ ਵਿੱਚ ਕਹਿੰਦੇ ਓਵਰ ਜਿਹੜੀ ਹੈ ਓਵਰ ਪ੍ਰੋਡਕਸ਼ਨ ਵੀ ਹੁੰਦੀ ਹੈ ਤੇ ਕੁਝ ਕਹਿੰਦੇ ਪ੍ਰੋਡਕਸ਼ਨ ਦੀ ਉਹਨਾਂ ਨੂੰ ਲੋੜ ਵੀ ਹੁੰਦੀ ਹੈ ਕਿਤੇ ਕੁਝ ਗੁੱਡਸ ਨੇ ਜਿਹੜੀਆਂ ਉਹਨਾਂ ਦੀ ਕੰਟਰੀ ਦੇ ਵਿੱਚ ਪ੍ਰੋਡਿਊਸ ਨਹੀਂ ਕੀਤੀਆਂ ਜਾਂਦੀਆਂ। ਤਦ ਕਿਤੇ ਡਿਫਰੈਂਟ ਜਿਹੜੀਆਂ ਕੰਟਰੀਜ਼ ਨੇ ਉਹ ਇੱਕ ਦੂਸਰੇ ਤੋਂ ਜਿਹੜੀਆਂ ਗੁੱਡਸ ਨੇ ਉਹਨਾਂ ਨੂੰ ਐਕਸਪੋਰਟ ਇੰਪੋਰਟ ਕਰਕੇ ਆਪਣੀਆਂ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਕੀ ਕਰਦੀਆਂ ਨੇ, ਪੂਰਾ ਕਰਦੀਆਂ ਨੇ। ਕਹਿੰਦੇ ਮੇਨ ਜਿਹੜਾ ਹੈ ਕਾਜ਼ਸ ਕੀ ਹੁੰਦਾ ਇੰਟਰਨੈਸ਼ਨਲ ਟ੍ਰੇਡ ਦਾ, ਕਹਿੰਦੇ ਮੇਨ ਕਾਜ਼ਸ ਹੁੰਦਾ ਕਿਉਂਕਿ ਕਹਿੰਦੇ ਹਰ ਇੱਕ ਜਿਹੜੀ ਕੰਟਰੀ ਆ ਉਹਦੇ ਵਿੱਚ ਜਿਹੜੇ ਰਿਸੋਰਸਿਸ ਪਾਏ ਜਾਂਦੇ ਨੇ ਉਹ ਕਿਸੇ ਇੱਕ ਚੀਜ਼ ਦੀ ਪ੍ਰੋਡਕਸ਼ਨ ਦੇ ਲਈ ਸਫੀਸ਼ੀਐਂਟ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਐਫੀਸ਼ੀਐਂਸੀ ਹੁੰਦੀ ਆ। ਉਸ ਤੋਂ ਇਲਾਵਾ ਜਦੋਂ ਉਹਨਾਂ ਨੂੰ ਕੰਪੈਰੀਜ਼ਨ ਕਰਦੇ ਆ ਤਾਂ ਦੂਸਰੇ ਗੁੱਡਸ ਦੀ ਪ੍ਰੋਡਕਸ਼ਨ ਦੇ ਵਿੱਚ ਤਾਂ ਰਿਸੋਰਸਿਸ ਅਵੇਲੇਬਲ ਨਹੀਂ ਹੁੰਦੇ ਕਈ ਕੰਟਰੀਆਂ ਦੇ ਵਿੱਚ, ਤੇ ਕਈ ਕੰਟਰੀਆਂ ਦੇ ਵਿੱਚ ਫੈਕਟਰ ਆਫ ਜਿਹੜੀ ਕਾਸਟ ਆਫ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ। ਜਿੱਦਾਂ ਜਿਹੜੀ ਆਪਣੀ ਗੁੱਡਸ ਨੇ ਸਾਨੂੰ ਇੱਕ ਦੂਸਰੀ ਕੰਟਰੀ ਤੋਂ ਕੀ ਕਰਨੀਆਂ ਪੈਂਦੀਆਂ ਨੇ, ਐਕਸਚੇਂਜ ਕਰਨੀਆਂ ਪੈਂਦੀਆਂ ਨੇ। ਜਿਵੇਂ ਕਿ ਕਹਿੰਦੇ ਗਲਫ ਕੰਟਰੀਜ਼ ਨੇ ਆਪਣੀ ਉਹਨਾਂ ਦੇ ਵਿੱਚ ਜਿਹੜੀਆਂ ਆਇਲ ਪੈਟਰੋਲੀਅਮ ਆਇਲ ਦੇ ਰਿਸੋਰਸਿਸ ਨੇ ਉਹ ਜ਼ਿਆਦਾ ਪਾਏ ਜਾਂਦੇ ਨੇ, ਲੇਕਿਨ ਉੱਥੇ ਇੰਡਸਟਰੀਜ਼ ਦੀ ਕੀ ਆ, ਕਮੀ ਆ। ਇੰਡਸਟਰੀਅਲ ਗੁੱਡਸ ਉੱਥੇ ਕੀ ਨੇ, ਘੱਟ ਨੇ। ਤੇ ਜਿਵੇਂ ਕੀ ਹੋ ਗਿਆ ਟੀ ਐਂਡ ਕਾਫੀ ਦੀ ਜਾਪਾਨ ਦੇ ਵਿੱਚ ਘੱਟ ਹੈ, ਲੇਕਿਨ ਇੱਥੇ ਬਾਕੀ ਕੰਟਰੀਜ਼ ਦੇ ਵਿੱਚ ਟੀ ਐਂਡ ਜਾਪਾਨ ਜ਼ਿਆਦਾ ਟੀ ਐਂਡ ਕਾਫੀ ਜ਼ਿਆਦਾ ਪਾਈ ਜਾਂਦੀ ਹੈ। ਤਾਂ ਤਰ੍ਹਾਂ ਟੀ ਐਂਡ ਕਾਫੀ ਕੀ ਹੋਏਗੀ, ਉਹਦੀ ਐਕਸਪੋਰਟ ਇੰਪੋਰਟ ਹੋਏਗੀ। ਤਦ ਕਹਿੰਦੇ ਐਨਾਤੋਲ ਮੁਰਾਦ ਨੇ ਕੀ ਬੋਲਿਆ ਹੈ, ਇੰਟਰਨੈਸ਼ਨਲ ਟ੍ਰੇਡ ਇਜ਼ ਅ ਟ੍ਰੇਡ ਬਿਟਵੀਨ
ਨੇਸ਼ਨਸ। ਕਹਿੰਦੇ ਜਦੋਂ ਡਿਫਰੈਂਟ ਨੇਸ਼ਨਸ ਦੇ ਵਿੱਚ ਜਿਹੜੀ ਟ੍ਰੇਡ ਹੁੰਦੀ ਹੈ ਦੈਟ ਇਜ਼ ਕਾਲਡ ਇੰਟਰਨੈਸ਼ਨਲ ਟ੍ਰੇਡ। ਤਾਂ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਆਪਾਂ ਨੂੰ ਇਸ ਦੇ ਆਬਜੈਕਟਿਵਸ ਦੱਸੇ ਹੋਏ ਨੇ ਕਿ ਇੰਟਰਨੈਸ਼ਨਲ ਟ੍ਰੇਡ ਦਾ ਮੇਨ ਮੋਟਿਵ ਕੀ ਹੈ, ਇੰਟਰਨੈਸ਼ਨਲ ਟ੍ਰੇਡ ਕਿਉਂ ਹੁੰਦੀ ਹੈ। ठीक है, सब तो पहला देखो इंटरनेशनल स्पेशलाइजेशन। इंटरनेशनल ट्रेड का मेन ऑब्जेक्टिव है इंटरनेशनल सब स्पेशलाइजेशन, क्योंकि इंटरनेशनल लैवल पे हर एक कंट्री है जी वो किसी एक चीज़ की प्रोडक्शन के लिए होंगी है, स्पैशल होंगी है, स्पैशलाइजेशन गेन करती है। It refers to utilization of the country resources in specialized area of production in which the country has absolute or comparative cost advantage compared to the rest of world। ਕਹਿੰਦੇ ਕੁਝ ਕੰਟਰੀਜ਼ ਨੇ ਜਿਹੜੀਆਂ ਉਹ ਆਪਣੇ ਰਿਸੋਰਸਿਸ ਦੇ ਵਿੱਚ ਕੀ ਹੈ ਸਪੈਸ਼ਲਾਈਜ਼ਡ ਗੇਨ ਕਰਦੀਆਂ ਨੇ, ਸਪੈਸ਼ਲ ਹੁੰਦੀਆਂ ਨੇ ਕਿਸੇ ਇੱਕ ਚੀਜ਼ ਦੀ ਪ੍ਰੋਡਕਸ਼ਨ ਦੇ ਲਈ। ਦੂਸਰੀਆਂ ਕੰਟਰੀਜ਼ ਦੇ ਕੰਪੈਰੀਜ਼ਨ ਉਹ ਲੈਸ ਜਿਹੜੀ ਹੈ ਕਾਸਟ ਆਫ ਪ੍ਰੋਡਕਸ਼ਨ ਉਹਦੇ ਗੁੱਡਸ ਦੀ ਕੀ ਕਰਦੀਆਂ ਨੇ, ਪ੍ਰੋਡਕਸ਼ਨ ਕਰਦੀਆਂ ਨੇ। ਤਾਂ ਉਸ ਗੁੱਡਸ ਨੂੰ ਕੀ ਕਰਦੀਆਂ ਦੂਸਰੇ ਕੰਟਰੀ ਦੇ ਵਿੱਚ ਐਕਸਪੋਰਟ ਕਰਦੀਆਂ, ਕਿਉਂਕਿ ਦੂਸਰੀਆਂ ਦੇ ਕੰਪੈਰੀਜ਼ਨ ਉਹਨਾਂ ਦੀ ਜਿਹੜੀ ਕੰਪੈਰੀਟਿਵ ਕਾਸਟ ਹੈ ਉਹ ਕੀ ਹੈ, ਘੱਟ ਹੈ। ਤਾਂ ਇਹ ਹੁੰਦਾ ਤਦ ਕਹਿੰਦੇ ਜਿਸ ਕੰਟਰੀ ਦੇ ਵਿੱਚ ਕਹਿੰਦੇ ਆਪਣੀਆਂ ਡੋਮੈਸਟਿਕ ਰਿਕੁਆਇਰਮੈਂਟਸ ਪੂਰੀਆਂ ਹੋਣ ਤੋਂ ਬਾਅਦ ਪ੍ਰੋਡਕਸ਼ਨ ਐਕਸੈਸ ਦੇ ਵਿੱਚ ਹੋਵੇ ਤੇ ਉਹ ਫਿਰ ਕੀ ਕਰਦੇ ਨੇ, ਉਸ ਪ੍ਰੋਡਕਸ਼ਨ ਦਾ ਐਕਸਪੋਰਟ ਕਰਦੇ ਨੇ। ਤੇ ਜਿਨ੍ਹਾਂ ਗੁੱਡਸ ਦੀ ਉਹਨਾਂ ਦੀ ਕੰਟਰੀ ਦੇ ਵਿੱਚ ਸਕਾਰਸਿਟੀ ਹੈ ਜਾਂ ਜਿਨ੍ਹਾਂ ਗੁੱਡਸ ਦੀ ਪ੍ਰੋਡਕਸ਼ਨ ਦੇ ਲਈ ਜਿਹੜੇ ਰਿਸੋਰਸਿਸ ਨੇ ਅਵੇਲੇਬਲ ਨਹੀਂ ਹੈਗੇ ਤਾਂ ਉਹ ਚੀਜ਼ਾਂ ਨੂੰ ਕੀ ਕਰਦੇ ਨੇ, ਇੰਪੋਰਟ ਕਰਦੇ ਨੇ। ਜਿਹੜੀਆਂ ਚੀਜ਼ਾਂ ਬਾਹਰ ਭੇਜੀ ਜਾਂਦੀਆਂ ਨੇ ਉਹਨਾਂ ਨੂੰ ਐਕਸਪੋਰਟ ਕਰਨੇ ਆ ਤੇ ਜਿਹੜੀਆਂ ਚੀਜ਼ਾਂ ਮੰਗਵਾਈਆਂ ਜਾਂਦੀਆਂ ਨੇ ਦੂਸਰੀਆਂ ਕੰਟਰੀਜ਼ ਦੇ ਵਿੱਚੋਂ ਉਹਨੂੰ ਕੀ ਕਰਦੇ ਆ, ਇੰਪੋਰਟ ਕਰਦੇ ਆ। ਤਾਂ ਇਹ ਕੀ ਹੁੰਦਾ, ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਐਕਸਪੋਰਟ ਕੀਤੇ ਜਾਂਦੇ ਨੇ ਡਿਫਰੈਂਟ ਕੰਟਰੀਜ਼ ਨੂੰ, ਉਹਨਾਂ ਦੇ ਥਰੂ ਸਾਨੂੰ ਕੀ ਹੁੰਦੇ ਨੇ, ਰਿਸਿਪਟਸ ਮਿਲਦੀਆਂ ਨੇ, ਸਾਨੂੰ ਗੇਨ ਹੁੰਦਾ ਹੈ। ਅੱਗੇ ਹੈ ਫੈਕਟਰੀ ਇਨਫਲੂਐਂਸ ਇੰਟਰਨੈਸ਼ਨਲ ਸਪੈਸ਼ਲਾਈਜੇਸ਼ਨਸ ਕੀ ਕਿਹੜੇ ਜਿਹੜੇ ਫੈਕਟਰਸ ਨੇ ਉਹ ਸਾਡੀ ਐਗਰੀਗੇਟ ਡਿਮਾਂਡ ਜੋ ਕੇਨਸ ਦੀ ਐਗਰੀਗੇਟ ਡਿਮਾਂਡ ਹੈ ਉਹਨੂੰ ਅਫੈਕਟ ਕਰਦੇ ਨੇ। ਐਕਸਟਰਨਲ ਸੈਕਟਰਸ ਐਂਡ ਉਸ ਤੋਂ ਇਲਾਵਾ ਕਹਿੰਦੇ ਕਿਹੜੇ ਫੈਕਟਰਸ ਨੇ ਜਿਹਦੇ ਥਰੂ ਇੰਟਰਨੈਸ਼ਨਲ ਜਿਹੜੀ ਟ੍ਰੇਡ ਹੈ ਉਹ ਅਫੈਕਟ ਕਰੇਗੀ। ਫੈਕਟਰ ਇਜ਼ ਅ ਨੈਚੁਰਲ, ਫਸਟ ਇਜ਼ ਅ ਨੈਚੁਰਲ ਇਨਵਾਇਰਨਮੈਂਟਸ। ਨੈਚੁਰਲ ਇਨਵਾਇਰਨਮੈਂਟਸ ਦਾ ਮਤਲਬ ਹੈ ਕਿ ਉਹ ਜਿਹੜੇ ਰਿਸੋਰਸ ਬੇਸਡ ਰਿਸੋਰਸ ਨੇ ਕੰਟਰੀ ਦੇ ਜਿੱਥੇ ਕਹਿੰਦੇ ਬੇਸ ਜ਼ਿਆਦਾ ਅਵੇਲੇਬਲ ਹੋਣ, ਕਿਉਂਕਿ ਜਿਹੜੇ ਆਪਣੇ ਰਿਸੋਰਸਿਸ ਨੇ ਦਿਸ ਇਜ਼ ਅ ਫ੍ਰੀ ਗਿਫਟ ਆਫ ਨੇਚਰ, ਇਹ ਸਾਨੂੰ ਬਾਏ ਨੇਚਰ ਅਵੇਲੇਬਲ ਹੁੰਦੇ ਨੇ। ਕਿਸੇ ਕੰਟਰੀ ਦੇ ਵਿੱਚ ਕੋਈ ਰਿਸੋਰਸਿਸ ਜ਼ਿਆਦਾ ਹੁੰਦਾ ਤੇ ਕਿਸੇ ਕੰਟਰੀ ਦੇ ਵਿੱਚ ਕੋਈ ਰਿਸੋਰਸਿਸ ਜ਼ਿਆਦਾ ਹੁੰਦਾ। ਤਾਂ ਜਿਹੜੀ ਕੰਟਰੀ ਦੇ ਵਿੱਚ ਜਿਹੜੇ ਰਿਸੋਰਸਿਸ ਜ਼ਿਆਦਾ ਨੇ ਤਾਂ ਉਹ ਉਹਨਾਂ ਦਾ ਯੂਜ਼ ਕਰਕੇ ਹੀ ਕਰਨਗੇ, ਪ੍ਰੋਡਕਸ਼ਨ ਕਰਨਗੇ। ਜਿਵੇਂ ਕਿ ਕੋਸਟਲ ਜਿਹੜੀ ਕੰਟਰੀਜ਼ ਲਾਈਕ ਜਾਪਾਨ ਹੈ, ਬੰਗਲਾਦੇਸ਼ ਹੈ, ਉਹਨਾਂ ਦੇ ਵਿੱਚ ਕਹਿੰਦੇ ਇਨ ਕੋਸਟਲ ਕੰਟਰੀਜ਼ ਬੋਲੇ ਜਾਂਦਾ ਹੈ ਲਾਈਕ ਬੰਗਲਾਦੇਸ਼ ਦੇ ਵਿੱਚ ਕਹਿੰਦੇ ਟਿਪੀਕਲਸ ਜਿਹੜੀਆਂ ਹੋਰ ਆਪਣੀਆਂ typical examples of different nature sentiments across different countries in the world। ਕਹਿੰਦੇ ਜਿਵੇਂ ਕਿ ਰਸ਼ੀਆ ਦੇ ਵਿੱਚ ਮੈਗਨੀਜ਼ ਹੈ ਤੇ ਇੰਡੀਆ ਦੇ ਵਿੱਚ ਮੀਕਾ ਡਿਪੋਜ਼ਿਟ ਹੈ ਤੇ ਗਲਫ ਕੰਟਰੀਜ਼ ਦੇ ਵਿੱਚ ਆਇਲ ਦੀ ਜ਼ਿਆਦਾ ਕਪੈਸਿਟੀ ਹੈ ਤੇ ਬੰਗਲਾਦੇਸ਼ ਦੇ ਵਿੱਚ ਕਹਿੰਦੇ ਹੋਰ ਕਈ ਜਿਹੜੀਆਂ ਗੁੱਡਸ ਨੇ ਉਹਨਾਂ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ। ਕਹਿੰਦੇ ਐਵੇਂ ਹਰ ਇੱਕ ਕੰਟਰੀ ਜਿਹੜੀ ਉਹ ਕਿਸੇ ਇੱਕ ਸਪੈਸ਼ਲ ਚੀਜ਼ ਦੇ ਵਿੱਚ ਕੀ ਹੁੰਦੀ ਹੈ, ਪਰਫੈਕਟ ਹੁੰਦੀ ਹੈ। ਕਹਿੰਦੇ ਉਹ ਉਸੇ ਚੀਜ਼ ਦੀ ਜ਼ਿਆਦਾ ਪ੍ਰੋਡਕਸ਼ਨ ਕਰਦੀ ਹੈ ਜਿੱਥੇ ਕਹਿੰਦੇ ਉੱਥੇ ਨੈਚੁਰਲ ਰਿਸੋਰਸਿਸ ਜ਼ਿਆਦਾ ਹੁੰਦੇ ਨੇ ਉਸ ਚੀਜ਼ ਦੀ ਪ੍ਰੋਡਕਸ਼ਨ ਦੇ, ਤੇ ਜਿਹੜਾ ਆਪਣਾ ਕਲਾਈਮੇਟ ਹੈ, ਇਨਵਾਇਰਮੈਂਟ ਹੈ, ਉਸਦੇ ਕਹਿੰਦੇ ਕੀ ਹੁੰਦਾ, ਫੇਵਰ ਦੇ ਵਿੱਚ ਹੁੰਦਾ। ਨੈਕਸਟ ਇਜ਼ ਟੈਕਨੀਕਲ ਹਾਊ ਐਂਡ ਨਾਓ। ਕਹਿੰਦੇ ਟੈਕਨੋਲੋਜੀ ਦੇ ਵੀ ਪ੍ਰੋਡਕਸ਼ਨ ਬੇਸਡ ਹੁੰਦੀ ਹੈ। ਜਿਸ ਕੰਟਰੀ ਦੇ ਵਿੱਚ ਇਸ ਤਰ੍ਹਾਂ ਦੀ ਟੈਕਨੋਲੋਜੀ ਹੋਏਗੀ ਉਸ ਕੰਟਰੀ ਦੇ ਵਿੱਚ ਉਸੇ ਤਰ੍ਹਾਂ ਦੀ ਪ੍ਰੋਡਕਸ਼ਨ ਕੀ ਹੋਏਗੀ, ਜ਼ਿਆਦਾ ਹੋਏਗੀ। ਜਿਵੇਂ ਕਿ ਕਹਿੰਦੇ ਟੈਕਨੀਕਲ ਸੁਪਰੀਅਰਿਟੀ ਕਹਿੰਦੇ ਦੇ ਵਿੱਚ ਡਿਫਰੈਂਸ ਹੁੰਦਾ ਹੈ। ਕੋਈ ਜਿਹੜੀ ਹੈ ਆਪਣੀ ਕੰਟਰੀ ਉਹਦੇ ਵਿੱਚ ਟੈਕਨੀਕਲ ਇੰਪਰੂਵਮੈਂਟ ਹੁੰਦੀ ਆ, ਉਹ ਟੈਕਨੋਲੋਜੀ ਦੇ ਵਿੱਚ ਪਰਫੈਕਟ ਹੁੰਦੀ ਹੈ। ਕਈ ਕਹਿੰਦੇ ਆਪਣੀਆਂ ਹੈਂਡ ਜਿਹੜੀਆਂ ਆਪਣੀਆਂ ਲੇਬਰ ਅੰਡਰ ਡਿਵੈਲਪ ਕੰਟਰੀਜ਼ ਨੇ ਉਹ ਲੇਬਰ ਗੁੱਡਸ ਦੀ ਪ੍ਰੋਡਕਸ਼ਨ ਦੇ ਵਿੱਚ ਪਰਫੈਕਟ ਹੁੰਦੇ ਨੇ। ਜਿਵੇਂ ਕਿ ਇੰਡੀਆ ਟੈਕਸਟਾਈਲ ਦੀ ਗੁੱਡਸ ਦੇ ਵਿੱਚ ਆਪਣਾ ਪਰਫੈਕਟ ਹੈ। ਇੱਥੇ ਜ਼ਿਆਦਾ ਕਹਿੰਦੇ ਲੇਬਰ ਨੂੰ ਯੂਜ਼ ਕਰਕੇ ਆਪਾਂ ਕੀ ਕਰ ਸਕਦੇ ਹਾਂ, ਟੈਕਸਟਾਈਲ ਇੰਡਸਟਰੀਜ਼ ਦੀ ਜ਼ਿਆਦਾ ਡਿਵੈਲਪਮੈਂਟ ਆ। ਜਿਵੇਂ ਕਿ USA ਜਿਹੜੀ ਸਪੈਸ਼ਲ ਹੈ ਵਾਰ ਪ੍ਰੋਡਕਟਸ ਦੀ ਪ੍ਰੋਡਕਸ਼ਨ ਦੇ ਵਿੱਚ ਕਹਿੰਦੇ ਜਿੱਥੇ F-16 ਫਾਈਟਨੈਸ ਤੇ ਪੈਟਰੋਇਟ ਜਿਹੜੀਆਂ ਮਿਸਾਲਾਂ ਨੇ ਉਹ ਕਿਨੇ ਬਣਾਈਆਂ ਜਾਂਦੀਆਂ ਨੇ। ਕਾਸਟ ਡਿਫਰੈਂਸ ਕਹਿੰਦੇ ਮੇਨ ਹੋਰ ਕੀ ਹੁੰਦਾ ਹੈ ਜੋ ਹੈ ਐਕਸਟਰਨਲ ਟ੍ਰੇਡ ਦਾ ਰੀਜ਼ਨ, ਕਾਸਟ ਡਿਫਰੈਂਸ ਹੁੰਦਾ, ਕਿਉਂਕਿ ਹਰ ਇੱਕ ਕੰਟਰੀ ਦੇ ਵਿੱਚ ਜਿੰਨਾ ਵੀ ਗੁੱਡਸ ਦੀ ਪ੍ਰੋਡਕਸ਼ਨ ਹੁੰਦੀ ਹੈ ਉਹਨਾਂ ਦੇ ਵਿੱਚ ਕੰਪੈਰੀਟਿਵ ਕਾਸਟ ਕਿਸੇ ਤੇ ਜ਼ਿਆਦਾ ਹੁੰਦੀ ਹੈ, ਕਿਸੇ ਤੇ ਘੱਟ ਹੁੰਦੀ ਹੈ। ਫॉर एग्जांपल टू कंट्रीज ने इंडिया एंड जापान है ਤੇ ਦੋਨਾਂ ਨੇ ਵੀਟ ਐਂਡ ਰਾਈਸ ਦੀ ਪ੍ਰੋਡਕਸ਼ਨ ਕਰਨੀ ਆ। ਤਾਂ ਵੀਟ ਐਂਡ ਰਾਈਸ ਦੀ ਕਦੇ ਜਿਹੜੀ ਪ੍ਰੋਡਕਸ਼ਨ ਹੈ ਉਹਨਾਂ ਦੀ ਜਿਹੜੀ ਕਾਸਟ ਹੈ ਦੋਵੇਂ ਕੰਟਰੀ ਦੇ ਵਿੱਚ ਅਲੱਗ ਲੱਗ ਹੈ। ਉਹ ਜਾਪਾਨ ਦੇ ਵਿੱਚ ਰਾਈਸ ਦੀ ਕੀ ਆ ਐਕਸਪੋਰਟ ਇੰਪੋਰਟ ਨੇ ਜਿਹੜੇ ਉਹ ਪੋਸੀਬਲ ਹੁੰਦੇ ਨੇ। ਨਿਊ ਇਕਨੋਮਿਕ ਆਰਡਰਸ ਕਹਿੰਦੇ ਨਿਊ ਇਕਨੋਮਿਕ ਪਾਲਿਸੀਜ਼ ਨੇ ਜਿਹੜੀਆਂ ਉਹਨਾਂ ਦੇ ਵਿੱਚ ਕਹਿੰਦੇ ਜਿਹੜਾ ਆਪਣਾ ਇੰਟਰਨੈਸ਼ਨਲ ਟ੍ਰੇਡ ਹੈ ਉਹਨੂੰ ਲਿਆ ਗਿਆ ਹੈ ਕਿ ਇੰਟਰਨੈਸ਼ਨਲ ਟ੍ਰੇਡ ਦੇ ਥਰੂ ਸਪੈਸ਼ਲਾਈਜੇਸ਼ਨ ਐਂਡ
ਆਪਾਂ ਕੀ ਕਰ ਸਕਦੇ, ਰਿਸਿਪਟਸ ਦੇ ਥਰੂ ਜਿਹੜੀ ਹੈ ਇਨਕਮ ਬਾਹਰ ਤੋਂ ਜਨਰੇਟ ਕਰ ਸਕਦੇ ਹਾਂ। ਤੇ ਬੇਸਿਸ ਆਫ ਇੰਟਰਨੈਸ਼ਨਲ ਟ੍ਰੇਡ, ਇੰਟਰਨੈਸ਼ਨਲ ਸਪੈਸ਼ਲਾਈਜੇਸ਼ਨ ਗੇਨ ਹੁੰਦੀ ਹੈ ਇੰਟਰਨੈਸ਼ਨਲ ਟ੍ਰੇਡ ਦੇ ਥਰੂ, ਕਿਉਂਕਿ ਹਰ ਇੱਕ ਕੰਟਰੀ ਆਪਣੇ ਜੋ ਵਰਕ ਹੈ ਆਪਣੇ ਗੁੱਡਸ ਦੀ ਐਕਸਪੋਰਟ ਇੰਪੋਰਟ ਦੇ ਵਿੱਚ ਕੀ ਹੋਏਗੀ, ਪਰਫੈਕਟ ਹੋਏਗੀ। ਨॉन ਅਵੇਲੇਬਿਲਿਟੀ ਆਫ ਸਪੈਸੀਫਿਕ ਫੈਕਟਰਸ, ਜਿੱਥੇ ਕਹਿੰਦੇ ਆਪਣੇ ਕਿਸੇ ਵੀ ਚੀਜ਼ ਦੀ ਪ੍ਰੋਡਕਸ਼ਨ ਦੇ ਲਈ ਜਿਹੜੇ ਫੈਕਟਰਸ ਨੇ ਅਵੇਲੇਬਲ ਨਹੀਂ ਹੈਗੇ, ਜਿਵੇਂ ਕਿ ਜਾਪਾਨ ਦੇ ਵਿੱਚ ਟੀ ਐਂਡ ਕਾਫੀ ਦੀ ਪ੍ਰੋਡਕਸ਼ਨ ਨਹੀਂ ਹੋ ਰਹੀ, ਤਾਂ ਉਹ ਡਿਫਰੈਂਟ ਕੰਟਰੀਜ਼ ਤੋਂ ਇਹ ਚੀਜ਼ ਨੂੰ ਇੰਪੋਰਟ ਕਰਕੇ ਆਪਣੇ ਡਿਮਾਂਡਸ ਨੂੰ ਪੂਰਾ ਕਰ ਸਕਦੇ ਨੇ। ਡਿਫਰੈਂਸ ਇਨ ਕਾਸਟ, ਕਹਿੰਦੇ ਮੇਨ ਕੀ ਹੈ, ਕਾਜ਼ਸ ਕੀ ਹੈ, ਕਹਿੰਦੇ ਕਾਸਟ ਦੇ ਵਿੱਚ ਡਿਫਰੈਂਟ ਹੋਣਾ। ਐਬਸੋਲੂਟ ਕਾਸਟ ਡਿਫਰੈਂਸ, ਕਹਿੰਦੇ ਐਬਸੋਲੂਟਲੀ ਚੀਪਰ ਹੁੰਦੀਆਂ ਨੇ ਕਈ ਗੁੱਡਸ, ਕਹਿੰਦੇ ਕਈ ਗੁੱਡਸ ਦੀ ਕਾਸਟ ਦੂਸਰੀਆਂ ਗੁੱਡਸ ਦੇ ਕੰਪੈਰੀਜ਼ਨ ਕਈ ਕੰਟਰੀਆਂ ਦੇ ਵਿੱਚ। ਕੰਪੈਰੀਟਿਵ ਕਾਸਟ, ਕਹਿੰਦੇ ਲੋਅਰ ਕਾਸਟ ਹੁੰਦੀ ਹੈ, ਕਹਿੰਦੇ ਇੱਕ ਕੰਟਰੀ ਦੇ ਵਿੱਚ ਦੂਸਰੀਆਂ ਕੰਟਰੀਜ਼ ਦੇ ਨਾਲੋਂ ਜਦੋਂ ਕਿਸੇ ਵੀ ਚੀਜ਼ ਦੀ ਪ੍ਰੋਡਕਸ਼ਨ ਕਰਦਾ ਹੈ ਤਦ ਕਹਿੰਦੇ ਉਹ ਕੀ ਆ ਉਸ ਗੁੱਡਸ ਨੂੰ ਐਕਸਪੋਰਟ ਕਰੇਗਾ, ਤੇ ਬਾਕੀ ਦੂਸਰੀ ਕੰਟਰੀਆਂ ਉਸੇ ਚੀਜ਼ ਨੂੰ ਕੀ ਕਰਨਗੀਆਂ, ਇੰਪੋਰਟ ਕਰਨਗੀਆਂ, ਜਿੱਥੇ ਉਸ ਗੁੱਡਸ ਦੀ ਚੀਜ਼ ਦੇ ਪ੍ਰੋਡਕਸ਼ਨ ਤੇ ਕਾਸਟ ਜ਼ਿਆਦਾ ਹੈ। ਨੈਕਸਟ ਇਜ਼ ਪ੍ਰੋਡਕਟ ਡਿਫਰੈਂਸ਼ੀਏਟ, ਕਹਿੰਦੇ ਕੀ ਹੁੰਦਾ ਹੈ ਜਦੋਂ ਇੰਟਰਨੈਸ਼ਨਲ ਟ੍ਰੇਡ ਕਰਦੇ ਆ ਤਾਂ ਸਾਨੂੰ ਜਿਹੜੇ ਆਪਣੇ ਪੀਪਲਸ ਨੇ ਉਹਨਾਂ ਦੀਆਂ ਡਿਮਾਂਡਸ ਪੂਰੀਆਂ ਹੁੰਦੀਆਂ, ਉਹਨਾਂ ਦੀ ਚੋਇਸਿਸ ਨੇ ਜਿਹੜੀਆਂ ਉਹ ਪੂਰੀਆਂ ਹੁੰਦੀਆਂ ਨੇ, ਟੇਸਟ ਐਂਡ ਪ੍ਰੈਫਰੈਂਸ, ਕਿਉਂਕਿ ਉਹਨਾਂ ਦਾ ਜਿਹੜਾ ਪ੍ਰੋਡਕਟ ਡਿਫਰੈਂਸ਼ੀਏਟ ਹੈ ਉਹਦੇ ਹੋਣ ਕਰਕੇ ਵੀ ਕੀ ਹੈ ਜਿਹੜੀ ਇੰਟਰਨੈਸ਼ਨਲ ਟ੍ਰੇਡ ਹੈ ਉਹ ਪੋਸੀਬਲ ਹੈ, ਕਿਉਂਕਿ ਵੈਰਾਈਟੀ ਆਫ ਜਿਹੜੀਆਂ ਗੁੱਡਸ ਨੇ ਉਹ ਕਸਟਮਰਸ ਨੂੰ ਮਿਲਦੀਆਂ ਨੇ। ਇਹ ਸੀਗੇ ਆਪਣੇ ਮੇਨ ਜੋ ਮੋਟਿਵਸ ਤੇ ਆਬਜੈਕਟਿਵ ਸੀਗੇ ਕਿ ਜਿਹਦੇ ਕਰਕੇ ਜਿਹੜੀ ਆਪਣੀ ਇੰਟਰਨੈਸ਼ਨਲ ਟ੍ਰੇਡ ਕੀ ਹੈ ਇਹ ਪੋਸੀਬਲ ਹੈ। ਤਾਂ ਐਡਵਾਂਟੇਜ ਆਫ ਇੰਟਰਨੈਸ਼ਨਲ ਟ੍ਰੇਡ ਕੀ ਹੁੰਦਾ ਹੈ ਕਿ ਕਿਉਂ ਇੰਟਰਨੈਸ਼ਨਲ ਟ੍ਰੇਡ ਹੈ ਜਿਹੜੀ ਇਹ ਕੀਤੀ ਜਾਂਦੀ ਹੈ। ਫਸਟ ਇਜ਼ ਅ ਫੁਲਰ ਯੂਟਿਲਾਈਜੇਸ਼ਨ ਆਫ ਨੈਚੁਰਲ ਰਿਸੋਰਸਿਸ, ਕਹਿੰਦੇ ਜਿਹੜੀ ਸਾਡੀ ਇਕਨੋਮੀ ਹੈ ਉਹਦੇ ਵਿੱਚ ਕਹਿੰਦੇ ਜਿੰਨੇ ਵੀ ਨੈਚੁਰਲ ਰਿਸੋਰਸਿਸ ਅਵੇਲੇਬਲ ਨੇ, ਅਗਰ ਕਹਿੰਦੇ ਆਪਾਂ ਉਹਨਾਂ ਦੀ ਬਹੁਤ ਜ਼ਿਆਦਾ ਕੁਆਂਟੀਟੀ ਹੈ ਸਾਡੀ ਇਕਨੋਮੀ ਦੇ ਵਿੱਚ, ਆਪਾਂ ਨੇ ਉਸ ਦੇ ਦੁਆਰਾ ਗੁੱਡਸ ਦੀ ਪ੍ਰੋਡਕਸ਼ਨ ਕੀਤੀ ਤਾਂ ਉਹ ਗੁੱਡਸ ਆਪਣੀ ਇਕਨੋਮੀ ਦੇ ਵਿੱਚ ਪੂਰੀਆਂ ਸਫੀਸ਼ੀਐਂਟ ਨੇ, ਡਿਮਾਂਡ ਆਪਣੀ ਕੰਟਰੀ ਦੀ ਪੂਰੀ ਹੋ ਰਹੀ ਹੈ, ਲੇਕਿਨ ਤਾਂ ਫਿਰ ਜਿਹੜੀ ਐਕਸੈਸ ਨੈਚੁਰਲ ਰਿਸੋਰਸਿਸ ਨੇ ਉਹਨਾਂ ਦੀ ਅੰਡਰ ਯੂਟਿਲਾਈਜੇਸ਼ਨ ਹੋ ਰਹੀ, ਮੀਨਸ ਉਹ ਪ੍ਰੋਪਰ ਯੂਜ਼ ਨਹੀਂ ਹੋ ਰਹੇ। ਤਾਂ ਪ੍ਰੋਪਰ ਯੂਜ਼ ਕਰਾਂਗੇ ਆਪਾਂ ਉਹਨਾਂ ਦਾ, ਠੀਕ ਹੈ, ਫੁੱਲੀ ਯੂਟਿਲਾਈਜ਼ ਕਰਾਂਗੇ ਨੈਚੁਰਲ ਰਿਸੋਰਸਿਸ ਨੂੰ, ਤੇ ਉਹਨਾਂ ਦੇ ਥਰੂ ਪ੍ਰੋਡਕਸ਼ਨ ਆਪਣੀ ਵਧਾਵਾਂਗੇ। ਤਾਂ ਜਿਹੜੀ ਐਕਸੈਸ ਪ੍ਰੋਡਕਸ਼ਨ ਹੋਏਗੀ ਆਪਾਂ ਉਹਨੂੰ ਕੀ ਕਰਾਂਗੇ, ਫੋਰਨ ਕੰਟਰੀਜ਼ ਦੇ ਵਿੱਚ ਕੀ ਕਰਾਂਗੇ, ਐਕਸਪੋਰਟ ਕਰਾਂਗੇ, ਜਿਹਦੇ ਥਰੂ ਜਿਹੜੀ ਸਾਡੀ ਆਪਣੀ ਨੈਸ਼ਨਲ ਇਨਕਮ ਹੈ GNP, ਗ੍ਰੋਸ ਨੈਸ਼ਨਲ ਜਿਹੜੀ ਹੈ ਪ੍ਰੋਡਕਟ, ਤਾਂ ਉਹਦੇ ਵਿੱਚ ਕੀ ਹੋਏਗਾ, ਇੰਕਰੀਮੈਂਟ ਹੋਏਗਾ, ਉਹਦੇ ਵਿੱਚ ਆਪਾਂ ਨੂੰ ਰਿਸਿਪਟਸ ਮਿਲਣਗੇ। ਐਂਡ ਸੈਕੰਡ ਇਜ਼ ਅ ਚੀਪ ਗੁੱਡਸ, ਤਾਂ ਦੇਖੋ ਆਪਣੀ ਜਿਹੜੀ GNP ਹੈ ਗ੍ਰੋਸ ਨੈਸ਼ਨਲ ਪ੍ਰੋਡਕਟ, ਕਿਉਂਕਿ ਉਹ ਗ੍ਰੋਸ ਨੈਸ਼ਨਲ ਪ੍ਰੋਡਕਟ GDP ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਪਲੱਸ ਨੈਟ ਫੋਰਨ ਇਨਕਮ ਫਰੋਮ ਅਬਰੋਡ ਤੇ ਡਿਪੈਂਡ ਕਰਦੀ ਆ। ਹੁਣ ਇਹ ਕੀ ਹੈ, ਇੰਟਰਨੈਸ਼ਨਲ ਸੈਕਟਰ ਹੈ ਜਿਹੜਾ ਆਪਣਾ ਐਕਸਟਰਨਲ ਸੈਕਟਰ ਹੈ, ਉਹਦੇ ਥਰੂ ਆਪਾਂ ਨੂੰ ਇਨਕਮ ਕਿੱਦਾਂ ਮਿਲ ਸਕਦੀ ਹੈ, ਆਪਣੀ GNP ਕਿੱਦਾਂ ਇਨਕਰੀਜ਼ ਹੋ ਸਕਦੀ ਹੈ, ਚੀਪ ਗੁੱਡਸ। ਕਹਿੰਦੇ ਕੀ ਆ, ਬਿਕੋਜ਼ ਆਫ ਇੰਟਰਨੈਸ਼ਨਲ ਟ੍ਰੇਡ ਆਲ ਕੰਟਰੀਜ਼ ਗੈਟ ਗੁੱਡਸ ਐਟ ਚੀਪ ਪ੍ਰਾਈਸਿਸ। ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਕਹਿੰਦੇ ਹਰ ਇੱਕ ਕੰਟਰੀ ਕੀ ਕਹੇਗੀ ਕਿ ਸਾਨੂੰ ਜਿਹੜੀ ਹੈ ਗੁੱਡਸ ਮਿਲ ਰਹੀਆਂ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਚੀਪ ਮਿਲਣ। ਅਗਰ ਉਹਨਾਂ ਨੂੰ ਆਪਣੀ ਕੰਟਰੀ ਦੇ ਵਿੱਚ ਜਿਹੜੇ ਗੁੱਡਸ ਨੇ ਐਕਸਪੈਂਸਿਵ ਮਿਲ ਰਹੀਆਂ ਨੇ, ਕਾਸਟਲੀ ਮਿਲ ਰਹੀਆਂ ਨੇ, ਤਾਂ ਉੱਥੇ ਉਹਨਾਂ ਨੂੰ ਪ੍ਰੋਡਿਊਸ ਨਾ ਕਰਕੇ, ਉੱਥੇ ਉਹਨਾਂ ਦੀ ਡਿਮਾਂਡ ਨਾ ਕਰਕੇ ਕਸਟਮਰਸ ਕੀ ਕਰਨਗੇ, ਫੋਰਨ ਕੰਟਰੀਜ਼ ਤੋਂ ਜਿਹੜੀਆਂ ਗੁੱਡਸ ਨੇ ਉਹਨਾਂ ਨੂੰ ਇੰਪੋਰਟ ਕਰਨਗੇ, ਤੇ ਇਸ ਤਰ੍ਹਾਂ ਉਹਦੀ ਨੀਡਸ ਪੂਰੀਆਂ ਹੋਣਗੀਆਂ। ਤੇ ਕਹਿੰਦੇ ਜਿਹੜੇ ਚੀਪ ਗੁੱਡਸ ਨੇ ਆਪਾਂ ਜਿਹੜੇ ਤੇ ਕਾਸਟ ਘੱਟ ਆ ਰਹੀ ਹੈ ਉਹਨਾਂ ਦੀ ਪ੍ਰੋਡਕਸ਼ਨ ਕਰਕੇ ਉਹਨਾਂ ਨੂੰ ਬਾਹਰ ਐਕਸਪੋਰਟ ਕਰ ਸਕਦੇ, ਜਿਨ੍ਹਾਂ ਦੇ ਬਦਲੇ ਸਾਨੂੰ ਕੀ ਮਿਲੇਗੀ, ਇਨਕਮ ਮਿਲੇਗੀ। ਪਾਵਰ ਟੂ ਫੇਸ ਨੈਚੁਰਲ ਕਲਾਈਮੇਟਸ, ਕਹਿੰਦੇ ਆਪਣੀ ਹਰ ਇੱਕ ਕੰਟਰੀ ਦਾ ਜਿਹੜਾ ਕਲਾਈਮੇਟ ਹੈ ਉਹ ਅਲੱਗ ਹੁੰਦਾ। ਕਈ ਕੰਟਰੀਜ਼ ਦੇ ਵਿੱਚ ਕਹਿੰਦੇ ਕਿਸੇ ਚੀਜ਼ ਦੀ ਪ੍ਰੋਡਕਸ਼ਨ ਵਧੀਆ ਕੀਤੀ ਜਾਂਦੀ ਹੈ, ਕਿਉਂਕਿ ਕਈਆਂ ਨੂੰ ਜਿਹੜਾ ਹੈ ਆਪਣਾ ਕਲਾਈਮੇਟ ਟੈਂਪਰੇਚਰ ਘੱਟ ਚਾਹੀਦਾ, ਕਿਸੇ ਨੂੰ ਰੇਨ ਜ਼ਿਆਦਾ ਚਾਹੀਦੀ ਹੈ, ਰੇਨ ਘੱਟ ਚਾਹੀਦੀ ਹੈ, ਕਹਿੰਦੇ ਉਸ ਦੇ ਅਕੋਰਡਿੰਗ ਡਿਫਰੈਂਟ ਕੰਟਰੀਜ਼ ਦੇ ਵਿੱਚ ਡਿਫਰੈਂਟ ਜਿਹੜੀ ਪ੍ਰੋਡਕਸ਼ਨ ਹੈ ਉਹ ਹੋਏਗੀ। ਤਾਂ ਜਿਹਦੇ ਥਰੂ ਕਹਿੰਦੇ ਜਿਹੜਾ ਹੈ ਐਕਸਪੋਰਟ ਇੰਪੋਰਟ ਕਰਨਗੀਆਂ ਉਹ, ਠੀਕ ਹੈ, ਆਪਣੀ ਰਿਸਿਪਟਸ ਤੇ ਪੇਮੈਂਟਸ ਦੇ ਥਰੂ ਆਪਣੀ ਨੀਡਸ ਵੀ ਪੂਰੀਆਂ ਕਰਨਗੀਆਂ, ਤੇ ਦੂਸਰੀ ਥਰੂ ਜਿਹੜੀ ਆਪਣੀ ਇਨਕਮ ਹੈ ਉਹ ਵੀ ਕੀ ਹੋਏਗੀ, ਜਨਰੇਟ ਹੋਏਗੀ। ਨੈਕਸਟ ਇਜ਼ ਵੈਰਾਈਟੀ ਆਫ ਗੁੱਡਸ, ਕਹਿੰਦੇ ਜਦੋਂ ਇੰਟਰਨੈਸ਼ਨਲ ਟ੍ਰੇਡ ਹੁੰਦੀ ਹੈ ਐਕਸਟਰਨਲ ਸੈਕਟਰਸ ਦੇ ਥਰੂ, ਤਾਂ ਕੀ ਹੁੰਦਾ ਜਿਹੜੀ ਵੈਰਾਈਟੀ ਆਫ ਗੁੱਡਸ ਨੇ ਉਹਨਾਂ ਦੀ ਜਿਹੜੀ ਵੈਰਾਈਟੀ ਉਹ ਇਨਕਰੀਜ਼ ਹੋ ਜਾਂਦੀ ਆ। ਤੇ ਡਿਫਰੈਂਟ ਕੰਟਰੀਜ਼ ਨੇ ਕਹਿੰਦੀਆਂ ਜਿਹੜੀਆਂ ਆਪਣੀਆਂ ਟੇਸਟ ਪ੍ਰੈਫਰੈਂਸ ਦੇ ਥਰੂ ਜਿਹੜੇ ਗੁੱਡਸ ਨੇ ਉਹਨਾਂ ਨੂੰ ਚੂਜ਼ ਕਰਦੇ ਨੇ ਤੇ ਇੰਜੋਏ ਕਰਦੇ ਨੇ, ਯੂਟਿਲਿਟੀ ਨੂੰ ਗੇਨ ਕਰਦੇ ਨੇ। ਸਰਪਲਸ ਪ੍ਰੋਡਕਸ਼ਨ, ਸਰਪਲਸ ਪ੍ਰੋਡਕਸ਼ਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਆਪਾਂ ਆਪਣੀ ਜਦੋਂ ਸਪਲਾਈ ਆਪਣੀ ਡੋਮੈਸਟਿਕ ਡਿਮਾਂਡ ਤੋਂ ਜ਼ਿਆਦਾ ਹੁੰਦੀ ਹੈ, ਕਿਸੇ ਵੀ ਕੰਟਰੀ ਦੇ ਵਿੱਚ ਜਿਹੜੀ ਸਪਲਾਈ ਹੈ ਉਹ ਗੁੱਡਸ ਦੀ ਜ਼ਿਆਦਾ ਹੁੰਦੀ ਹੈ ਲੇਕਿਨ ਡਿਮਾਂਡ ਹੈ ਘੱਟ ਹੈ, ਤਾਂ ਉਹ ਇਹ ਐਕਸੈਸ ਸਪਲਾਈ ਨੂੰ, ਸਰਪਲਸ ਪ੍ਰੋਡਕਸ਼ਨ ਨੂੰ ਕਿੱਥੇ ਕਰਦੇ ਨੇ, ਬਾਹਰ ਐਕਸਪੋਰਟ ਕਰਦੇ ਨੇ। ਤਾਂ ਐਕਸਪੋਰਟ ਕਰਨ ਦੇ ਥਰੂ ਕਹਿੰਦੇ ਉਹਨਾਂ ਨੂੰ ਕੀ ਮਿਲੇਗੀ, ਇਨਕਮ ਮਿਲੇਗੀ, ਜਿਹਦੇ ਥਰੂ ਕਹਿੰਦੇ ਇਨਕਮ ਜਨਰੇਟ ਹੋਏਗੀ ਉਹਨਾਂ ਦੀ ਕੰਟਰੀ ਦੇ ਵਿੱਚ, ਇਕਨੋਮੀ ਦੇ ਵਿੱਚ। ਨੈਕਸਟ ਇਜ਼ ਅ ਕੰਪੀਟੀਸ਼ਨ, ਕਹਿੰਦੇ ਇਕਨੋਮੀ ਦੇ ਵਿੱਚ ਜਦੋਂ ਇੰਟਰਨੈਸ਼ਨਲ
ਆਪਣੀ ਕੰਟਰੀ ਦਾ ਡਿਫਰੈਂਟ ਕੰਟਰੀਜ਼ ਦੇ ਨਾਲ ਜਦੋਂ ਟ੍ਰੇਡ ਹੁੰਦੀ ਆ ਤਾਂ ਜਿਹੜਾ ਕੰਪੀਟੀਸ਼ਨ ਹੈ ਕੰਟਰੀਜ਼ ਦੇ ਵਿੱਚ ਉਹ ਕੀ ਹੁੰਦਾ ਇਨਕਰੀਜ਼ ਹੁੰਦਾ ਕਿਉਂਕਿ ਕਹਿੰਦੇ ਇੰਟਰਨੈਸ਼ਨਲ ਜਿਹੜੀ ਸਪੈਸ਼ਲਾਈਜੇਸ਼ਨ ਆ ਉਹ ਗੇਮ ਹੁੰਦੀ ਹੈ ਕਾਸਟ ਆਫ ਪ੍ਰੋਡਕਸ਼ਨ ਆ ਜਿਹੜੀ ਉਹ ਕੰਪੀਟ ਹੁੰਦੀ ਆ ਆਪਾਂ ਕੰਪੀਟ ਕਰਦੇ ਆ ਕੰਪੀਟੀਸ਼ਨ ਕਰਦੇ ਆ ਕਿ ਕਿਸ ਕੰਟਰੀ ਦੇ ਵਿੱਚ ਕਿਸ ਸੇਮ ਚੀਜ਼ ਦੇ ਪ੍ਰੋਡਕਸ਼ਨ ਜਿਹੜੀ ਤੇ ਕਾਸਟ ਘੱਟ ਆ ਰਹੀ ਹੈ ਕਿਸ ਤੇ ਵੱਧ ਆ ਰਹੀ ਹੈ ਜਿਸ ਤੇ ਘੱਟ ਆ ਰਹੀ ਹੈ ਉੱਥੇ ਉਹ ਕੰਟਰੀ ਉਸ ਨੂੰ ਹੀ ਪ੍ਰੋਡਿਊਸ ਕਰੇਗੀ ਜਿਸ ਤੇ ਵੱਧ ਆ ਰਹੀ ਹੈ ਉਸ ਕੰਟਰੀ ਉਸ ਗੁੱਡ ਨੂੰ ਪ੍ਰੋਡਿਊਸ ਨਹੀਂ ਕਰੇਗੀ ਤਾਂ ਹੋਰ ਗੁੱਡਸ ਨੂੰ ਕੀ ਕਰੇਗੀ ਪ੍ਰੋਡਿਊਸ ਕਰੇਗੀ ਕੰਪੀਟੀਸ਼ਨਸ ਦੇ ਵਿੱਚ ਕਈ ਜਿਹੜੀਆਂ ਕੰਟਰੀਜ਼ ਨੇ ਉਹਨਾਂ ਦੇ ਜਿਹੜੇ ਗੁੱਡਸ ਨੇ ਉਹ ਦੂਸਰੀਆਂ ਕੰਟਰੀਜ਼ ਦੇ ਗੁੱਡਸ ਨੂੰ ਆਪਣੇ ਸਾਹਮਣੇ ਟਿਕਣ ਨਹੀਂ ਦਿੰਦੀਆਂ ਤਾਂ ਉਹਨਾਂ ਦੀ ਗੁੱਡਸ ਦੀ ਉਹਨਾਂ ਦੂਸਰੀਆਂ ਗੁੱਡਸ ਦੇ ਕੰਪੈਰੀਜ਼ਨ ਕੀ ਹੁੰਦੀ ਹੈ ਡਿਮਾਂਡ ਇਨਕਰੀਜ਼ ਹੁੰਦੀ ਹੈ ਜਿਹਦੇ ਥਰੂ ਉਹਨਾਂ ਦੀ ਸਪੈਸ਼ਲਾਈਜੇਸ਼ਨ ਗੇਨ ਹੁੰਦੀ ਹੈ ਵਾਈਡਰ ਮਾਰਕੀਟ ਕਹਿੰਦੇ ਵਾਈਡਰ ਮਾਰਕੀਟ ਦੇ ਵਿੱਚ ਕੀ ਹੈ ਜਿਹੜੀ ਆਪਣੀ ਮਾਰਕੀਟ ਦਾ ਸਾਈਜ਼ ਹੈ ਇੰਟਰਨੈਸ਼ਨਲ ਟ੍ਰੇਡ ਦੇ ਥਰੂ ਕੀ ਹੁੰਦਾ ਇਨਕਰੀਜ਼ ਹੁੰਦਾ ਕਿਉਂਕਿ ਇਹਦੇ ਵਿੱਚ ਕਹਿੰਦੇ ਓਨਲੀ ਨਾਟ ਇੰਟਰਨੈਸ਼ਨਲ ਕਹਿੰਦੇ ਇਹਦੇ ਵਿੱਚ ਕੀ ਹੈ ਨੈਸ਼ਨਲ ਲੈਵਲ ਤੇ ਡਿਫਰੈਂਟ ਕੰਟਰੀਜ਼ ਦੇ ਨਾਲ ਟ੍ਰੇਡ ਹੁੰਦੀ ਹੈ ਜਿਹਦੇ ਥਰੂ ਕਹਿੰਦੇ ਕੀ ਆ ਗੁੱਡਸ ਦੀ ਕੁਆਂਟੀਟੀ ਹੈ ਜਿਹੜੀ ਲਾਰਜ ਕੁਆਂਟੀਟੀ ਹੈ ਜਿਹੜੀ ਉਹ ਕੀ ਹੋਏਗੀ ਐਕਸਚੇਂਜ ਹੋਏਗੀ ਬਿਟਵੀਨ ਦਾ ਕੰਟਰੀਜ਼ ਐਂਡ ਆਫ ਮੋਨੋਪੋਲਿਸਟਿਕ ਟੈਂਡੈਂਸੀ ਕਹਿੰਦੇ ਜਿਹੜੀ ਮੋਨੋਪੋਲਿਸਟਿਕ ਟੈਂਡੈਂਸੀ ਹੈ ਉਹਦਾ ਐਂਡ ਹੁੰਦਾ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਡਿਫਰੈਂਟ ਕੰਟਰੀਜ਼ ਨੇ ਜੋ ਦੂਸਰੇ ਕੰਟਰੀ ਨੂੰ ਕੰਪੀਟੀਟਰਸ ਬਣਨਗੇ ਉਹਨਾਂ ਨੂੰ ਕੰਪੀਟ ਕਰਨਗੀਆਂ ਤਾਂ ਇੱਥੇ ਮੋਨੋਪੋਲੀ ਦੀ ਪਾਵਰ ਕਰਕੇ ਮੋਨੋਪੋਲਿਸਟਿਕ ਦੀ ਪਾਵਰ ਆਉਂਦੀ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਅਵੇਲੇਬਿਲਿਟੀ ਆਫ ਰॉ ਮਟੀਰੀਅਲ ਕਹਿੰਦੇ ਰॉ ਮਟੀਰੀਅਲ ਜਿਸ ਕੰਟਰੀ ਦੇ ਵਿੱਚ ਐਕਸੈਸ ਦੇ ਵਿੱਚ ਹੈ ਉਹ ਉਸ ਕੰਟਰੀ ਦੇ ਵਿੱਚੋਂ ਰॉ ਮਟੀਰੀਅਲ ਨੂੰ ਦੂਸਰੀ ਕੰਟਰੀ ਦੇ ਵਿੱਚ ਐਕਸਪੋਰਟ ਕੀਤਾ ਜਾਏਗਾ ਤਾਂ ਕਹਿੰਦੇ ਜਿੱਥੇ ਨਹੀਂ ਹੈ ਰॉ ਮਟੀਰੀਅਲ ਉੱਥੇ ਰॉ ਮਟੀਰੀਅਲ ਨੂੰ ਇੰਪੋਰਟ ਕੀਤਾ ਜਾਏਗਾ ਜਿਹਦੇ ਥਰੂ ਜਿਹੜਾ ਰॉ ਮਟੀਰੀਅਲ ਹੈ ਉਹ ਅਵੇਲੇਬਲ ਹੋਏਗਾ ਡਿਫਰੈਂਟ ਕਾਰਨਰਸ ਆਫ ਦਾ ਵਰਲਡ ਐਂਡ ਸਪੈਸ਼ਲਾਈਜੇਸ਼ਨ ਕਹਿੰਦੇ ਹਰ ਇੱਕ ਗੁੱਡ ਕਹਿੰਦੇ ਆਪਣੀ ਪ੍ਰੋਡਕਸ਼ਨ ਦੇ ਵਿੱਚ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਸ ਗੁੱਡ ਦੀ ਪ੍ਰੋਡਕਸ਼ਨ ਦੇ ਵਿੱਚ ਸਪੈਸ਼ਲਾਈਜੇਸ਼ਨ ਹੁੰਦੇ ਨੇ ਹਰ ਇੱਕ ਕੰਟਰੀ ਕਿਸੇ ਇੱਕ ਚੀਜ਼ ਦੀ ਪ੍ਰੋਡਕਸ਼ਨ ਦੇ ਵਿੱਚ ਸਪੈਸ਼ਲਾਈਜੇਸ਼ਨ ਗੇਨ ਕਰੇਗੀ ਉਹਦੀ ਮਾਰਜਨ ਆਫ ਪ੍ਰੋਡਕਟਿਵਿਟੀ ਹੈ ਜ਼ਿਆਦਾ ਹੋਏਗੀ ਤਾਂ ਫਿਰ ਉਹ ਉਸੇ ਪ੍ਰੋਡਕਟ ਨੂੰ ਕੀ ਕਰੇਗੀ ਸੇਲ ਕਰੇਗੀ ਡਿਫਰੈਂਟ ਕੰਟਰੀਜ਼ ਦੇ ਵਿੱਚ ਪੋਸਿਬਿਲਿਟੀ ਆਫ ਇਕਨੋਮਿਕ ਡਿਵੈਲਪਮੈਂਟ ਕਹਿੰਦੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਇਨਕਮ ਫਰਮ ਅਬਰੋਡ ਤੋਂ ਲਿੱਤੀ ਜਾਂਦੀ ਹੈ ਜਿਹਦੇ ਵਿੱਚ ਕਹਿੰਦੇ ਕੀ ਆ ਕਿਉਂਕਿ ਜਿਹੜੀ ਆਪਣੀ ਇੰਟਰਨੈਸ਼ਨਲ ਜਿਹੜਾ ਆਪਣਾ ਟ੍ਰੇਡ ਹੈ ਉਹ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਵੀ ਹੈਲਪਫੁਲ ਹੈ ਕਿਉਂਕਿ ਜਿਹੜੀਆਂ ਸਰਵਿਸਿਜ਼ ਨੇ ਤੇ ਆਪਣੀ ਟੈਕਨੋਲੋਜੀ ਹੈ ਕਹਿੰਦੇ ਉਹਨੂੰ ਵੀ ਐਕਸਚੇਂਜ ਕੀਤਾ ਜਾਂਦਾ ਬਿਟਵੀਨ ਦਾ ਕੰਟਰੀਜ਼ ਕੈਪੀਟਲ ਜਿਹੜਾ ਹੈ ਐਕਸਚੇਂਜ ਕੈਪੀਟਲ ਟ੍ਰੇਡ ਵੀ ਪੋਸੀਬਲ ਇੰਪਰੂਵਮੈਂਟ ਆਫ ਟੈਕਨੀਕਸ ਆਫ ਪ੍ਰੋਡਕਸ਼ਨਸ ਕਹਿੰਦੇ ਜਿਹੜੀਆਂ ਟੈਕਨੀਕਸ ਆਫ ਪ੍ਰੋਡਕਸ਼ਨਸ ਨੇ ਉਹਨਾਂ ਦੇ ਵਿੱਚ ਚੇਂਜ ਕਰਨਾ ਕਹਿੰਦੇ ਜਿਹੜੇ ਆਪਣੇ ਐਂਟਰਪ੍ਰੈਨਿਓਰਸ ਨੇ ਲਾਰਜ ਐਂਟਰਪ੍ਰੈਨਿਓਰਸ ਉਹ ਕਹਿੰਦੇ ਡਿਫਰੈਂਟ ਟੈਕਨੀਕਸ ਨੇ ਜਿਹੜੀਆਂ ਕੰਪੀਟੀਸ਼ਨਸ ਦੇਣ ਦੇ ਲਈ ਡਿਫਰੈਂਟ ਕੰਟਰੀਜ਼ ਨੂੰ ਜਿਹੜੀਆਂ ਆਪਣੀਆਂ ਮਾਡਰਨ ਟੈਕਨੀਕਸ ਨੇ ਉਹਨਾਂ ਨੂੰ ਯੂਜ਼ ਕਰਦੇ ਨੇ ਉਹਨਾਂ ਨੂੰ ਇੰਪੋਰਟ ਕਰਦੇ ਨੇ ਐਡਵਾਂਸ ਟੈਕਨੋਲੋਜੀ ਨੂੰ ਯੂਜ਼ ਕਰਦੇ ਨੇ ਐਡਵਾਂਸ ਟੈਕਨੋਲੋਜੀ ਇਜ਼ ਦਾ ਕੀ ਆਫ ਡਿਵੈਲਪਮੈਂਟ ਕਹਿੰਦੇ ਅਗਰ ਟੈਕਨੋਲੋਜੀ ਐਡਵਾਂਸ ਹੋਏਗੀ ਤਦ ਜਿਹੜੀ ਡਿਵੈਲਪਮੈਂਟ ਤੇ ਗਰੋਥ ਹੈ ਕਿਸੇ ਵੀ ਇਕਨੋਮੀ ਦੀ ਕੀ ਹੋਏਗੀ ਜ਼ਿਆਦਾ ਹੋਏਗੀ ਨੈਕਸਟ ਇਜ਼ ਅ ਇਨਕਰੀਜ਼ ਇਨ ਨੈਸ਼ਨਲ ਇਨਕਮ GNP ਗ੍ਰੋਸ ਨੈਸ਼ਨਲ ਪ੍ਰੋਡਕਟ ਕਹਿੰਦੇ ਨੈਸ਼ਨਲ ਇਨਕਮ ਦੀ ਕਹਿੰਦੇ ਕਿਸ ਚੀਜ਼ ਤੇ ਕਹਿੰਦੇ ਡੋਮੈਸਟਿਕ ਹਾਊਸ ਹੋਲਡ ਤੇ ਪ੍ਰੋਡਿਊਸਰ ਸੈਕਟਰ ਤੋਂ ਇਲਾਵਾ ਕਿਸ ਚੀਜ਼ ਤੇ ਡਿਪੈਂਡ ਕਰਦੀ ਆ ਐਕਸਟਰਨਲ ਸੈਕਟਰ ਤੇ ਡਿਪੈਂਡ ਕਰਦੀ ਆ ਐਂਡ ਕਿਉਂਕਿ ਕਹਿੰਦੇ ਐਕਸਪੋਰਟਸ ਦੇ ਥਰੂ ਕੀ ਹੋਏਗਾ ਜਦੋਂ ਐਕਸਪੋਰਟਸ ਕਰਨਗੇ ਤਾਂ ਡੋਮੈਸਟਿਕ ਕੰਟਰੀ ਦੇ ਵਿੱਚ ਇੰਪਲੋਇਮੈਂਟ ਵੀ ਇਨਕਰੀਜ਼ ਹੋਏਗੀ ਪ੍ਰੋਡਕਸ਼ਨ ਵੀ ਇਨਕਰੀਜ਼ ਹੋਏਗੀ ਨੈਚੁਰਲ ਰਿਸੋਰਸਿਸ ਦਾ ਵੀ ਸਫੀਸ਼ੀਐਂਟ ਯੂਜ਼ ਹੋਏਗਾ ਠੀਕ ਹੈ ਤੇ ਫੋਰਨ ਇਨਵੈਸਟਮੈਂਟ ਵੀ ਹੋਏਗੀ ਇੰਟਰਨੈਸ਼ਨਲ ਕਾਰਪੋਰੇਸ਼ਨ ਕਹਿੰਦੇ ਇੰਟਰਨੈਸ਼ਨਲ ਟ੍ਰੇਡ ਤੇ ਪ੍ਰਮੋਟ ਕੀਤਾ ਜਾਂਦਾ ਹੈ ਮਿਊਚੁਅਲ ਕਾਰਪੋਰੇਸ਼ਨਸ ਨੂੰ ਡਿਫਰੈਂਟ ਕੰਟਰੀਜ਼ ਦੇ ਵਿੱਚ ਜਿਨ੍ਹਾਂ ਦੇ ਥਰੂ ਕਹਿੰਦੇ ਕ੍ਰੀਏਟਸ ਐਟਮੋਸਫੇਅਰਸ ਆਫ ਗੁੱਡਵਿਲ ਐਟਮੋਸਫੇਅਰ ਕੋਆਰਡੀਨੇਟਲੀ ਐਂਡ ਫਰੈਂਡਸ਼ਿਪ ਅਮੰਗ ਦਾ ਟ੍ਰੇਡਿੰਗ ਕੰਟਰੀਜ਼ ਕਹਿੰਦੇ ਇਦਾਂ ਦੀ ਜਿਹੜੀਆਂ ਹੈਬਿਟਸ ਨੇ ਉਹ ਕੀ ਹੁੰਦੀਆਂ ਨੇ ਇਨਕਰੀਜ਼ ਹੁੰਦੀਆਂ ਨੇ ਵਰਲਡ ਲੈਵਲ ਤੇ ਪੀਸ ਬਣਿਆ ਰਹਿੰਦਾ ਹੈ ਡਿਫਰੈਂਟ ਕੰਟਰੀਜ਼ ਦੇ ਵਿੱਚ ਵਰਡ ਮੋਰ ਇੰਪਲੋਇਮੈਂਟ ਕਹਿੰਦੇ ਜਦੋਂ ਇੰਟਰਨੈਸ਼ਨਲ ਲੈਵਲ ਤੇ ਟ੍ਰੇਡ ਹੋਏਗੀ ਤਾਂ ਕੀ ਹੋਏਗਾ ਡਿਫਰੈਂਟ ਕੰਟਰੀਜ਼ ਦੇ ਵਿੱਚ ਕਹਿੰਦੇ ਜਿਹੜੀ ਇੰਪਲੋਇਮੈਂਟ ਆ ਉਹ ਇਨਕਰੀਜ਼ ਹੋਏਗੀ ਕਿਉਂਕਿ ਐਕਸਪੋਰਟ ਕਰਨ ਦੇ ਲਈ ਆਊਟਪੁੱਟ ਇਨਕਰੀਜ਼ ਕਰਨ ਦੇ ਲਈ ਸਪਲਾਈ ਇਨਕਰੀਜ਼ ਕਰਨ ਦੇ ਲਈ ਲੇਬਰ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਤਾਂ ਇੰਪਲੋਇਮੈਂਟ ਕੀ ਹੋਏਗੀ ਆਟੋਮੈਟਿਕਲੀ ਇਨਕਰੀਜ਼ ਹੋਏਗੀ ਤੇ ਉਸ ਵਕਤ ਬੈਂਕਿੰਗ ਹੋ ਗਿਆ ਟ੍ਰੇਡ ਹੋ ਗਿਆ ਟਰਾਂਸਪੋਰਟੇਸ਼ਨ ਹੋ ਗਿਆ ਐਗਰੀਕਲਚਰ ਇੰਡਸਟਰੀ ਕਹਿੰਦੇ ਇਕਨੋਮਿਕ ਦੇ ਵਿੱਚ ਆਲ ਸੈਕਟਰਸ ਨੇ ਜਿਹੜੇ ਇੰਟਰਨੈਸ਼ਨਲ ਟ੍ਰੇਡ ਤੇ ਜਿਨ੍ਹਾਂ ਤੇ ਡਿਪੈਂਡ ਕਰਦੀ ਹੈ ਉਹ ਸਾਰੇ ਸੈਕਟਰਸ ਦੇ ਵਿੱਚ ਕੀ ਹੋਏਗਾ ਇਨਕਰੀਜ਼ ਹੋਏਗਾ ਇਕਨੋਮੀ ਵੀ ਡਿਵੈਲਪ ਕਰੇਗੀ ਕਲਚਰਲ ਰਿਲੇਸ਼ਨਸ਼ਿਪ ਲਾਸਟ ਇਜ਼ ਅ ਕਲਚਰਲ ਰਿਲੇਸ਼ਨਸ਼ਿਪ ਕਹਿੰਦੇ ਜਿਹੜੀ ਆਪਣੀ ਕੰਟਰੀ ਆ ਉਹਦੇ ਵਿੱਚ ਕਲਚਰਲ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਆਏਗਾ ਕਲਚਰਲ ਰਿਲੇਸ਼ਨਸ਼ਿਪ ਮੀਨਸ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਆਪਣੇ ਹੁਣ ਇੰਡੀਆ ਦੇ ਵਿੱਚ ਜਿਹੜਾ ਵੈਸਟਰਨ ਕਲਚਰ ਹੈ ਉਹਨੂੰ ਜ਼ਿਆਦਾ ਫੋਲੋ ਕੀਤਾ ਜਾ ਰਿਹਾ ਹੈ ਵੈਸਟਰਨ ਫੂਡ ਨੂੰ ਜ਼ਿਆਦਾ ਫੋਲੋ ਕੀਤਾ ਜਾ ਰਿਹਾ ਹੈ ਵੈਸਟਰਨ ਰਿਲੀਜਨਸ ਨੂੰ ਵੀ ਜ਼ਿਆਦਾ ਫੋਲੋ ਕੀਤਾ ਜਾ ਰਿਹਾ ਹੈ ਤਾਂ ਦਿਸ ਇਜ਼ ਦਾ ਐਗਜ਼ਾਮਪਲਸ ਆਫ ਕਲਚਰਲ ਰਿਲੇਸ਼ਨਸ ਕਹਿੰਦੇ ਜਿਹੜੇ ਡਿਫਰੈਂਟ ਕਲਚਰਸ ਦੇ ਪੀਪਲਸ ਨੇ ਉਹ ਆਪਸ ਦੇ ਵਿੱਚ ਇੱਕ ਰਿਲੇਸ਼ਨਸ ਜੋ ਹੈ ਉਹਨੂੰ ਕੀ ਕਰਨਗੇ ਫੀਲ ਕਰਨਗੇ ਕਿ ਸਾਡਾ ਆਟੋਮੈਟਿਕਲੀ ਉਹਨਾਂ ਦਾ ਰਿਲੇਸ਼ਨਸ ਦੂਸਰੇ
ਕਲਚਰਸ ਦੇ ਨਾਲ ਬਣ ਜਾਏਗਾ ਤਾਂ ਡਿਫਰੈਂਟ ਸੋਸ਼ਲ ਐਂਡ ਜਿਹੜੇ ਕਲਚਰਲ ਸਬਜੈਕਟਸ ਨੇ ਉਹ ਉਹਨਾਂ ਦੇ ਇਸ਼ੂਜ਼ ਤੇ ਕੀ ਕਰਨਗੇ, ਵਰਕ ਕਰਨਗੇ। ਐਂਡ ਦਿਸ ਇਜ਼ ਦਾ ਐਡਵਾਂਟੇਜ। ਐਂਡ ਇੰਟਰਨੈਸ਼ਨਲ ਜਿਹੜੀ ਟ੍ਰੇਡ ਹੈ ਉਹਦੀ ਡਿਸਐਡਵਾਂਟੇਜ ਕੀ ਹੋ ਸਕਦੀਆਂ ਨੇ, ਤਾਂ ਇਹਦੀ ਫਸਟ ਹੈ ਨੈਚੁਰਲ ਰਿਸੋਰਸਿਸ ਦੀ ਐਕਸਪਲੋਇਟੇਸ਼ਨ ਹੋ ਸਕਦੀ ਆ, ਪੋਲੀਟੀਕਲ ਸਲੇਵਰੀ ਹੋ ਸਕਦੀ ਹੈ, ਕਿਸੇ ਵੀ ਇੱਕ ਕੰਟਰੀ ਦਾ ਜ਼ਿਆਦਾ ਬੋਲਬਾਲਾ ਹੋਣਾ, ਫੋਰਨ ਕੰਪੀਟੀਸ਼ਨ ਇਨਕਰੀਜ਼ ਹੋ ਜਾਣਾ ਜਦੋਂ, ਤਾਂ ਜਿਹੜੀ ਆਪਣੀ ਪੂਅਰ ਤੇ ਅੰਡਰ ਡਿਵੈਲਪ ਕੰਟਰੀਜ਼ ਨੇ ਉਹ ਜਿਹੜੀਆਂ ਆਪਣੀਆਂ ਡਿਵੈਲਪ ਕੰਟਰੀਜ਼ ਨੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਜਿਹੜੀਆਂ ਗੁੱਡਸ ਨੇ ਉਹ ਟਿਕ ਨਹੀਂ ਪਾਉਂਦੀਆਂ, ਡੰਪਿੰਗ ਦੀ ਸਿਚੁਏਸ਼ਨ ਆ ਜਾਂਦੀ ਹੈ ਜਦੋਂ ਬਹੁਤ ਚੀਪ ਜਿਹੜੀ ਹੈ ਪ੍ਰਾਈਸਿਸ ਤੇ ਕਿਸੇ ਵੀ ਚੀਜ਼ ਦਾ ਇੰਪੋਰਟ ਹੋਣ ਲੱਗ ਜਵੇ ਤਾਂ ਉੱਥੇ ਉਹ ਚੀਜ਼ ਨੂੰ ਕੀ ਕਰਕੇ ਸਟੋਰ ਕਰਕੇ ਰੱਖਣਾ ਸਟਾਰਟ ਕਰ ਦਿੰਦੇ ਨੇ। ਤੇ ਇੰਟਰਨੈਸ਼ਨਲ ਰਾਇਵਲਰੀ ਕਹਿੰਦੇ ਜਿਹੜੇ ਵਿਰੋਧੀ ਇੰਟਰਨੈਸ਼ਨਲ ਲੈਵਲ ਦੇ ਡਿਫਰੈਂਟ ਕੰਟਰੀਜ਼ ਇੱਕ ਦੂਜੇ ਦੇ ਵਿਰੋਧੀ ਬਣ ਜਾਂਦੀਆਂ ਨੇ, ਇਨਕਰੀਜ਼ ਇਨ ਪ੍ਰਾਈਸਿਸ ਕਹਿੰਦੇ ਪ੍ਰਾਈਸਿਸ ਦੇ ਵਿੱਚ ਡੋਮੈਸਟਿਕ ਪ੍ਰਾਈਸਿਸ ਦੇ ਵਿੱਚ ਇਨਕਰੀਜ਼ ਹੋ ਜਾਂਦਾ ਜਦੋਂ ਐਕਸਪੋਰਟ ਆਪਾਂ ਜ਼ਿਆਦਾ ਕਰਨ ਲੱਗ ਜਾਂਦੇ ਆ, ਤਾਂ ਕਹਿੰਦੇ ਜਿਹੜਾ ਆਪਣਾ ਡੋਮੈਸਟਿਕ ਡਿਮਾਂਡ ਹੈ ਉਹ ਸਪਲਾਈ ਤੋਂ ਬਚ ਜਾਂਦੀ ਆ, ਤੇ ਡੋਮੈਸਟਿਕ ਆਪਾਂ ਜਿਹੜਾ ਹੈ ਪ੍ਰੋਡਕਸ਼ਨ ਉਹ ਫੋਰਨ ਦੇ ਵਿੱਚ ਭੇਜਦੇ, ਜਿਹਦੇ ਕਰਕੇ ਡੋਮੈਸਟਿਕ ਜਿਹੜੀਆਂ ਗੁੱਡਸ ਨੇ ਉਹਨਾਂ ਦੀ ਪ੍ਰਾਈਸਿਸ ਹਾਈ ਹੋ ਜਾਂਦੀ ਆ। ਹਾਰਮਫੁਲ ਇੰਪੋਰਟਸ ਕਹਿੰਦੇ ਕਈ ਜਿਹੜੀਆਂ ਕੰਟਰੀਜ਼ ਨੇ ਜਿਵੇਂ ਕਿ ਵਿਪਨਸ ਹੋ ਗਿਆ ਜਾਂ ਹੈਲਥ ਜਿਹੜੀਆਂ ਉਹ ਗੁੱਡਸ ਨੇ ਉਹਨਾਂ ਨੂੰ ਇੰਪੋਰਟ ਕੀਤਾ ਜਾਂਦਾ ਜਿਹਨਾਂ ਦੇ ਥਰੂ ਸਾਡੀ ਹੈਲਥ ਐਫੀਸ਼ੀਐਂਸੀ ਤੇ ਕਰੈਕਟਰ ਆਫ ਦ ਪੀਪਲਸ ਤੇ ਅਫੈਕਟ ਪੈਂਦਾ ਹੈ। ਡਿਪੈਂਡੈਂਸ ਕਹਿੰਦੇ ਕੀ ਆ ਡਿਫਰੈਂਟ ਕੰਟਰੀਜ਼ ਦੀ ਇੰਪੋਰਟ ਦੇ ਥਰੂ ਕੀ ਵਧਦੀ ਹੈ, ਡਿਪੈਂਡੈਂਸ ਵਧਦੀ ਹੈ ਕਿਉਂਕਿ ਕੰਟਰੀਜ਼ ਕੀ ਕਰਦੀਆਂ ਨੇ ਦੂਸਰੀ ਕੰਟਰੀਜ਼ ਤੇ ਡਿਪੈਂਡ ਹੁੰਦੀਆਂ ਨੇ ਤਦੋਂ ਆਪਣੇ ਆਪ ਨੂੰ ਮੋਟੀਵੇਟ ਨਹੀਂ ਕਰਦੀਆਂ, ਜਿਵੇਂ ਕਿ ਵਾਰ ਦਾ ਜਿਹੜਾ ਸਮਾਨ ਹੈ ਉਹ ਦੂਸਰੀਆਂ ਕੰਟਰੀਜ਼ ਤੋਂ ਮੰਗਵਾਇਆ ਜਾਂਦਾ ਨਾ ਕਿ ਖੁਦ ਬਣਾਇਆ ਜਾਂਦਾ ਹੈ। ਲਾਸ ਆਫ ਐਗਰੀਕਲਚਰਲ ਕੰਟਰੀਜ਼ ਕਹਿੰਦੇ ਐਗਰੀਕਲਚਰ ਸੈਕਟਰਸ ਦੇ ਵਿੱਚੋਂ ਜਿਹੜਾ ਰॉ ਮਟੀਰੀਅਲ ਹੈ ਜ਼ਿਆਦਾ ਬਾਹਰ ਵੇਚ ਜਾਂਦਾ ਹੈ, ਰॉ ਮਟੀਰੀਅਲ ਨੂੰ ਬਾਹਰ ਵੇਚ ਕੇ ਤੋਂ ਫਾਈਨਲ ਗੁੱਡਸ ਨੇ ਜਿਹੜੀਆਂ ਇੰਪੋਰਟ ਕੀਤੀ ਜਾਂਦੀਆਂ ਨੇ ਜਿਹਦੇ ਥਰੂ ਕਹਿੰਦੇ ਐਗਰੀਕਲਚਰ ਸੈਕਟਰ ਨੂੰ ਲਾਸ ਹੁੰਦਾ ਹੈ। ਓਵਰ ਪ੍ਰੋਡਕਸ਼ਨਸ ਕਹਿੰਦੇ ਜਿਹੜੀ ਓਵਰ ਪ੍ਰੋਡਕਸ਼ਨ ਹੈ ਅਗਰ ਕਹਿੰਦੇ ਫੋਰਨ ਕੰਟਰੀਜ਼ ਦੇ ਦੁਆਰਾ ਸਾਡੇ ਪ੍ਰੋਡਕਟਸ ਦਾ ਇੰਪੋਰਟ ਘੱਟ ਜਾਵੇ ਤਾਂ ਜਿਹੜੀ ਓਵਰ ਪ੍ਰੋਡਕਸ਼ਨ ਹੈ ਉਹਦੀ ਸਿਚੁਏਸ਼ਨ ਹੈ ਜਿਹੜੀ ਉਹ ਆ ਜਾਂਦੀ ਹੈ, ਮਤਲਬ ਸਾਡੇ ਜਿਹੜੇ ਪ੍ਰੋਡਕਟਸ ਨੇ ਉਹਦੀ ਸਪਲਾਈ ਜਦੋਂ ਦੀ ਡਿਮਾਂਡ ਘੱਟ ਹੋ ਜਾਂਦੀ ਹੈ ਫੋਰਨ ਦੇ ਵਿੱਚ। ਲੂਪ ਸਾਈਡਡ ਡਿਵੈਲਪਮੈਂਟ ਕਹਿੰਦੇ ਸਿਰਫ ਕਹਿੰਦੇ ਉਹੀ ਐਂਟਰਪ੍ਰੈਨਿਓਰਸ ਤੇ ਉਹੀ ਪੀਪਲ ਇੰਜੋਏ ਕਰਦੇ ਨੇ ਜਿਨ੍ਹਾਂ ਦੀ ਡਿਮਾਂਡ ਜਿਸ ਪ੍ਰੋਡਕਟ ਦੀ ਡਿਮਾਂਡ ਜ਼ਿਆਦਾ ਹੁੰਦੀ ਆ, ਉਸ ਪ੍ਰੋਡਕਟ ਨਾਲ ਰਿਲੇਟਡ ਜਿਹੜੀਆਂ ਆਪਣੀਆਂ ਫੈਕਟਰੀਜ਼ ਨੇ ਉਹੀ ਜ਼ਿਆਦਾ ਲੱਗਣਗੀਆਂ ਤੇ ਬਾਕੀ ਜਿਹੜੀਆਂ ਗੁੱਡਸ ਨਾਲ ਰਿਲੇਟਡ ਫੈਕਟਰੀਜ਼ ਨੇ ਉਹ ਘੱਟ ਲੱਗਣਗੀਆਂ ਜਿਨ੍ਹਾਂ ਦੇ ਥਰੂ ਅਦਰ ਜਿਹੜੇ ਪ੍ਰੋਡਕਟਸ ਨੇ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਉਹ ਕੀ ਹੋ ਜਾਏਗੀ, ਘੱਟ ਜਾਏਗੀ। ਨੈਕਸਟ ਇਜ਼ ਦਾ ਇਫੈਕਟ ਆਫ ਇਕਨੋਮਿਕ ਈਵਲਸ, ਜਿਹੜੀਆਂ ਆਪਣੀਆਂ ਇਕਨੋਮਿਕ ਈਵਲਸ ਨੇ ਉਹ ਜਿਹੜੇ ਨੇ ਉਹ ਇਨਕਰੀਜ਼ ਹੋ ਜਾਣਗੇ, ਕ੍ਰਾਈਸਿਸ ਵਗੈਰਾ ਇਨਕਰੀਜ਼ ਹੋ ਜਾਣਗੇ। ਸਪੈਸ਼ਲਾਈਜੇਸ਼ਨ ਈਵਲ ਐਂਡ ਹਾਰਮਫੁਲ ਟੂ ਅੰਡਰ ਡਿਵੈਲਪ ਕੰਟਰੀਜ਼ ਕਹਿੰਦੇ ਇਹ ਜਿਹੜੀਆਂ ਅੰਡਰ ਡਿਵੈਲਪ ਕੰਟਰੀਜ਼ ਨੇ ਅਲਪ ਵਿਕਸਿਤ ਦੇਸ਼ ਨੇ ਉਹਨਾਂ ਦੇ ਲਈ ਜਿਹੜੀ ਇੰਟਰਨੈਸ਼ਨਲ ਟ੍ਰੇਡ ਹੈ ਇਹ ਹਾਰਮਫੁਲ ਹੈ ਕਿਉਂਕਿ ਜਿਹੜੀ ਟਰਮਸ ਆਫ ਟ੍ਰੇਡ ਹੈ ਇਨਵਿਜ਼ੂਅਲ ਗੁੱਡਸ ਦੀ ਟ੍ਰੇਡ ਹੈ, ਐਕਸਪੋਰਟ ਇੰਪੋਰਟ ਦੇ ਵਿੱਚ ਟ੍ਰੇਡ ਹੈ ਕਹਿੰਦੇ ਉਹ ਅਨਫੇਵਰੇਬਲ ਹੋ ਜਾਏਗੀ, ਐਕਸਪੋਰਟਸ ਘੱਟ ਜਾਣਗੇ ਇੰਪੋਰਟਸ ਇਨਕਰੀਜ਼ ਹੋ ਜਾਣਗੇ ਜਿਹਦੇ ਥਰੂ ਆਪਣੀ ਇਕਨੋਮੀ ਕੀ ਹੋ ਜਾਏਗੀ, ਬੈਕਵਰਡ ਹੋ ਜਾਏਗੀ। ਤੇ ਉਸ ਤੋਂ ਬਾਅਦ ਹੈ ਟਾਈਪਸ ਆਫ ਫਲੋਜ਼ ਇਨ ਐਨ ਓਪਨ ਇਕਨੋਮੀ ਕਹਿੰਦੇ ਜਿਵੇਂ ਕਿ ਕੇਨਸ ਨੇ ਬੋਲਿਆ ਸੀ, ਮੈਂ ਹੁਣ ਤੁਹਾਨੂੰ ਦੱਸ ਦਿੱਤਾ ਕਿ ਵਾਟ ਇਜ਼ ਇੰਟਰਨੈਸ਼ਨਲ ਟ੍ਰੇਡ ਤੇ ਕੀ ਇਫੈਕਟ ਪੈ ਸਕਦੇ ਨੇ ਤੇ ਇਹਦੇ ਕੀ ਐਡਵਾਂਟੇਜ ਨੇ ਕੀ ਡਿਸਐਡਵਾਂਟੇਜ ਨੇ। ਤਾਂ ਹੁਣ ਕੇਨਸ ਦੇ ਥਰੂ ਕਹਿੰਦੇ ਜਿਹੜੀ ਐਗਰੀਗੇਟ ਡਿਮਾਂਡ ਹੈ ਇਹ ਐਕਸਟਰਨਲ ਸੈਕਟਰ ਤੇ ਵੀ ਡਿਪੈਂਡ ਕਰਦੀ ਹੈ, ਇਹ 4 ਸੈਕਟਰਸ ਤੇ ਡਿਪੈਂਡ ਕਰਦੀ ਹੈ। ਫਸਟ ਇਜ਼ ਦਾ ਹਾਊਸਹੋਲਡ ਸੈਕਟਰ, ਸੈਕੰਡ ਇਜ਼ ਦਾ ਪ੍ਰੋਡਿਊਸਰ ਸੈਕਟਰ, ਥਰਡ ਇਜ਼ ਦਾ government sector and fourth is the external sector। external sector is the international trade ਕਹਿੰਦੇ ਇਸ ਤੇ ਵੀ ਜਿਹੜੀ ਆਪਣੀ ਐਗਰੀਗੇਟ ਡਿਮਾਂਡ ਹੈ ਡਿਪੈਂਡ ਕਰਦੀ ਹੈ। ਤੇ ਕੇਨਸ ਨੇ ਬੋਲਿਆ ਸੀਗਾ ਕਿ ਇਕੁਇਲਿਬਰੀਅਮ ਆਊਟਪੁੱਟ ਤੇ ਜਿਹੜੀ ਆਪਣੀ ਇੰਪਲੋਇਮੈਂਟ ਹੈ ਉਹ ਕਿੱਥੇ ਹੋਏਗੀ, ਇਕੁਇਲਿਬਰੀਅਮ ਜੀਡੀਪੀ ਕਿੱਥੇ ਹੋਏਗੀ ਜਿੱਥੇ ਐਗਰੀਗੇਟ ਡਿਮਾਂਡ ਇਕੁਅਲ ਟੂ ਐਗਰੀਗੇਟ ਸਪਲਾਈ ਹੋਏਗਾ। ਤਾਂ ਕਹਿੰਦੀ ਜਿਹੜੀ ਆਪਣੀ ਐਕਸਟਰਨਲ ਸੈਕਟਰ ਹੈ ਉਹ ਐਗਰੀਗੇਟ ਡਿਮਾਂਡ ਨੂੰ ਕਿੱਦਾਂ डिक्रीज इंक्रीज करेगा अपन ने वो देखना है। सब तो पहला केन्स ने बोले है कि ਜਿਹੜੀ ਆਪਣੀ डिफरेंस बिटवीन ग्रॉस डोमेस्टिक प्रोडक्ट एंड ग्रॉस नैशनल प्रोडक्ट ਕਹਿੰਦੇ ग्रॉस डोमेस्टिक प्रोडक्ट ਤੇ ਜਿਹੜੀ ग्रॉस नैशनल प्रोडक्ट ਹੈ ਉਹਦੇ ਵਿੱਚ ਕੀ ਹੁੰਦਾ ਡਿਫਰੈਂਸ ਹੁੰਦਾ। ਹੁਣ ਦੇਖੋ ग्रॉस डोमेस्टिक प्रोडक्ट डोमेस्टिक मैं ਤੁਹਾਨੂੰ ਪਹਿਲਾਂ ਹੀ ਦੱਸਤਾ ਕਿ व्हाट इज डोमेस्टिक प्रोडक्ट डोमेस्टिक ट्रेड एंड व्हाट इज नैशनल विद इंटरनेशनल ट्रेड। ठीक है ਤਾਂ ਦੇਖੋ ਇੱਥੇ ਨੇਸ਼ਨ ਦੀ ਤੇ ਡੋਮੈਸਟਿਕ ਗੱਲ ਕੀਤੀ ਗਈ ਹੈ। ਨੇਸ਼ਨ ਦਾ ਮਤਲਬ ਕੀ ਹੈ ਕਿ ਜਿਹਦੇ ਵਿੱਚ ਡੋਮੈਸਟਿਕ ਪਲੱਸ ਜਿਹੜੀ ਇਨਕਮ ਫਰੋਮ ਅਬਰੋਡ ਹੈ ਉਹ ਕੀ ਹੁੰਦੀ ਹੈ ਸ਼ਾਮਿਲ ਹੁੰਦੀ ਹੈ। ਐਂਡ ਗ੍ਰੋਸ ਡੋਮੈਸਟਿਕ ਪ੍ਰੋਡਕਟ ਜਿਹਦੇ ਵਿੱਚ ਟੋਟਲ ਪ੍ਰੋਡਕਸ਼ਨ ਦੇਖੀ ਜਾਂਦੀ ਹੈ ਡੋਮੈਸਟਿਕ ਕੰਟਰੀ ਦੀ, ਕੰਟਰੀ ਦੀਆਂ ਜਿਹੜੀਆਂ ਟੈਰੀਟਰੀ ਬਾਉਂਡਰੀਜ਼ ਨੇ ਉਹਦੇ ਅੰਡਰ। ਤਾਂ ਗ੍ਰੋਸ ਡੋਮੈਸਟਿਕ ਪ੍ਰੋਡਕਟ ਕੀ ਹੋਏਗੀ ਜਦੋਂ ਕਹਿੰਦੇ ਇੱਕ ਜਿਹੜੀ ਆਪਣੀ ਕੰਟਰੀ ਹੈ ਉਹਦੇ ਅੰਦਰ ਜਿਹੜੇ ਗ੍ਰੋਸ ਜਿਹੜੇ ਆਪਣੀ ਗੁड्स एंड सर्विसेज ਦੀ ਪ੍ਰੋਡਕਸ਼ਨ ਹੈ ਜਿੰਨੀ ਵੀ ਟੈਰੀਟਰੀ ਦੇ ਅੰਡਰ ਇੱਕ ਬਾਉਂਡਰੀ ਦੇ ਅੰਡਰ ਜਿੰਨੀ ਵੀ ਪ੍ਰੋਡਕਸ਼ਨ ਹੋ ਰਹੀ ਹੈ ਤਾਂ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਦੇ ਵਿੱਚ ਉਹ ਆਏਗੀ।
ठीक है, इंटरनल प्रोडक्शन आएगी। एंड ग्रॉस नैशनल प्रोडक्ट कहते ਇਹਦੇ ਵਿੱਚ ਕੀ ਆਏਗਾ, ਇੱਕ ਤਾਂ ਆਪਣੀ ਗ੍ਰੋਸ ਡੋਮੈਸਟਿਕ ਪ੍ਰੋਡਕਟ ਆਏਗੀ ਜੋ ਵੀ ਘਰੇਲੂ ਇਨਕਮ ਹੈ, ਘਰੇਲੂ ਪ੍ਰੋਡਕਸ਼ਨ ਹੈ ਆਪਣੀ, ਪਲੱਸ ਇਨਕਮ ਫਰੋਮ ਅਬਰੋਡ ਕਿ ਇਹ ਅਬਰੋਡ ਤੋਂ ਸਾਨੂੰ ਕਿੰਨੀ ਇਨਕਮ ਹੈ ਜਿਹੜੀ ਮਿਲ ਰਹੀ ਹੈ, ਮਤਲਬ ਜਿਹੜੀ ਇੰਟਰਨੈਸ਼ਨਲ ਟ੍ਰੇਡ ਹੋ ਰਹੀ ਹੈ ਜਿਹੜੀ ਸਾਨੂੰ ਉਹਦੇ ਥਰੂ ਸਾਨੂੰ ਕਿੰਨੀਆਂ ਰਿਸਿਪਟਸ ਨੇ, ਕਿੰਨੀ ਸਾਡੀ ਇਨਕਮ ਜਨਰੇਟ ਹੋ ਰਹੀ ਹੈ, ਦੈਟ ਇਜ਼ ਅ ਜਦੋਂ ਉਹਨੂੰ ਆਪਾਂ ਜੀਡੀਪੀ ਦੇ ਵਿੱਚ ਐਡ ਕਰਾਂਗੇ ਤਾਂ ਦੈਟ ਇਜ਼ ਅ ਗ੍ਰੋਸ ਨੈਸ਼ਨਲ ਪ੍ਰੋਡਕਟਸ। ਇਹਦੇ ਵਿੱਚ ਕੀ ਹੈ, ਜਿੰਨੇ ਵੀ ਕਹਿੰਦੇ ਆਪਣੇ ਨॉन ਰੈਜ਼ੀਡੈਂਟਲਸ ਨੇ ਜੋ ਦੂਸਰੇ ਕੰਟਰੀਜ਼ ਦੇ ਵਿੱਚ ਰਹਿ ਰਹੇ ਨੇ ਤੇ ਪੈਸਾ ਇਨਵੈਸਟ ਕਰ ਰਹੇ ਨੇ ਤਾਂ ਉਹ ਇਨਕਮ ਦਾ ਪਲੱਸ ਕੀਤਾ ਜਾਂਦਾ ਹੈ। ਤਾਂ ਜੀਐਨਪੀ ਇਜ਼ ਦਾ ਗ੍ਰੋਸ ਨੈਸ਼ਨਲ ਪ੍ਰੋਡਕਟਸ, ਜਿਹਨੂੰ ਕਹਿੰਦੇ ਕਿੱਦਾਂ ਕਰ ਸਕਦੇ ਇਜ਼ ਇਕੁਅਲ ਟੂ ਜੀਡੀਪੀ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ, ਆਪਣੀ ਕੰਟਰੀ ਦੀ ਘਰੇਲੂ ਆਮਦਨ ਜੋ ਆਪਣੀ ਕੰਟਰੀ ਜਨਰੇਟ ਕਰ ਰਹੀ ਹੈ ਡੋਮੈਸਟਿਕ ਬੇਸਿਸ ਤੇ, ਐਂਡ ਨੈਟ ਫੋਰਨ ਇਨਕਮ ਫਰੋਮ ਅਬਰੋਡ, ਕਹਿੰਦੇ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਜੋ ਵੀ ਕਹਿੰਦੇ ਆਪਾਂ ਨੂੰ ਸ਼ੁੱਧ ਕਹਿੰਦੇ ਇਨਕਮ ਮਿਲ ਰਹੀ ਆ ਫਰੋਮ ਅਬਰੋਡ ਤੋਂ। ਤਾਂ ਇਹਦੇ ਵਿੱਚ ਰੈਜ਼ੀਡੈਂਟਲ ਐਂਡ ਨॉन ਰੈਜ਼ੀਡੈਂਟਲ ਜਿਹੜੀ ਇਨਕਮ ਅਬਰੋਡ ਦੇ ਵਿੱਚ ਰਹਿੰਦੇ ਨੇ ਉਹਦੀ ਇਨਕਮ ਨੂੰ ਮਾਈਨਸ ਕੀਤਾ ਜਾਂਦਾ ਹੈ, ਜਿਵੇਂ ਕਿ ਐਕਸਪੋਰਟਸ ਮਾਈਨਸ ਇੰਪੋਰਟਸ, ਰਿਸਿਪਟਸ ਮਾਈਨਸ ਜਦੋਂ ਪੇਮੈਂਟ ਕਰਾਂਗੇ ਤਾਂ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ ਤੋਂ ਸਾਡੀ ਕੀ ਹੋ ਜਾਏਗੀ, ਕੈਲਕੂਲੇਟ ਹੋ ਜਾਏਗੀ, ਜਿਹਨੂੰ ਆਪਾਂ ਜੀਡੀਪੀ ਦੇ ਵਿੱਚ ਜਦੋਂ ਪਲੱਸ ਕਰਾਂਗੇ ਸਾਡੀ ਜਿਹੜੀ ਗ੍ਰੋਸ ਨੈਸ਼ਨਲ ਪ੍ਰੋਡਕਟ ਹੈ ਉਹ ਸਾਨੂੰ ਦਿਖ ਜਾਏਗੀ। ਜਦ ਤੱਕ ਕਹਿੰਦੇ ਆਪਣਾ ਜਿਹੜੀ ਹੈ ਜੀਐਨਪੀ ਨੂੰ ਦੇਖਣ ਦੇ ਲਈ ਗ੍ਰੋਸ ਜਿਹੜੀ ਆਪਣੀ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਹੈ ਉਹਨੂੰ ਦੇਖਣਾ ਕੀ ਹੈ ਜ਼ਰੂਰੀ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਨੈਟ ਇਨਕਮ ਫਰੋਮ ਅਬਰੋਡ ਆ, ਜਿਹੜੀ ਆਪਣੀ ਇੰਟਰਨੈਸ਼ਨਲ ਟ੍ਰੇਡ ਹੈ ਇਹ ਟੂ ਟਾਈਪਸ ਦੀ ਹੁੰਦੀ ਹੈ। ਇੰਟਰਨੈਸ਼ਨਲ ਟ੍ਰੇਡ ਤਾਂ ਇਹ ਟੂ ਟਾਈਪਸ ਦੀ ਟ੍ਰੇਡ ਦੇਖਦੇ ਕਿ ਇੰਟਰਨੈਸ਼ਨਲ ਟ੍ਰੇਡ ਕੀ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਜਿਹੜੀ ਹੁੰਦੀ ਫਸਟ ਇਜ਼ ਦਾ ਇੰਟਰਨੈਸ਼ਨਲ ਟ੍ਰੇਡ ਹੋ ਗਿਆ, ਸੈਕੰਡ ਇਜ਼ ਦਾ ਇੰਟਰਨੈਸ਼ਨਲ ਟ੍ਰੇਡ ਤੇ ਐਕਸਟਰਨਲ ਟ੍ਰੇਡ ਜਿਹਨੂੰ ਆਪਾਂ ਬੋਲਦੇ ਹਾਂ, ਠੀਕ ਹੈ, ਨੈਸ਼ਨਲ ਟ੍ਰੇਡ ਤੇ ਇੰਟਰਨੈਸ਼ਨਲ ਟ੍ਰੇਡ ਐਂਡ ਐਕਸਟਰਨਲ ਟ੍ਰੇਡ। ਤਾਂ ਜਿਹੜੀ ਆਪਣੀ ਟ੍ਰੇਡ ਹੁੰਦੀ ਹੈ ਇਹ ਟੂ ਟਾਈਪਸ ਦੀ ਹੁੰਦੀ ਹੈ, ਇੱਕ ਤਾਂ ਬੈਲੈਂਸ ਆਫ ਟ੍ਰੇਡ ਹੁੰਦਾ, ਇੱਕ ਹੁੰਦਾ ਬੈਲੈਂਸ ਆਫ ਪੇਮੈਂਟਸ, ਠੀਕ ਹੈ। ਬੈਲੈਂਸ ਆਫ ਟ੍ਰੇਡ ਨੂੰ ਆਪਾਂ ਕੀ ਲਿਖਾਂਗੇ, बैलेंस ऑफ ट्रेड एंड बैलेंस ऑफ पेमेंट्स ਨੂੰ ਆਪਾਂ ਕੀ ਲਿਖਾਂਗੇ BOP। ਤਾਂ what is the difference between balance of trade and balance of payment? ਸਭ ਤੋਂ ਪਹਿਲਾਂ ਦੇਖੋ balance of trade ਕੀ ਹੁੰਦਾ ਹੈ। balance of trade ਕੀ ਹੁੰਦਾ ਹੈ, ਕਹਿੰਦੇ it is already explained, ਕਹਿੰਦੇ ਇਹਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਜਿਵੇਂ ਕਿ ਤੁਹਾਨੂੰ there are two main components ਕਹਿੰਦੇ international trade ਦੇ, first is the balance of trade and second is the balance of payments। balance of trade is a difference between the value of total imports and total exports of visible material goods। ਕਹਿੰਦੇ ਜਦੋਂ ਮਟੀਰੀਅਲ ਗੁੱਡਸ ਤੇ ਮਟੀਰੀਅਲ ਗੁੱਡਸ ਮੀਨਸ ਵਿਜ਼ੀਬਲ ਗੁੱਡਸ ਕਿਹਨਾਂ ਨੂੰ ਆਪਾਂ ਛੂ ਸਕਦੇ ਹਾਂ, ਜਿਹਨਾਂ ਨੂੰ ਆਪਾਂ ਦੇਖ ਸਕਦੇ ਹਾਂ। ਜਦੋਂ ਆਪਾਂ ਵਿਜ਼ੀਬਲ ਗੁੱਡਸ ਤੇ ਐਕਸਪੋਰਟ ਇੰਪੋਰਟ ਦੀ ਗੱਲ ਕਰਦੇ ਹਾਂ ਦੈਟ ਇਜ਼ ਦਾ ਬੈਲੈਂਸ ਆਫ ਟ੍ਰੇਡ। ਜਦੋਂ ਕਹਿੰਦੇ ਆਪਾਂ ਜਿਹੜੇ ਵਿਜ਼ੀਬਲ ਗੁੱਡਸ ਨੇ ਉਹਨਾਂ ਨੂੰ ਐਕਸਪੋਰਟ ਕਰਾਂਗੇ ਤੇ ਇੰਪੋਰਟ ਕਰਾਂਗੇ ਉਹਨਾਂ ਦੇ ਡਿਫਰੈਂਸ ਨੂੰ ਕੀ ਕਰਦੇ ਆ, ਬੈਲੈਂਸ ਆਫ ਟ੍ਰੇਡ ਕਹਿੰਦੇ ਆ। ਤਾਂ ਬੈਲੈਂਸ ਆਫ ਟ੍ਰੇਡ ਕੀ ਹੋਏਗਾ, ਇਜ਼ ਇਕੁਅਲ ਟੂ ਐਕਸਪੋਰਟ ਆਫ ਵਿਜ਼ੀਬਲ ਗੁੱਡਸ ਮਾਈਨਸ ਇੰਪੋਰਟ ਆਫ ਵਿਜ਼ੀਬਲ ਗੁੱਡਸ। ਉਹ ਗੁੱਡਸ ਜਿਨ੍ਹਾਂ ਨੂੰ ਆਪਾਂ ਸ਼ੂ ਤੇ ਦੇਖ ਸਕਦੇ ਹਾਂ, ਜਿਵੇਂ ਕਿ ਹੋ ਗਿਆ ਆਪਣਾ ਕੋਈ ਵੀ ਵਾਚ ਹੋ ਗਈ, ਫੋਨ ਹੋ ਗਿਆ, ਫਰਨੀਚਰ ਹੋ ਗਿਆ, ਠੀਕ ਹੈ, ਗੋਲਡ ਹੋ ਗਿਆ, ਸਿਲਵਰ ਹੋ ਗਿਆ। ਜਦੋਂ ਆਪਾਂ ਉਹਨੂੰ ਐਕਸਪੋਰਟ ਕਰਦੇ ਹਾਂ ਤਾਂ ਦਿਸ ਇਜ਼ ਦਾ ਭੇਜਦੇ ਆ ਬਾਹਰ, ਦਿਸ ਇਜ਼ ਦਾ ਐਕਸਪੋਰਟ, ਤੇ ਜੋ ਚੀਜ਼ਾਂ ਬਾਹਰ ਤੋਂ ਮੰਗਵਾਉਂਦੇ ਆ ਦਿਸ ਇਜ਼ ਦਾ ਇੰਪੋਰਟ। ਜਦੋਂ ਐਕਸਪੋਰਟ ਮਾਈਨਸ ਇੰਪੋਰਟ ਕਰਾਂਗੇ ਓਨਲੀ ਵਿਜ਼ੀਬਲ ਗੁੱਡਸ ਦਾ ਦੈਟ ਇਜ਼ ਕਾਲਡ ਬੈਲੈਂਸ ਆਫ ਟ੍ਰੇਡ। The balance of trade is ਤੁਹਾਨੂੰ short ਵਿੱਚ question ਆ ਸਕਦਾ, what is the difference between balance of trade and balance of payments? The balance of trade export of visible items and minus import of visible items, ਠੀਕ ਹੈ। ਤਾਂ ਇਹਦੇ ਵਿੱਚ ਕੀ ਹੁੰਦਾ, balance of ਜਿਹੜਾ trade ਹੈ ਇਹ ਵੀ 3 types ਦਾ ਹੁੰਦਾ ਹੈ। First is the surplus or favorable balance of trade, second is the deficit or unfavorable balance of trade, and fourth is the equilibrium balance of trade। ਤਾਂ ਬੈਲੈਂਸ ਆਫ ਟ੍ਰੇਡ ਤਿੰਨ ਤਰ੍ਹਾਂ ਦਾ ਹੋ ਸਕਦਾ ਹੈ। ਜਦੋਂ ਸਾਡੀ ਇਕਨੋਮੀ ਜਿਹੜੀ ਹੈ ਡਿਫਰੈਂਟ, ਸਾਡੀ ਕੰਟਰੀ ਡਿਫਰੈਂਟ ਕੰਟਰੀਜ਼ ਦੇ ਨਾਲ ਟ੍ਰੇਡ ਕਰਦੀ ਹੈ, ਜਾਂ ਤਾਂ ਫੇਵਰੇਬਲ ਹੋ ਸਕਦਾ ਹੈ, ਸਰਪਲਸ ਦੇ ਵਿੱਚ ਹੋ ਸਕਦਾ, ਜਾਂ ਅਨਫੇਵਰੇਬਲ ਹੋ ਸਕਦਾ, ਡੈਫਿਸਿਟ ਦੇ ਵਿੱਚ ਹੋ ਸਕਦਾ, ਜਾਂ ਫਿਰ ਇਕੁਇਲਿਬ੍ਰੀਅਮ ਦੇ ਵਿੱਚ ਹੋ ਸਕਦਾ। ਤਾਂ ਫਸਟ ਇਜ਼ ਅ ਸਰਪਲਸ ਔਰ ਫੇਵਰੇਬਲ ਬੈਲੈਂਸ ਆਫ ਟ੍ਰੇਡ। ਜਦੋਂ ਕਹਿੰਦੇ ਇੰਪੋਰਟ ਤੇ ਐਕਸਪੋਰਟ ਦਾ ਜਿਹੜਾ ਡਿਫਰੈਂਸ ਹੈ ਉਹ ਜ਼ਿਆਦਾ ਹੋਵੇ, ਐਕਸਪੋਰਟ ਮਾਈਨਸ ਇੰਪੋਰਟ ਪੋਜ਼ਿਟਿਵ ਹੋਣ, ਮੀਨਸ ਐਕਸਪੋਰਟ ਗ੍ਰੇਟਰ ਦੈਨ ਇੰਪੋਰਟ। ਅਸੀਂ ਸਮਾਨ ਬਾਹਰ ਜ਼ਿਆਦਾ ਭੇਜੀਏ ਤੇ ਉਸਦੇ ਕੰਪੈਰੀਜ਼ਨ ਮੰਗਵਾਈਏ ਘੱਟ, ਤਾਂ ਬੈਲੈਂਸ ਆਫ ਟ੍ਰੇਡ ਕੀ ਹੁੰਦਾ,
ਫੇਵਰੇਬਲ ਹੁੰਦਾ ਸਰਪਲਸ ਦੇ ਵਿੱਚ ਹੁੰਦਾ, ਕਿਉਂਕਿ ਸਾਡੇ ਰਿਸਿਪਟਸ ਜ਼ਿਆਦਾ ਨੇ। ਜਦੋਂ ਅਸੀਂ ਐਕਸਪੋਰਟ ਭੇਜਦੇ ਹਾਂ ਤਾਂ ਐਕਸਪੋਰਟ ਭੇਜਣ ਦੇ ਨਾਲ ਜਿਹੜੀ ਬਾਹਰ ਦੀ ਇਨਕਮ ਹੈ ਉਹ ਸਾਡੀ ਗਿਣਤੀ ਦੇ ਵਿੱਚ ਜ਼ਿਆਦਾ ਆਉਂਦੀ ਹੈ, ਇਨਕਮ ਜ਼ਿਆਦਾ ਜਨਰੇਟ ਹੁੰਦੀ ਆ, ਤਾਂ ਰਿਸਿਪਟ ਸਾਡੇ ਜ਼ਿਆਦਾ। ਤੇ ਜਦੋਂ ਇੰਪੋਰਟ ਘੱਟ ਹੋਣ, ਮਤਲਬ ਜਿਹੜੀ ਸਾਡੀਆਂ ਪੇਮੈਂਟਸ ਨੇ, ਆਪਾਂ ਬਾਹਰੋਂ ਗੁੱਡਸ ਮੰਗਵਾਉਣ ਦੇ ਬਦਲੇ ਪੇਮੈਂਟਸ ਘੱਟ ਕਰਦੇ ਹਾਂ, ਸਾਡੀ ਪੇਮੈਂਟਸ ਘੱਟ ਹੁੰਦੀਆਂ ਨੇ ਇੰਪੋਰਟ ਘੱਟ ਹੋਣ ਤੇ, ਤਦ ਰਿਸਿਪਟਸ ਮਾਈਨਸ ਪੇਮੈਂਟਸ, ਰਿਸਿਪਟਸ ਜ਼ਿਆਦਾ ਪੇਮੈਂਟਸ ਘੱਟ ਮੀਨਸ ਐਕਸਪੋਰਟ ਜ਼ਿਆਦਾ ਇੰਪੋਰਟ ਘੱਟ, ਤਾਂ ਆਪਣਾ ਬੀ ਉਹ ਜਿਹੜਾ ਬੈਲੈਂਸ ਆਫ ਟ੍ਰੇਡ ਆਫ ਕੀ ਹੋਏਗਾ, ਫੇਵਰੇਬਲ ਹੋਏਗਾ, ਸਰਪਲਸ ਦੇ ਵਿੱਚ ਹੋਏਗਾ। ਠੀਕ ਹੈ। ਐਂਡ ਅਨਫੇਵਰੇਬਲ ਔਰ ਡੈਫਿਸਿਟ ਬੈਲੈਂਸ ਆਫ ਟ੍ਰੇਡ ਜਦੋਂ ਕਹਿੰਦੇ ਸਾਡੇ ਐਕਸਪੋਰਟ ਲੈਸ ਦੈਨ ਇੰਪੋਰਟ ਹੋਣ, ਮਤਲਬ ਐਕਸਪੋਰਟ ਘੱਟ ਹੋਣ ਲੇਕਿਨ ਇੰਪੋਰਟ ਜ਼ਿਆਦਾ ਹੋਣ, ਤਾਂ ਜਿਹੜਾ ਸਾਡਾ ਬੈਲੈਂਸ ਆਫ ਟ੍ਰੇਡ ਕੀ ਹੁੰਦਾ, ਡੈਫਿਸਿਟ ਦੇ ਵਿੱਚ ਹੁੰਦਾ, ਡੈਫਿਸਿਟ ਦੇ ਵਿੱਚ ਹੁੰਦਾ, ਅਨਫੇਵਰੇਬਲ ਹੁੰਦਾ। ਠੀਕ ਹੈ। ਤਦ ਇਹ ਤੀਸਰਾ ਇਕੁਇਲਿਬਰੀਅਮ ਬੈਲੈਂਸ ਆਫ ਟ੍ਰੇਡ। ਇਕੁਇਲਿਬਰੀਅਮ ਦੇ ਵਿੱਚ ਕੀ ਆਏਗਾ, ਜਦੋਂ ਕਹਿੰਦੇ ਸਾਡੇ ਐਕਸਪੋਰਟ ਤੇ ਇੰਪੋਰਟ ਕੀ ਆ, ਇਕੁਅਲ, ਜਿੰਨੀਆਂ ਅਸੀਂ ਗੁੱਡਸ ਬਾਹਰ ਭੇਜ ਰਹੇ ਉਨੀਆਂ ਗੁੱਡਸ ਅਸੀਂ ਬਾਹਰੋਂ ਕੀ ਕਰ ਰਹੇ ਹਾਂ, ਮੰਗਵਾ ਰਹੇ ਹਾਂ, ਤਦ ਬੈਲੈਂਸ ਆਫ ਸਾਡਾ ਟ੍ਰੇਡ ਕੀ ਆ, ਇਕੁਇਲਿਬਰੀਅਮ ਦੇ ਵਿੱਚ ਹੈ। ਐਂਡ ਉਸ ਤੋਂ ਬਾਅਦ ਬੈਲੈਂਸ ਆਫ ਟ੍ਰੇਡ ਕੀ ਹੈ, ਇਜ਼ ਅ ਟਰਮ ਆਫ ਬੈਲੈਂਸ ਆਫ ਪੇਮੈਂਟਸ। ਬੈਲੈਂਸ ਆਫ ਟ੍ਰੇਡ ਬੈਲੈਂਸ ਆਫ ਪੇਮੈਂਟ ਦੀ ਹੀ ਇੱਕ ਟਰਮ ਹੈ। ਠੀਕ ਹੈ। ਬੈਲੈਂਸ ਆਫ ਟ੍ਰੇਡ ਇਜ਼ ਅ ਨੈਰੋ ਟਰਮ ਐਂਡ ਬੈਲੈਂਸ ਆਫ ਪੇਮੈਂਟ ਇਜ਼ ਅ broad term। And next is a part of ਬੈਲੈਂਸ ਆਫ ਪੇਮੈਂਟਸ। ਬੈਲੈਂਸ ਆਫ ਪੇਮੈਂਟਸ ਦੇ ਕੀ ਜਿਹੜੇ ਨੇ ਪਾਰਟਸ ਨੇ, ਤਾਂ ਇੱਕ ਹੈ ਇਨਵਿਜ਼ੀਬਲ ਗੁੱਡਸ। ਇਨਵਿਜ਼ੀਬਲ ਗੁੱਡਸ ਆਉਂਦੀਆਂ ਨੇ ਬੈਲੈਂਸ ਆਫ ਪੇਮੈਂਟ ਦੇ ਵਿੱਚ। ਤਾਂ ਇਨਵਿਜ਼ੀਬਲ ਗੁੱਡਸ ਕੀ ਹੁੰਦੀਆਂ ਨੇ, ਇਨਵਿਜ਼ੀਬਲ ਗੁੱਡਸ ਜਿਨ੍ਹਾਂ ਨੂੰ ਛੂਹੇ ਅਤੇ ਦੇਖਿਆ ਨਹੀਂ ਜਾ ਸਕਦਾ, ਜਿਹਨਾਂ ਦੇ ਵਿੱਚ ਸਰਵਿਸਿਸ ਆਉਂਦੀਆਂ ਨੇ, ਤਾਂ ਸਰਵਿਸਿਸ ਕਿਹਦੇ ਵਿੱਚ ਆਉਣਗੇ, ਇਨਵਿਜ਼ੀਬਲ ਗੁੱਡਸ ਦੇ ਵਿੱਚ ਆਉਣਗੀਆਂ। ਠੀਕ ਹੈ। ਇਹਦੇ ਵਿੱਚ ਡਿਫਰੈਂਟ ਟਾਈਪਸ ਆਫ ਸਰਵਿਸਿਸ ਹੁੰਦੀਆਂ ਨੇ। ਉਸ ਤੋਂ ਇਲਾਵਾ ਕਰੰਟ ਐਂਡ ਕੈਪੀਟਲ ਅਕਾਊਂਟ, ਕਹਿੰਦੇ ਬੀਓਪੀ ਦੇ ਵਿੱਚ ਕੀ ਹੁੰਦਾ, ਬੈਲੈਂਸ ਆਫ ਟ੍ਰੇਡ ਦੇ ਵਿੱਚ ਕਹਿੰਦੇ ਇੱਕ ਤਾਂ ਹੁੰਦਾ ਕਰੰਟ ਅਕਾਊਂਟ, ਇੱਕ ਹੁੰਦਾ ਕੈਪੀਟਲ ਅਕਾਊਂਟ, ਇੱਕ ਹੁੰਦਾ ਓਵਰਆਲ ਬੈਲੈਂਸ ਆਫ ਪੇਮੈਂਟ। ਫਰਸਟ ਇਜ਼ ਦਾ ਕਰੰਟ ਅਕਾਊਂਟ। ਕਰੰਟ ਅਕਾਊਂਟ ਕੀ ਹੁੰਦਾ, ਕਰੰਟ ਅਕਾਊਂਟ ਹੁੰਦਾ balance of payments on current account is a statement of actual receipts and payments in the short period. It includes the value of import and export of both visible and invisible। ਜਿਵੇਂ ਕਿ ਟ੍ਰੇਡ ਦੇ ਵਿੱਚ ਬੈਲੈਂਸ ਆਫ ਟ੍ਰੇਡ ਦੇ ਵਿੱਚ ਸਿਰਫ ਵਿਜ਼ੀਬਲ ਗੁੱਡਸ ਹੁੰਦੀਆਂ ਨੇ, ਤੇ ਵਿਜ਼ੀਬਲ ਦੇ ਵਿੱਚ ਪਲੱਸ ਆਪਾਂ ਇਨਵਿਜ਼ੀਬਲ ਗੁੱਡਸ ਕਰਾਂਗੇ, ਦੈਟ ਇਜ਼ ਕਾਲਡ ਕਰੰਟ ਅਕਾਊਂਟਸ। ਕਹਿੰਦੇ ਵਿਜ਼ੀਬਲ ਤੇ ਇਨਵਿਜ਼ੀਬਲ ਗੁੱਡਸ, ਤੁਸੀਂ ਦੋਏ ਤਰ੍ਹਾਂ ਦੇ ਗੁੱਡਸ ਨੂੰ ਲਵਾਂਗੇ, ਗੁੱਡਸ ਪਲੱਸ ਇਨਵਿਜ਼ੀਬਲ ਗੁੱਡਸ ਮੀਨਸ ਸਰਵਿਸਿਸ, ਗੁੱਡਸ ਦੇ ਨਾਲ ਨਾਲ ਸਰਵਿਸਿਸ ਤੇ ਐਕਸਪੋਰਟ ਇੰਪੋਰਟ ਨੂੰ ਵੀ ਲਵਾਂਗੇ, ਦੈਟ ਇਜ਼ ਕਾਲਡ ਕਰੰਟ ਅਕਾਊਂਟ। ਠੀਕ ਹੈ। The current account transactions are called account by the actual transaction because all items included in its are actually transactors। ਜਿਵੇਂ ਕਿ balance of payments on current account ਦੇ ਕੀ ਆ ਜਾਏਗਾ, visible plus invisible export minus visible plus invisible import। ਜਦੋਂ ਅਸੀਂ ਇਨਵਿਜ਼ੀਬਲ ਤੇ ਵਿਜ਼ੀਬਲ ਦੋਹੇ ਐਕਸਪੋਰਟਸ ਨੂੰ ਲਵਾਂਗੇ ਤੇ ਵਿਜ਼ੀਬਲ ਤੇ ਇਨਵਿਜ਼ੀਬਲ ਦੋਹੇ ਇੰਪੋਰਟ ਨੂੰ ਮਾਈਨਸ ਕਰਾਂਗੇ ਐਕਸਪੋਰਟ ਦੇ ਵਿੱਚੋਂ, ਜੋ ਸਾਡੇ ਕੋਲ ਬਚ ਜਾਏਗਾ ਦੈਟ ਇਜ਼ ਅ ਕਰੰਟ ਅਕਾਊਂਟ। ਠੀਕ ਹੈ। ਬੈਲੈਂਸ ਆਫ ਪੇਮੈਂਟਸ ਇਨ ਕਰੰਟ ਅਕਾਊਂਟ। ਨੈਕਸਟ ਇਜ਼ ਅ ਬੈਲੈਂਸ ਆਫ ਪੇਮੈਂਟਸ ਇਨ ਕੈਪੀਟਲ ਅਕਾਊਂਟ। ਤਾਂ ਕੈਪੀਟਲ ਅਕਾਊਂਟ ਦੇ ਵਿੱਚ ਕੀ ਹੁੰਦਾ, ਜਿਹੜਾ ਬੈਲੈਂਸ ਆਫ ਪੇਮੈਂਟ ਆ ਕਰੰਟ ਅਕਾਊਂਟ ਤੇ ਉਹ ਮੇ ਬੀ ਬੋਥ ਬੈਲੈਂਸ ਐਂਡ ਅਨਬੈਲੈਂਸ, ਬੈਲੈਂਸ ਤੇ ਅਨਬੈਲੈਂਸ ਦੋਨਾਂ ਦੇ ਵਿੱਚ ਹੋ ਸਕਦਾ। ਮਤਲਬ ਗੁੱਡਸ ਐਂਡ ਸਰਵਿਸਿਜ਼ ਦੇ ਜਿਹੜੇ ਐਕਸਪੋਰਟ ਨੇ ਉਹ ਗ੍ਰੇਟਰ ਦੈਨ ਇੰਪੋਰਟ ਵੀ ਹੋ ਸਕਦੇ ਨੇ, ਤੇ ਗੁੱਡਸ ਐਂਡ ਸਰਵਿਸਿਜ਼ ਦੇ ਜਿਹੜੇ ਐਕਸਪੋਰਟ ਨੇ ਉਹ ਲੈਸ ਦੈਨ ਇੰਪੋਰਟ ਵੀ ਹੋ ਸਕਦੇ ਨੇ। ਠੀਕ ਹੈ। ਜਿਹੜੇ ਹੈ ਫੇਵਰ ਤੇ ਅਨਫੇਵਰਲ ਦੋਨੇ ਹੋ ਸਕਦੇ ਨੇ ਬੈਲੈਂਸ ਆਫ ਪੇਮੈਂਟਸ ਔਨ ਕਰੰਟ ਅਕਾਊਂਟ। ਠੀਕ ਹੈ। ਐਂਡ ਕੈਪੀਟਲ ਅਕਾਊਂਟ ਜਦੋਂ ਆਪਾਂ ਇਹਦੇ ਵਿੱਚ ਪਲੱਸ ਕਰਾਂਗੇ, ਕੈਪੀਟਲ ਅਕਾਊਂਟ ਰੈਫਰਸ ਟੂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਆਲ ਕਾइंड ऑफ शॉर्ट and long run international capital transfer, movement of gold, payments on private account, payments and receipts on national institution account and government loans, interest, grants। ਠੀਕ ਹੈ। ਕੈਪੀਟਲ ਅਕਾਊਂਟ ਦੇ ਵਿੱਚ ਕੈਪੀਟਲ ਸਰਵਿਸਿਜ਼ ਲਿਖੀ ਜਾਂਦੀਆਂ ਨੇ, ਜਿਹੜੀਆਂ ਵੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਬਿਟਵੀਨ ਦਾ ਕੰਟਰੀਜ਼। ਜਦੋਂ ਆਪਾਂ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਦੀ ਗੱਲ ਕਰੀਏ ਤਾਂ ਇਹ ਕੀ ਹੈ, ਸਾਡੀ ਬੀਓਪੀ ਦੇ ਵਿੱਚ ਆਉਂਦਾ ਹੈ। ਤਾਂ ਓਵਰਆਲ ਬੈਲੈਂਸ ਆਫ ਪੇਮੈਂਟਸ ਕੀ ਹੋਏਗਾ, ਬੈਲੈਂਸ ਆਫ ਟ੍ਰੇਡ ਪਲੱਸ ਇਨਵਿਜ਼ੀਬਲ ਗੁੱਡਸ ਪਲੱਸ ਕਰੰਟ ਅਕਾਊਂਟ ਪਲੱਸ ਕੈਪੀਟਲ ਅਕਾਊਂਟ, ਚਾਰਾਂ ਦਾ ਪਲੱਸ ਕਰਾਂਗੇ, that is a balance of payment। ਕਰੰਟ ਅਕਾਊਂਟ ਬੈਲੈਂਸ ਕੀ ਹੁੰਦਾ ਹੈ, ਕਰੰਟ ਅਕਾਊਂਟ ਤੁਹਾਨੂੰ ਮੈਂ ਦੱਸ ਦਿੱਤਾ, ਬੈਲੈਂਸ ਆਫ ਟ੍ਰੇਡ ਪਲੱਸ ਇਨਵਿਜ਼ੀਬਲ ਗੁੱਡਸ ਨੂੰ ਜਦੋਂ ਆਪਾਂ ਐਡ ਕਰਾਂਗੇ, ਗੁੱਡਸ ਪਲੱਸ ਸਰਵਿਸਿਜ਼ ਤੇ ਐਕਸਪੋਰਟ ਇੰਪੋਰਟ ਨੂੰ ਲਵਾਂਗੇ, ਦੈਟ ਇਜ਼ ਦਾ ਕਰੰਟ ਅਕਾਊਂਟ। ਕੈਪੀਟਲ ਅਕਾਊਂਟ ਦੇ ਵਿੱਚ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਲਵਾਂਗੇ, ਤੇ ਓਵਰਆਲ ਬੈਲੈਂਸ ਆਫ ਪੇਮੈਂਟ ਕੀ ਬਣ ਜਾਏਗਾ ਸਾਡਾ, ਕਰੰਟ ਅਕਾਊਂਟ ਮੀਨਸ ਬੈਲੈਂਸ ਆਫ ਟ੍ਰੇਡ ਪਲੱਸ ਇਨਵਿਜ਼ੀਬਲ ਗੁੱਡਸ ਪਲੱਸ ਕੈਪੀਟਲ ਅਕਾਊਂਟਸ। ਠੀਕ ਹੈ। ਕੈਪੀਟਲ ਟ੍ਰਾਂਜੈਕਸ਼ਨ ਤੋਂ ਜਦ ਇਹਦੇ ਵਿੱਚ ਪਲੱਸ ਕਰਾਂਗੇ ਤਾਂ ਸਾਡਾ ਸਾਰਾ ਕੀ ਆ, ਆਪਣਾ ਬੀਓਪੀ ਬਣ ਜਾਏਗਾ।
ਤਾਂ ਕਰੰਟ ਅਕਾਊਂਟ ਦੇ ਵਿੱਚ ਆਪਾਂ ਕੀ ਲੈਂਦੇ ਆ, ਐਕਸਪੋਰਟ ਐਂਡ ਇੰਪੋਰਟ ਆਫ ਵਿਜ਼ੀਬਲ ਗੁੱਡਸ, ਇਨਵਿਜ਼ੀਬਲ ਆਈਟਮ ਸਰਵਿਸਿਜ਼, ਜਿਵੇਂ ਕਿ ਕੀ ਹੋ ਗਿਆ, ਆਈਟਮ ਸਰਵਿਸਿਜ਼ ਹੋ ਗਿਆ। ਇਨਵਿਜ਼ੀਬਲ ਗੁੱਡਸ ਦੇ ਵਿੱਚ ਸਰਵਿਸਿਜ਼ ਰੈਂਡਰ ਬਾय ਦ ਕਮਰਸ਼ੀਅਲ ਅੰਡਰਟੇਕਿੰਗ, ਕਮਰਸ਼ੀਅਲ ਸਰਵਿਸਿਜ਼ ਹੁੰਦੀਆਂ ਨੇ ਜੋ ਵੀ, ਜਿਵੇਂ ਕਿ ਬੈਂਕਸ ਹੋ ਗਏ, ਇੰਸ਼ੋਰੈਂਸ ਕੰਪਨੀਜ਼ ਹੋ ਗਿਆ, ਸ਼ਿਪਿੰਗ ਕੰਪਨੀਜ਼ ਹੋ ਗਿਆ। ਐਂਡ ਸਰਵਿਸਿਜ਼ ਆਫ ਐਕਸਪਰਟਸ ਹੋ ਗਿਆ, ਜਿਵੇਂ ਕਿ ਸੋਲਜਰ ਹੋ ਗਿਆ ਆਪਣੇ, ਤੇ ਆਪਣੇ ਇੰਜੀਨੀਅਰਿੰਗ ਹੋ ਗਿਆ, ਤੇ ਆਪਣੇ ਡਾਕਟਰਸ ਹੋ ਗਿਆ। ਠੀਕ ਹੈ, ਇਹਨਾਂ ਦੀ ਸਬਸਿਡੀ ਜਦੋਂ ਇੰਪੋਰਟ ਐਕਸਪੋਰਟ ਕੀਤੀ ਜਾਂਦੀਆਂ ਨੇ, ਤੇ ਟਰੈਵਲਿੰਗ ਦੇ ਸਬਸਿਡੀਜ਼ ਆ ਗਿਆ, ਟਰਾਂਸਪੋਰਟ ਦੀ ਸਬਸਿਡੀਜ਼ ਆ ਗਿਆ, ਇਨਵੈਸਟਮੈਂਟ ਇਨਕਮ ਆ ਗਈ, ਕਾਮਨ ट्रांजैक्शन आ गया, डोनेशन एंड गिफ्ट्स आ गए, एंड मिस चैलेंजेस। ठीक है, ਤੇ ਇੰਪੋਰਟ ਆਬਜ਼ਰਵੇਸ਼ਨ ਤੁਸੀਂ ਜਾਣਦੇ ਹੋ, ਆਲ ਐਕਸਪੋਰਟਸ ਆਰ ਰਿਕਾਰਡਡ। ਕਹਿੰਦੇ ਹੁਣ ਦੇਖੋ ਨੈਟ ਫੈਕਟਰੀ ਇਨਕਮ ਫਰੋਮ ਅਬਰੋਡ। ਠੀਕ ਹੈ, ਜਦੋਂ ਨੈਟ ਐਕਸਪੋਰਟ ਦੀ ਗੱਲ ਕਰਦੇ ਹਾਂ ਆਪਾਂ, ਠੀਕ ਹੈ, ਤਾਂ ਨੈਟ ਐਕਸਪੋਰਟ ਦਾ ਤੁਹਾਨੂੰ ਅੱਗੇ ਜਾ ਕੇ ਦੱਸੂਗੀ। ਤਾਂ ਉਸ ਤੋਂ ਪਹਿਲਾਂ ਦੇਖ ਲਓ ਆਲ ਐਕਸਪੋਰਟਸ, ਕਹਿੰਦੇ ਜਿਹੜੇ ਵੀ ਐਕਸਪੋਰਟ ਕੀਤੇ ਜਾਂਦੇ ਨੇ, ਚਾਹੇ ਗੁਡਸ ਹੋਣ ਚਾਹੇ ਸਰਵਿਸਿਜ਼ ਹੋਣ, ਤਾਂ ਆਲ ਐਕਸਪੋਰਟਸ ਕੀ ਹੁੰਦੇ ਨੇ, ਸਾਡੇ ਜੀਡੀਪੀ ਦੇ ਵਿੱਚ ਪਲੱਸ ਦਾ ਕੰਮ ਕਰਦੇ ਨੇ। ਮੀਨਸ ਸਾਡੀ ਨੈਸ਼ਨਲ ਇਨਕਮ ਹੈ ਜਿਹੜੀ, ਉਹਦੇ ਵਿੱਚ ਪਲੱਸ ਦਾ ਕੰਮ ਕਰਦੇ ਨੇ, ਕਿਉਂਕਿ ਆਲ ਐਕਸਪੋਰਟ ਦੇ ਥਰੂ ਸਾਨੂੰ ਕੀ ਮਿਲਦੀਆਂ ਨੇ, ਰਿਸਿਪਟਸ ਮਿਲਦੀਆਂ ਨੇ, ਸਾਨੂੰ ਇਨਕਮ ਮਿਲਦੀ ਆ। ਠੀਕ ਹੈ, ਤਾਂ ਇਹ ਕੀ ਹੁੰਦੀਆਂ ਨੇ, ਰਿਕਾਰਡਡ ਐਜ਼ ਅ ਪੋਜ਼ਿਟਿਵ ਆਈਟਮਸ। ਇਹਨਾਂ ਨੂੰ ਜੀਡੀਪੀ ਦੇ ਵਿੱਚ, ਫੋਰਨ ਐਕਸਚੇਂਜ ਦੇ ਵਿੱਚ ਜਿਹੜੀ ਕੰਟਰੀ ਦੀ ਆ, ਉਹਦੇ ਵਿੱਚ ਕਦੇ ਪੋਜ਼ਿਟਿਵ ਆਈਟਮ ਮੰਨਿਆ ਜਾਂਦਾ ਹੈ। ਤੇ ਜਿਹੜੇ ਆਲ ਇੰਪੋਰਟਸ ਨੇ, ਚਾਹੇ ਸਰਵਿਸਿਜ਼ ਨੇ, ਚਾਹੇ ਆਪਣਾ ਗੁਡਸ ਨੇ, ਉਹਨਾਂ ਨੂੰ ਕੀ ਬੋਲਿਆ ਜਾਂਦਾ, ਨੈਗੇਟਿਵ ਆਈਟਮਸ ਬੋਲਿਆ ਜਾਂਦਾ ਹੈ। ਠੀਕ ਹੈ, ਤਾਂ ਬੈਲੈਂਸ ਅਕੋਰਿੰਗ ਔਨ ਅਕਾਊਂਟ ਆਫ ਐਕਸਪੋਰਟ ਇੰਪੋਰਟ ਆਫ ਗੁਡਸ ਇਜ਼ ਰਿਗਾਰਡਿੰਗ ਐਜ਼ ਦਾ ਬੈਲੈਂਸ ਆਫ ਵਿਜ਼ੀਬਲ ਟ੍ਰੇਡ। उसके बाद बैलेंस ऑफ पेमेंट की गल करते हैं। इंडियाज बैलेंस ऑफ पेड फॉर 2008 ਐਂਡ 19 ਦੀ ਗੱਲ ਕੀਤੀ ਕਿ ਇੰਡੀਅਨਸ ਬੈਲੈਂਸ ਆਫ ਟ੍ਰੇਡ ਕਿਵੇਂ ਦਾ ਸੀਗਾ 2018 ਤੇ 19 ਦੇ ਵਿੱਚ। ਸਭ ਤੋਂ ਪਹਿਲਾਂ ਆਈਟਮਸ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਤੇ 2018 ਤੇ 19 ਦੇ ਵਿੱਚ ਇਨ ਯੂਐਸਏ ਡਾਲਰ ਮਿਲੀਅਨਸ ਦੇ ਵਿੱਚ ਤੁਸੀਂ ਆਪਣੀ ਇਨਕਮ ਨੂੰ ਦੇਖ ਸਕਦੇ ਹੋ। ਫਰਸਟ ਕਹਿੰਦੇ ਕਰੰਟ ਅਕਾਊਂਟ, ਸੈਕੰਡ ਇਜ਼ ਅ ਕੈਪੀਟਲ ਅਕਾਊਂਟ, ਐਂਡ ਥਰਡ ਇਜ਼ ਅ ਐਰਰ ਐਂਡ ਓਮਿਸ਼ਨਸ, ਐਂਡ ਫੋਰਥ ਇਜ਼ ਅ ਓਵਰਆਲ बैलेंस की गल की गई है। तो इकनॉमिक सर्वे 2019 एंड 20 की गल की गई है। सब तो पहले देखो करंट अकाउंट की गल की। करंट अकाउंट के विजिबल ते इनविजिबल गुड्स दोनों को लिखा जाता है। तो विजिबल गुड्स के इंपोर्ट ते एक्सपोर्ट आ गए। इंपोर्ट किन्ने सीगे साडे 5,17,519 ਸੀਗੇ, ਐਂਡ ਦਿਸ ਇਜ਼ ਅ ਇੰਪੋਰਟਸ ਐਂਡ ਐਕਸਪੋਰਟ ਸਾਡੇ ਕੀ ਸੀਗੇ 3,37,237। ਮੀਨਸ ਜਿਹੜੇ ਸਾਡੇ ਐਕਸਪੋਰਟ ਸੀਗੇ ਉਹ ਸਾਡੇ ਘੱਟ ਸੀਗੇ, ਸਾਡੇ ਇੰਪੋਰਟ ਕੀ ਸੀਗੇ ਜ਼ਿਆਦਾ ਸੀਗੇ। ਤਾਂ ਟ੍ਰੇਡ ਬੈਲੈਂਸ ਕੀ ਆਏਗਾ, ਟ੍ਰੇਡ ਬੈਲੈਂਸ ਕੀ ਹੁੰਦਾ, ਐਕਸਪੋਰਟ ਮਾਈਨਸ ਇੰਪੋਰਟ। ਤਾਂ ਐਕਸਪੋਰਟ ਮਾਈਨਸ ਇੰਪੋਰਟ ਕਰਾਂਗੇ ਤਾਂ ਸਾਡਾ ਕੀ ਇੱਥੇ ਟ੍ਰੇਡ ਬੈਲੈਂਸ ਕੀ ਆ, ਅਨਫੇਵਰੇਬਲ ਹੈ, ਡੈਫਿਸਿਟ ਦੇ ਵਿੱਚ ਹੈ, ਕਿਉਂਕਿ ਸਾਡੇ ਐਕਸਪੋਰਟ ਕੀ ਨੇ, ਘੱਟ ਨੇ, ਇੰਪੋਰਟ ਸਾਡੇ ਜ਼ਿਆਦਾ ਨੇ। ਐਕਸਪੋਰਟ ਸਾਡੇ 3 ਲੱਖ ਦੇ ਕਰੀਬ ਨੇ, ਐਂਡ ਇੰਪੋਰਟ ਸਾਡੇ 5 ਲੱਖ ਦੇ ਕਰੀਬ ਨੇ। ਤਾਂ ਮਾਈਨਸ ਜਿਹੜਾ ਹੈ ਸਾਡਾ ਡੈਫਿਸਿਟ ਹੈ ਟ੍ਰੇਡ ਬੈਲੈਂਸ, ਉਹ ਕਿੰਨਾ ਹੈ 1,80,283। ਇਹਦਾ ਸਾਨੂੰ ਡੈਫਿਸਿਟ ਹੋਇਆ ਹੈ, ਘਾਟਾ ਪਿਆ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ। ਤੇ ਇਨਵਿਜ਼ੀਬਲਸ ਦੀ ਗੱਲ ਕਰੀਏ ਅਗਰ ਆਪਾਂ, ਜਿਹੜੇ ਇਨਵਿਜ਼ੀਬਲ ਆਈਟਮਸ ਨੇ ਤਾਂ ਉਹ ਕਿੰਨੀਆਂ ਨੇ, ਉਹਨਾਂ ਦਾ ਨੈਟ ਕਿੰਨਾ ਹੈ, ਇਨਵਿਜ਼ੀਬਲ ਆਈਟਮਸ ਦਾ ਨੈਟ ਲਿੱਤਾ ਹੋਇਆ ਹੈ। ਮਤਲਬ ਨੈਟ ਜਿਹੜੀਆਂ ਸਬਸਿਡੀਜ਼ ਨੇ ਉਹ ਲਿੱਤੀਆਂ ਹੋਈਆਂ ਨੇ। ਤਾਂ ਨੈਟ ਸਬਸਿਡੀਜ਼ ਕੀ ਆਉਂਦੀਆਂ ਨੇ, ਐਕਸਪੋਰਟ ਮਾਈਨਸ ਇੰਪੋਰਟ। ਤਾਂ ਉਹ ਵੀ ਕੀ ਹੈ ਸਾਡਾ, ਮੀਨਸ ਐਕਸਪੋਰਟ ਜ਼ਿਆਦਾ ਨੇ, ਇੰਪੋਰਟ ਘੱਟ ਨੇ। 1,23,026 ਹੈ। ਤਾਂ ਇੱਥੇ ਕੀ ਹੈ, ਕਰੰਟ ਅਕਾਊਂਟ ਬੈਲੈਂਸ ਕੀ ਹੈ, ਡੈਫਿਸਿਟ ਦੇ ਵਿੱਚ ਹੈ, ਕਿਉਂਕਿ ਜਦੋਂ ਆਪਾਂ 18 ਦੇ ਵਿੱਚੋਂ 12 ਘਟਾਵਾਂਗੇ ਤਾਂ ਸਾਡਾ ਕਿੰਨਾ ਰਹਿ ਜਾਏਗਾ, 57,257 ਰਹਿ ਜਾਏਗਾ। ਠੀਕ ਹੈ, ਤਾਂ ਕਰੰਟ ਅਕਾਊਂਟ ਬੈਲੈਂਸ ਇੱਥੇ ਕੀ ਹੈ, ਡੈਫਿਸਿਟ ਦੇ ਵਿੱਚ ਹੈ। ਜਦੋਂ ਆਪਾਂ ਥਰਡ ਟ੍ਰੇਡ ਬੈਲੈਂਸ ਪਲੱਸ ਜਿਹੜੀਆਂ ਸਾਡੀਆਂ ਹੈ ਸਰਵਿਸਿਜ਼ ਨੂੰ ਪਲੱਸ ਕਰਾਂਗੇ, ਵਿਜ਼ੀਬਲ ਤੇ ਇਨਵਿਜ਼ੀਬਲ ਗੁਡਸ ਤੇ ਨੈਟ ਨੂੰ ਪਲੱਸ ਕਰਾਂਗੇ ਤਾਂ ਸਾਡਾ 57,257 ਆ ਗਿਆ ਹੈ ਮਾਈਨਸ ਦੇ ਵਿੱਚ। ਤਾਂ ਕਰੰਟ ਅਕਾਊਂਟ ਬੈਲੈਂਸ ਵੀ ਸਾਡਾ ਕਿੱਥੇ, ਡੈਫਿਸਿਟ ਦੇ ਵਿੱਚ ਹੈ। ਐਂਡ ਕੈਪੀਟਲ ਅਕਾਊਂਟ ਦੇ ਵਿੱਚ ਕੀ ਆ ਗਿਆ, ਐਕਸਟਰਨਲ ਅਸਿਸਟੈਂਸ ਨੈਟ ਆ ਗਿਆ ਜੋ ਹੈ ਸਾਡਾ 3,413। ਐਕਸਟਰਨਲ ਕਮਰਸ਼ੀਅਲ ਬੋਰਿੰਗ ਸਾਡੀ ਨੈਟ ਆ ਗਈ 10,416। ਸ਼ਾਰਟ ਟਰਮ ਕ੍ਰੈਡਿਟ 2021 ਐਂਡ ਬੈਂਕਿੰਗ ਕੈਪੀਟਲ ਨੈਟ ਦੇ ਵਿੱਚ ਕਿੰਨੀ ਹੈ, 7,433। ਫੋਰਨ ਇਨਵੈਸਟਮੈਂਟ ਸਾਡੀ 30,094। ਐਂਡ ਉਸ ਤੋਂ ਬਾਅਦ ਅਦਰ ਫਲੋ ਸਾਡੇ ਕਿੰਨੇ ਨੇ 1,024। ਤਾਂ ਕੈਪੀਟਲ ਅਕਾਊਂਟ ਬੈਲੈਂਸ ਤਾਂ ਆਪਾਂ ਸਭ ਦਾ ਪਲੱਸ ਕਰਾਂਗੇ, ਐਕਸਟਰਨਲ ਅਸਿਸਟੈਂਟ, ਐਕਸਟਰਨਲ ਕਮਰਸ਼ੀਅਲ ਬੋਰਿੰਗ, ਐਂਡ ਉਸ ਤੋਂ ਬਾਅਦ ਸ਼ਾਰਟ ਟਰਮ ਕ੍ਰੈਡਿਟ, ਬੈਂਕ ਕੈਪੀਟਲ, foreign investment, other flows, A plus B plus C plus D plus E plus F।
ਤਾਂ ਇਹਨਾਂ ਸਭ ਦਾ ਪਲੱਸ ਕੀਤਾ ਕਿੰਨਾ ਆ ਗਿਆ ਸਾਡਾ 54,403 ਮਿਲੀਅਨ ਯੂਐਸਏ ਡਾਲਰ। ਠੀਕ ਹੈ, ਐਰਰ ਐਂਡ ਓਮਿਸ਼ਨਸ ਨੂੰ ਅਸੀਂ ਕੱਢਾਂਗੇ ਤਾਂ ਉਹ ਕਿੰਨਾ ਆ ਗਿਆ ਸਾਡਾ ਮਾਈਨਸ ਕਿੰਨਾ ਹੈ ਐਰਰ ਐਂਡ ਓਮਿਸ਼ਨਸ -486। ओवरऑल बैलेंस साडा कितना है -3,339। ठीक है, चेंज इन फॉरेन एक्सचेंज रिजर्व्स कहते इंक्रीज एंड डिक्रीज माइनस के पिछे साडा कह सकते जो इंटरनेशनल ट्रेड इतने डेफिसिट के पिछे अनफेवरल बैलेंस ऑफ ट्रेड है टेबल ਦੇ ਵਿੱਚ बैलेंस ऑफ ट्रेड ਜਿਹੜਾ है पेमेंट वो अनफेवरल है। Then current account balance plus capital account balance plus change in foreign exchange reserve is equal to 0. This is a equilibrium. Net export functions। सब तो पहला हम ਅਸੀਂ देखते हैं कि net export functions ਕੀ ਹੁੰਦਾ। net exports ਕੀ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਕਿ exports ਦਾ ਮਤਲਬ ਹੈ ਉਸ ਨੂੰ ਬਾਹਰ ਭੇਜਣਾ ਤੇ exports ਦੇ ਬਦਲੇ ਸਾਨੂੰ ਕੀ ਮਿਲਦੀਆਂ ਨੇ ਰਿਸਿਪਟਸ ਮਿਲਦੀਆਂ ਨੇ। ਜਦੋਂ ਅਸੀਂ ਗੁੱਡਸ ਬਾਹਰ ਭੇਜਦੇ ਆ ਤਾਂ ਉਹ ਸਾਡੀਆਂ ਗੁੱਡਸ ਨੂੰ ਬਾਏ ਕਰਦੇ ਨੇ ਜਿਨ੍ਹਾਂ ਦੇ ਥਰੂ ਸਾਨੂੰ ਕੀ ਦਿੰਦੇ ਨੇ ਕਰੰਸੀ ਦਿੰਦੇ ਨੇ। ਠੀਕ ਹੈ, ਪੈਸਾ ਦਿੰਦੇ ਨੇ ਤਾਂ ਨੈਟ ਐਕਸਪੋਰਟਸ ਦੇ ਥਰੂ ਸਾਨੂੰ ਜੋ ਵੀ ਇਨਕਮ ਜਨਰੇਟ ਹੋਏਗੀ ਦੈਟ ਇਜ਼ ਅ ਰਿਸੀਵਡ। ਐਂਡ ਇੰਪੋਰਟ ਦੇ ਬਦਲੇ ਕੀ ਹੁੰਦਾ ਇੰਪੋਰਟ ਦੇ ਬਦਲੇ ਸਾਨੂੰ ਜੇ ਅਸੀਂ ਗੁੱਡਸ ਬਾਹਰੋਂ ਮੰਗਵਾਉਂਦੇ ਆ ਤਾਂ ਉਹਨਾਂ ਦੇ ਬਦਲੇ ਸਾਨੂੰ ਜਿਹੜੀਆਂ ਆਪਣੀਆਂ ਇਨਕਮ ਹੈ ਉਹ ਬਾਹਰ ਦੇਣੀ ਪੈਂਦੀ ਹੈ ਭੇਜਣੀ ਪੈਂਦੀ ਆ ਜਿਹਦੇ ਥਰੂ ਸਾਡੀਆਂ ਪੇਮੈਂਟਸ ਹੁੰਦੀਆਂ ਨੇ। ਠੀਕ ਹੈ, ਭੁਗਤਾਨ ਹੁੰਦੇ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਐਕਸਪੋਰਟ ਸਰਪਲਸ ਹੈ। ਜਦੋਂ ਕਹਿੰਦੇ ਇੰਪੋਰਟ ਗ੍ਰੇਟਰ ਦੈਨ ਐਕਸਪੋਰਟ ਹੋਣ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਨੈਟ ਐਕਸਪੋਰਟ ਹੈ ਉਹ ਅਨਫੇਵਰਲ ਹੈ। ਠੀਕ ਹੈ, ਡੈਫਿਸਿਟ ਦੇ ਵਿੱਚ ਹੈ। ਜਦੋਂ ਐਕਸਪੋਰਟ ਇਜ਼ ਇਕੁਅਲ ਟੂ ਇੰਪੋਰਟ ਹੋਣ ਤਾਂ ਆਪਾਂ ਕਹਿ ਸਕਦੇ ਕਿ ਨੈਟ ਜਿਹੜਾ ਐਕਸਪੋਰਟ ਹੈ ਉਹ ਕੀ ਆ ਇਕੁਇਲਿਬਰੀਅਮ ਦੇ ਵਿੱਚ ਹੈ। ਠੀਕ ਹੈ, ਕਿਉਂਕਿ ਇਸ ਦੇ ਵਿੱਚ ਰਿਸਿਪਟਸ ਤੇ ਪੇਮੈਂਟਸ ਵੀ ਆਉਂਦੀਆਂ ਨੇ ਤੇ ਨੈਟ ਐਕਸਪੋਰਟਸ ਨੂੰ ਐਕਸਪੋਰਟ ਮਾਈਨਸ ਇੰਪੋਰਟ ਕਰਕੇ ਕੈਲਕੂਲੇਟ ਕੀਤਾ ਜਾ ਸਕਦਾ ਹੈ। ਉਸ ਤੋਂ ਬਾਅਦ ਹੈ ਇਕੁਇਲਿਬਰੀਅਮ ਆਊਟਪੁੱਟ ਇਨ ਓਪਨ ਇਕੋਨਮੀ। ਹੁਣ ਕੇਨਸ ਦਾ ਜੋ ਮਾਡਲ ਹੈ 3 ਸੈਕਟਰ ਇਕੋਨਮੀ ਦੇ ਵਿੱਚ ਉਹਨੇ ਕੀ ਲਿਖਿਆ ਸੀਗਾ ਕਿ ਫਸਟਲੀ ਉਹਨੇ ਬੋਲਿਆ ਸੀਗਾ ਕਿ ਇਕੁਇਲਿਬਰੀਅਮ ਜੀਡੀਪੀ ਕਿੱਥੇ ਹੋਏਗਾ ਇਕੁਇਲਿਬਰੀਅਮ ਆਊਟਪੁੱਟ ਕਿੱਥੇ ਹੋਏਗੀ ਇਕੋਨਮੀ ਦੇ ਵਿੱਚ ਜਿੱਥੇ ਐਗਰੀਗੇਟ ਡਿਮਾਂਡ ਇਜ਼ ਇਕੁਅਲ ਟੂ ਕੀ ਹੋਏਗਾ ਐਗਰੀਗੇਟ ਸਪਲਾਈ ਹੋਏਗਾ। ਉਹਦੀ ਫਸਟ ਅਪਰੋਚ ਸੀ ਐਂਡ ਸੈਕੰਡ ਅਪਰੋਚ ਦੇ ਵਿੱਚ ਉਹਨੇ ਬੋਲਿਆ ਸੀਗਾ ਕਿ ਸੇਵਿੰਗ ਇਜ਼ ਇਕੁਅਲ ਟੂ ਕੀ ਹੁੰਦਾ ਹਮੇਸ਼ਾ ਹੀ ਇਨਵੈਸਟਮੈਂਟ ਹੁੰਦਾ। ਤਾਂ ਐਗਰੀਗੇਟ ਡਿਮਾਂਡ ਨੂੰ ਉਹਨੇ ਬੋਲਿਆ ਸੀ 3 ਸੈਕਟਰ ਇਕੋਨਮੀ ਦੇ ਵਿੱਚ ਗੱਲ ਕੀਤੀ ਸੀਗੀ ਕਿ ਐਗਰੀਗੇਟ ਡਿਮਾਂਡ 3 ਸੈਕਟਰਸ ਤੇ ਡਿਪੈਂਡ ਕਰਦੀ ਹੁੰਦੀ ਆ ਕੰਜ਼ੰਪਸ਼ਨ ਪਲੱਸ ਇਨਵੈਸਟਮੈਂਟ ਪਲੱਸ ਗਵਰਨਮੈਂਟ ਸੈਕਟਰ। ये 3 टाइप्स ऑफ एक्सपेंडिचर होंगे ने। फर्स्ट इज अ कंजम्पशन एक्सपेंडिचर, सेकंड इज अ इन्वेस्टमेंट एक्सपेंडिचर एंड थर्ड इज अ गवर्नमेंट एक्सपेंडिचर। जेडे हुण कंजम्पशन एक्सपेंडिचर्स ने वो कौन करेगा हाउस होल्ड सेक्टर करेगा कंज्यूमर सेक्टर करेगा एंड इन्वेस्टमेंट एक्सपेंडिचर कौन करेगा अपना प्रोड्यूसर सेक्टर करेगा एंड गवर्नमेंट एक्सपेंडिचर कौन करेगा गवर्नमेंट सेक्टर करेगा। कहते तिन्हां दे थ्रू जिहड़ी डिमांड है की होएगी अराइज होएगी। लेकिन हुण उहने इस दे विच 4 सैक्टर इकॉनमी की गल की है 4 सैक्टर में ले आए उन्हें अपना एक्सटर्नल सैक्टर ले आए तो एक्सटर्नल सैक्टर्स के अकॉर्डिंग उन्हें बोलिया है कि जी एग्रीगेट डिमांड है ये 4 सैक्टर्स से डिपेंड करती है। मतलब एग्रीगेट डिमांड इज इक्वल टू C प्लस I प्लस G प्लस NX। NX मीनस नैट एक्सपोर्ट्स। नैट एक्सपोर्ट तो मैं दसी कि कैलकुलेट हो सकते हैं एक्सपोर्ट माइनस जो आप इंपोर्ट करेंगे जो चीज़ा बाहर भेज रहे हैं जो मंगवा रहे हैं बाहर तो इंपोर्ट कर रहे हैं उन्होंने माइनस करेंगे तो जी साड़ी नैट एक्सपोर्ट ने वो सानू दिख जाएंगे तो चारों का प्लस करेंगे तो जी साड़ी एग्रीगेट डिमांड है वो साड़ी निकल आएगी कि नैट एक्सपोर्ट्स सानू किन्ने ने। ठीक है, तो वो भी साड़ी एग्रीगेट डिमांड में किन्ने जिहड़े अफैक्ट करेंगे केन्स की 4 सैक्टर इकॉनमी। ਤਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਉਹਨਾਂ ਨੇ ਬੋਲਿਆ ਹੈ ਕਿ ਜਿਹੜਾ ਆਪਣਾ ਫੋਰਨ ਸੈਕਟਰ ਹੈ ਉਹ ਵੀ ਕੀ ਹੈ ਆਪਣੀ ਐਗਰੀਗੇਟ ਡਿਮਾਂਡ ਨੂੰ ਕੀ ਕਰੇਗਾ ਅਫੈਕਟ ਕਰੇਗਾ। ਹੁਣ ਤੁਸੀਂ ਦੇਖ ਲਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਡਿਮਾਂਡ ਕੀ ਹੁੰਦੀ ਹੈ ਮਤਲਬ ਕਿਸੇ ਵੀ ਚੀਜ਼ ਨੂੰ ਕੀ ਆ ਯੂਜ਼ ਕਰਨਾ ਕਿਸੇ ਵੀ ਚੀਜ਼ ਦੀ ਕੰਜ਼ੰਪਸ਼ਨ ਕਰਨਾ। ਠੀਕ ਹੈ, ਆਪਣੀ ਇਕੋਨਮੀ ਦੇ ਵਿੱਚ ਕਹਿੰਦੇ ਜਦੋਂ ਕੀ ਹੁੰਦਾ ਹੈ ਕਿਸੇ ਫੋਰਨ ਗੁੱਡ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਤਾਂ ਆਪਾਂ ਕੀ ਕਰਦੇ ਹਾਂ ਫੋਰਨ ਗੁੱਡਸ ਨੂੰ ਇੰਪੋਰਟ ਕਰਦੇ ਉਹਨਾਂ ਦੇ ਥਰੂ ਆਪਣੀ ਡਿਮਾਂਡ ਪੂਰੀ ਕਰਦੀ ਹੈ ਤਾਂ ਉਹਦਾ ਇਫੈਕਟ ਸਾਡੀ ਜਿਹੜੀ ਡੋਮੈਸਟਿਕ ਡਿਮਾਂਡ ਆ ਉਹ 'ਤੇ ਪਏਗਾ। ਜਦੋਂ ਕਹਿੰਦੇ ਫੋਰਨ ਗੁੱਡਸ ਨੇ ਉਹ ਜਿਹੜੀਆਂ ਆਪਣੀਆਂ ਕੰਟਰੀਜ਼ ਦੇ ਮੁਕਾਬਲੇ ਜ਼ਿਆਦਾ ਚੀਪ ਹੋਣ ਤਾਂ ਆਪਣੇ ਜਿਹੜੇ ਕੰਜ਼ਿਊਮਰਸ ਨੇ ਉਹ ਇੱਥੇ ਖਰੀਦਣ ਦੀ ਬਜਾਏ ਉਹਨਾਂ ਨੂੰ ਕੀ ਕਰਦੇ ਨੇ ਫੋਰਨ ਤੋਂ ਇੰਪੋਰਟ ਕਰਦੇ ਨੇ ਜਿਹਦੇ ਨਾਲ ਜਿਹੜੀਆਂ ਕਈ ਵਾਰ ਡੋਮੈਸਟਿਕ ਗੁੱਡਸ ਨੇ ਉਹਨਾਂ ਦੇ ਪ੍ਰਾਈਸਿਸ ਕੀ ਹੋ ਜਾਂਦੀ ਆ
ਉਹਨਾਂ ਦੀ ਡਿਮਾਂਡ ਕਿਹੜੀ ਕੀ ਹੋ ਜਾਂਦੀ ਹੈ, ਘੱਟ ਜਾਂਦੀ ਹੈ। ਡਿਮਾਂਡ ਘਟਣ ਦੇ ਨਾਲ ਕਹਿੰਦੇ ਕੀ ਹੋ ਜਾਂਦਾ, ਜਿਹੜੀ ਡੈਪਰੀਸੀਏਸ਼ਨ ਦੀ ਸਿਚੁਏਸ਼ਨ ਆ ਉਹ ਆ ਜਾਂਦੀ ਆ। ਡੈਪਰੀਸੀਏਸ਼ਨ ਹੋਣ ਦੇ ਨਾਲ ਜਿਹੜੀ ਇਕਨੋਮੀ ਦੇ ਵਿੱਚ ਆਊਟਪੁੱਟ ਹੈ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ, ਜਿਹਦਾ ਆਪਣੀ ਇਕਨੋਮੀ ਤੇ ਕੀ ਪਏਗਾ, ਬੈਕਵਰਡ ਇਫੈਕਟ। ਕਹਿੰਦੇ ਅਗਰ ਇੰਪੋਰਟ ਘੱਟ ਹੋਏ, ਮਤਲਬ ਜਿਹੜੀਆਂ ਫੋਰਨ ਗੁੱਡਸ ਦੇ ਪ੍ਰਾਈਸਿਸ ਨੇ ਉਹ ਜ਼ਿਆਦਾ ਨੇ, ਤਾਂ ਸਾਡੀ ਕੰਟਰੀ ਦੇ ਵਿੱਚ ਕੀ ਹੋਏਗਾ, ਜਿਹੜੀਆਂ ਡੋਮੈਸਟਿਕ ਗੁੱਡਸ ਨੇ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਕੀ ਹੋਏਗੀ, ਇਨਕਰੀਜ਼ ਹੋਏਗੀ। ਤਾਂ ਡੋਮੈਸਟਿਕ ਗੁੱਡਸ ਦੀ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਕੀ ਹੋਏਗਾ, ਜਿਹੜੀ ਆਪਣੀ ਇਨਕਮ ਹੈ, ਇਨਕਮ ਦਾ ਜਿਹੜਾ ਫਲੋ ਹੈ ਉਹ ਇਨਫਲੋ ਹੀ ਰਹੇਗਾ, ਆਪਣੀ ਕੰਟਰੀ ਦੇ ਵਿੱਚ ਹੀ ਇਨਕਮ ਘੁੰਮੇਗੀ। ਤੇ ਦੂਸਰਾ ਕਹਿੰਦੇ ਕੀ ਹੋਏਗਾ, ਜਿਹੜੀ ਆਊਟਪੁੱਟ ਹੈ ਉਹ ਇਨਕਰੀਜ਼ ਹੋ ਜਾਏਗੀ। ਠੀਕ ਹੈ, ਐਗਰੀਗੇਟ ਡਿਮਾਂਡ ਤੇ ਕਹਿੰਦੇ ਪੋਜ਼ਿਟਿਵ ਇਫੈਕਟ ਪਏਗਾ। ਐਂਡ ਐਕਸਪੋਰਟ ਦਾ ਕੀ ਇਫੈਕਟ ਪਏਗਾ, ਐਕਸਪੋਰਟ ਦਾ ਮਤਲਬ ਹੈ ਗੁੱਡਸ ਨੂੰ ਬਾਹਰ ਭੇਜਣਾ। ਕਹਿੰਦੇ ਜਦੋਂ ਐਗਰੀਗੇਟ ਜਿਹੜੀ ਆਪਣੀ ਡਿਮਾਂਡ ਹੈ ਉਹ ਗੁੱਡਸ ਨੂੰ ਆਪਾਂ ਬਾਹਰ ਭੇਜਦੇ, ਉਹਦੇ ਕਰਕੇ ਵੀ ਕੀ ਹੋ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ ਹੈ। ਹੁਣ ਦੇਖੋ ਜਿਹੜੀ ਐਕਸੈਸ ਦੇ ਵਿੱਚ ਪ੍ਰੋਡਕਸ਼ਨ ਕਰਦੇ ਆ ਆਪਾਂ, ਤਾਂ ਉਹ ਆਪਣੀ ਆਊਟਪੁੱਟ ਜਦੋਂ ਇਨਕਰੀਜ਼ ਹੋਏਗੀ ਤਾਂ ਆਪਣੀ ਜਿਹੜੀ ਐਕਸਪੋਰਟਸ ਨੇ ਉਹ ਵੀ ਕੀ ਹੋਣਗੇ, ਇਨਕਰੀਜ਼ ਹੋਣਗੇ, ਜਿਹਦੇ ਨਾਲ ਆਪਣੀ ਇਕਨੋਮੀ ਤੇ ਪੋਜ਼ਿਟਿਵ ਇਫੈਕਟ ਹੋਏਗਾ। ਜਿਹੜੀ ਆਪਣੀ ਜੀਡੀਪੀ ਉਹਦੇ ਵਿੱਚ ਇਨਕਰੀਜ਼ ਹੋ ਜਾਏਗਾ। ਠੀਕ ਹੈ, ਇਸ ਬੂਮ ਦੀ ਸਿਚੁਏਸ਼ਨ ਜਿਹੜੀ ਆ ਜਾਏਗੀ, ਗੁੱਡਸ ਦੀ ਡਿਮਾਂਡ ਜ਼ਿਆਦਾ ਤੇ ਸਪਲਾਈ ਵੀ ਕੀ, ਆਊਟਪੁੱਟ ਵੀ ਕੀ ਹੈ, ਜ਼ਿਆਦਾ ਹੋਏਗੀ। ਅਗਰ ਕਹਿੰਦੇ ਐਕਸਪੋਰਟਸ ਘੱਟ ਹੋਣ ਤਾਂ ਇਹਦਾ ਕੀ ਹੋ ਗਿਆ, ਨੈਗੇਟਿਵ ਇਫੈਕਟ ਪਏਗਾ। ਐਕਸਪੋਰਟ ਘੱਟ ਹੋਣਗੇ ਤਾਂ ਇੱਕ ਤਾਂ ਦੋ ਰੀਜ਼ਨਸ ਹੋ ਸਕਦੇ ਨੇ, ਐਕਸਪੋਰਟ ਘੱਟ ਹੋਣ ਦੇ ਜ਼ਿਆਦਾ ਪ੍ਰਾਈਸਿਸ ਜ਼ਿਆਦਾ ਹੋਣਗੀਆਂ, ਜਾਂ ਫਿਰ ਕਹਿੰਦੇ ਡੋਮੈਸਟਿਕ ਨੀਡਸ ਨੇ ਜਿਹੜੀਆਂ ਉਹ ਪੂਰੀਆਂ ਨਹੀਂ ਹੋ ਰਹੀਆਂ ਆਪਣੀ ਕੰਟਰੀ ਦੀਆਂ, ਤਾਂ ਇੱਥੇ ਜਿਹੜੀ ਡਿਮਾਂਡ ਹੈ ਉਹ ਰਾਈਜ਼ ਹੋ ਜਾਏਗੀ, ਕਿਉਂਕਿ ਐਕਸੈਸ ਪ੍ਰੋਡਕਸ਼ਨ ਨੂੰ ਹੀ ਬਾਹਰ ਕੀਤਾ ਜਾਂਦਾ, ਐਕਸਪੋਰਟ ਕੀਤਾ ਜਾਂਦਾ ਹੈ। ਤਾਂ ਜੇ ਐਕਸਪੋਰਟ ਜ਼ਿਆਦਾ ਹੋਣ ਬਾਹਰ, ਤਾਂ ਉਹਦੇ ਨਾਲ ਜਿਹੜੀ ਡੋਮੈਸਟਿਕ ਡਿਮਾਂਡ ਵੀ ਕਈ ਵਾਰ ਕੀ ਹੋ ਜਾਂਦੀ ਹੈ, ਘੱਟ ਜਾਂਦੀ ਹੈ, ਜਿਹਦੇ ਨਾਲ ਪ੍ਰਾਈਸਿਸ ਕੀ ਹੋ ਜਾਂਦੀਆਂ ਨੇ, ਹਾਈ ਹੋ ਜਾਂਦੀਆਂ। ਤਾਂ ਐਕਸਪੋਰਟਸ ਵਧਣ ਦੇ ਨਾਲ ਆਊਟਪੁੱਟ ਇਨਕਰੀਜ਼ ਹੋਏਗੀ, ਜਿਹਦੇ ਨਾਲ ਜਿਹੜੀ ਰੀਅਲ ਜੀਡੀਪੀ ਉਹ ਵੀ ਕੀ ਹੋਏਗੀ, ਆਪਣੀ ਇਨਕਰੀਜ਼ ਹੋਏਗੀ, ਆਪਣੀ ਇਕਨੋਮੀ ਤੇ ਕੀ ਆ, ਪੋਜ਼ਿਟਿਵ ਇਫੈਕਟ ਹੋਏਗਾ। ਤੇ ਇਸ ਤੋਂ ਇਲਾਵਾ ਜਿਹੜੀਆਂ ਬੈਂਕਿੰਗ ਸਬਸਿਡੀਜ਼ ਨੇ, ਬੈਂਕਿੰਗ ਸਬਸਿਡੀਜ਼ ਦੇ ਥਰੂ ਵੀ ਆਪਣੀ ਜਿਹੜੀ ਇਕਨੋਮੀ ਅਫੈਕਟ ਕਰੇਗੀ, ਫੋਰਨ ਇਨਵੈਸਟਮੈਂਟ ਦੇ ਥਰੂ ਵੀ ਆਪਣੀ ਜਿਹੜੀ ਇਕਨੋਮੀ ਅਫੈਕਟ ਕਰੇਗੀ। ਅਗਰ ਤਾਂ ਕਹਿੰਦੇ ਜਿਹੜੇ ਫੋਰਨਰਸ ਨੇ ਉਹ ਆਪਣੀ ਕੰਟਰੀ ਦੇ ਵਿੱਚ ਇਨਵੈਸਟ ਕਰ ਰਹੇ ਨੇ, ਮਤਲਬ ਠੀਕ ਹੈ ਕੋਈ ਬਿਜ਼ਨਸ ਚਲਾ ਰਹੇ ਨੇ, ਕੋਈ ਇੰਡਸਟਰੀ ਚਲਾ ਰਹੇ ਨੇ, ਤਾਂ ਆਪਣੀ ਕੰਟਰੀ ਦੇ ਵਿੱਚ ਫੋਰਨ ਇਨਵੈਸਟਮੈਂਟ ਹੋਏਗੀ, ਆਪਣੀ ਕੰਟਰੀਜ਼ में ਕੀ ਨੇ, ਰਿਸਿਪਟਸ ਨੇ। ਲੇਕਿਨ ਅਗਰ ਆਪਣੇ ਇੱਧਰ ਵਾਲੇ ਜਿਹੜੇ ਲੋਕ ਨੇ, ਠੀਕ ਹੈ, ਰੈਜ਼ੀਡੈਂਟਸ ਨੇ, ਇੰਡੀਅਨ ਰੈਜ਼ੀਡੈਂਟਸ ਨੇ, ਉਹ ਬਾਹਰ ਜਾ ਕੇ ਕਿਸੇ ਕੰਟਰੀ ਦੇ ਵਿੱਚ ਪੈਸਾ ਇਨਵੈਸਟ ਕਰਦੇ ਨੇ, ਲਗਾਉਂਦੇ ਨੇ, ਤਾਂ ਉਹ ਜਿਹੜੀ ਇਨਕਮ ਉਹਨਾਂ ਨੇ ਉੱਥੇ ਲਗਾਈ ਆ ਉਹ ਆਪਣੀ ਕੰਟਰੀ ਦੇ ਵਿੱਚ ਜਨਰੇਟ ਨਹੀਂ ਹੋਏਗੀ, ਉਹ ਫੋਰਨ ਇਨਵੈਸਟਮੈਂਟ ਖਾਏਗੀ, ਉਹ ਜਿਸ ਕੰਟਰੀ ਦੇ ਵਿੱਚ ਲਗਾਈ ਆ ਉੱਥੇ ਹੀ ਕੀ ਹੋਏਗੀ, ਉਹ ਉਹਦੀ ਰਿਸਿਪਟਸ ਹੋਏਗੀ, ਇੱਥੇ ਆਪਣੀਆਂ ਉਹ ਪੇਮੈਂਟਸ ਹੋਣਗੀਆਂ। ਤਾਂ ਇਹਦਾ ਵੀ ਆਪਣੀ ਇਕਨੋਮੀ ਦੀ ਜਿਹੜੀ ਆਊਟਪੁੱਟ ਹੈ ਤੇ ਇਫੈਕਟ ਪਏਗਾ। ਅਗਰ ਕਿਤੇ ਐਕਸਪੋਰਟ ਵਧਣਗੇ ਤਾਂ ਉਹਦੇ ਨਾਲ ਆਊਟਪੁੱਟ ਵੀ ਵਧੇਗੀ, ਤਾਂ ਇੰਪਲੋਇਮੈਂਟ ਵੀ ਆਪਣੇ ਆਪ ਕੀ ਆ, ਵਧੇਗੀ, ਕਿਉਂਕਿ ਬੂਮ ਦੀ ਸਿਚੁਏਸ਼ਨ ਆ ਜਾਏਗੀ। ਲੇਕਿਨ ਅਗਰ ਇੰਪੋਰਟ ਵਧਣਗੇ ਤਾਂ ਕੀ ਹੋ ਗਿਆ, ਜਾਂ ਫਿਰ ਸਰਪਲਸ ਜ਼ਿਆਦਾ ਹੈ, ਜਾਂ ਇਸ ਦਾ ਬੈਕਵਰਡ ਇਫੈਕਟ ਵੀ ਪੈ ਸਕਦਾ ਹੈ, ਆਊਟਪੁੱਟ ਘੱਟ ਵੀ ਸਹੀ ਸਕਦੀ ਆ। ਅਗਰ ਕਹਿੰਦੇ ਬਾਹਰ ਆਪਣੇ ਗੁੱਡਸ ਦੇ ਪ੍ਰੋਡਕਟਸ ਦੀ ਡਿਮਾਂਡ ਜ਼ਿਆਦਾ ਨਾ ਹੋਵੇ, ਤਾਂ ਇੱਥੇ ਆਪਣੇ ਕੋਲ ਕੀ ਹੋ ਜਾਂਦਾ, ਸਪਲਾਈ ਵੱਧ ਜਾਂਦੀ ਹੈ, ਸਰਪਲਸ ਹੋ ਜਾਂਦਾ ਆਪਣੇ ਸਟਾਕ ਦੇ ਵਿੱਚ, ਜਿਹਦੇ ਥਰੂ ਡੈਪਰੀਸੀਏਸ਼ਨ ਦੀ ਜਿਹੜੀ ਪ੍ਰੋਬਲਮ ਆ ਉਹ ਆ ਜਾਂਦੀ ਹੈ। ਠੀਕ ਹੈ, ਡਿਮਾਂਡ ਘੱਟ ਜਾਂਦੀ ਹੈ, ਪ੍ਰਾਈਸਿਸ ਘੱਟ ਜਾਂਦੀਆਂ ਨੇ, ਜਿਹਦਾ ਆਪਣੀ ਇਕਨੋਮੀ ਤੇ ਕੀ ਆ, ਬੈਕਵਰਡ ਇਫੈਕਟ ਪਏਗਾ, ਕਿਉਂਕਿ ਇਹਦੇ ਨਾਲ ਆਊਟਪੁੱਟ ਵੀ ਕੀ ਹੋਏਗੀ, ਡਿਕਰੀਜ਼ ਹੋਏਗੀ। ਕਹਿੰਦੇ ਇਸ ਤੇ ਥਰੂ ਕਹਿੰਦੇ ਕੇਨਸ ਨੇ ਬੋਲਿਆ ਹੈ ਕਿ 3 ਸੈਕਟਰਸ ਤੋਂ ਇਲਾਵਾ ਜਿਹੜਾ 4th ਸੈਕਟਰ ਹੈ ਆਪਣਾ ਇੰਟਰਨੈਸ਼ਨਲ ਸੈਕਟਰ ਹੈ, ਉਹਦਾ ਵੀ ਆਪਣੀ ਇਕਨੋਮੀ ਦੇ ਵਿੱਚ ਕਹਿੰਦੇ ਐਗਰੀਗੇਟ ਡਿਮਾਂਡ ਤੇ ਪੂਰਾ ਇਫੈਕਟ ਪੈ ਜਾਂਦਾ। ਅਗਰ ਫੋਰਨ ਸੈਕਟਰ ਦੇ ਵਿੱਚ ਜਿਹੜੀ ਆਪਣੇ ਗੁੱਡਸ ਦੀ ਡਿਮਾਂਡ ਹੈ, ਠੀਕ ਹੈ, ਕਿਸੇ ਹੋਰ ਕੰਟਰੀ ਦੇ ਵਿੱਚ ਜ਼ਿਆਦਾ ਹੈ, ਠੀਕ ਹੈ, ਜਿਵੇਂ ਕਿ ਰॉ ਮਟੀਰੀਅਲ ਇੰਡੀਆ ਦੇ ਵਿੱਚੋਂ ਬਹੁਤ ਸਾਰਾ ਜਿਹੜਾ ਰॉ ਮਟੀਰੀਅਲ ਹੈ ਉਸ ਦੀ ਡਿਮਾਂਡ ਡਿਫਰੈਂਟ ਕੰਟਰੀਜ਼ ਦੇ ਵਿੱਚ, ਜਿਹਦੇ ਥਰੂ ਜਿਹੜਾ ਰॉ ਮਟੀਰੀਅਲ ਕੀਤਾ ਜਾਂਦਾ, ਐਕਸਪੋਰਟ ਕੀਤਾ ਜਾਂਦਾ। ਇਸ ਤਰ੍ਹਾਂ ਜਿਹੜਾ ਐਗਰੀਕਲਚਰ ਸੈਕਟਰ ਦਾ ਜਿਹੜਾ ਅਦਰ ਸੈਕਟਰਸ ਨੇ ਜਿਹਨਾਂ ਦੇ ਥਰੂ ਰॉ ਮਟੀਰੀਅਲ ਪ੍ਰੋਵਾਈਡ ਹੁੰਦਾ ਹੈ, ਤਾਂ ਉਹਨਾਂ ਦੇ ਵਿੱਚ ਕਹਿੰਦੇ ਆਊਟਪੁੱਟ ਇਨਕਰੀਜ਼ ਹੋਏਗੀ, ਜਿਹਦੇ ਥਰੂ ਜਿਹੜੀ ਆਪਣੀ ਰੀਅਲ ਜੀਡੀਪੀ ਉਹ ਵੀ ਹੋਏਗੀ, ਇਨਕਰੀਜ਼। ਉਸ ਤੋਂ ਬਾਅਦ ਹੈ ਇਕੁਇਲਿਬ੍ਰੀਅਮ ਆਊਟਪੁੱਟ। ਤਦ ਕਹਿੰਦੇ ਜਿਹੜੇ 4th ਸੈਕਟਰ ਦੀ ਇਕਨੋਮੀ ਹੈ ਆਪਣਾ ਨੈਟ ਐਕਸਪੋਰਟ ਦੇ ਥਰੂ ਕਹਿੰਦੇ ਇਕੁਇਲਿਬ੍ਰੀਅਮ ਆਊਟਪੁੱਟ ਕਿਵੇਂ ਹੋਏਗੀ, ਆਪਣਾ ਐਗਰੀਗੇਟ ਡਿਮਾਂਡ ਤੇ ਇਹ ਕਿਸ ਚੀਜ਼ ਦੇ ਦੁਆਰਾ ਐਗਰੀਗੇਟ ਡਿਮਾਂਡ ਤੇ ਇਫੈਕਟ ਹੁੰਦੀ ਹੈ। ਐਗਰੀਗੇਟ ਡਿਮਾਂਡ ਇੰਟਰਨੈਸ਼ਨਲ ਬਿਜ਼ਨਸ ਦੇ ਥਰੂ, ਐਕਸਟਰਨਲ ਟ੍ਰੇਡ ਦੇ ਥਰੂ ਕਿੱਦਾਂ ਇਫੈਕਟ ਕਰਦੀ, ਤੁਸੀਂ ਇਸ ਡਾਇਗਰਾਮ ਦੇ ਵਿੱਚ ਵੀ ਦੇਖ ਸਕਦੇ ਹੋ। ਫਸਟ ਆਫ ਆਲ ਕਹਿੰਦੇ ਇੰਟਰਨੈਸ਼ਨਲ ਟ੍ਰੇਡ ਦੇ ਥਰੂ ਜਿਹੜੀ ਐਗਰੀਗੇਟ ਡਿਮਾਂਡ ਹੈ ਉਹ ਆਪਣੀ ਇਨਕਰੀਜ਼ ਹੋਏਗੀ, ਇਫੈਕਟ ਕਰੇਗੀ, ਤਾਂ ਆਊਟਪੁੱਟ ਵੀ ਵਧੇਗੀ, ਜਦੋਂ ਆਪਾਂ ਐਕਸਪੋਰਟਸ ਵਗੈਰਾ ਬਾਹਰ ਕੀ ਕਰਾਂਗੇ, ਇਨਕਰੀਜ਼ ਕਰਾਂਗੇ। ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਉਹ ਐਕਸ ਅਕਸ਼ ਤੇ ਆਊਟਪੁੱਟ ਦਿਖਾਈ ਹੋਈ ਹੈ ਐਂਡ ਉਹ ਵਾਈ ਅਕਸ਼ ਤੇ ਆਪਾਂ ਨੂੰ ਐਗਰੀਗੇਟ ਡਿਮਾਂਡ ਦਿਖਾਈ ਹੋਈ ਹੈ, ਆਪਣੀ ਇਨਵੈਸਟਮੈਂਟ ਦਿਖਾਈ ਹੋਈ ਹੈ, ਕੰਜ਼ੰਪਸ਼ਨ ਦਿਖਾਈ ਹੋਈ ਹੈ।
ठीक है। तो ਜਿਹੜਾ ਆਪਣਾ ਇਨਕਮ ਹੈ ਆਊਟਪੁੱਟ ਕਰਵ ਹੈ ਉਹ ਕੀ ਹੈ ਇਨਕਮ ਆਊਟਪੁੱਟ ਕਰਵ 45 ਡਿਗਰੀ ਦੇ ਐਂਗਲ ਤੇ ਹੈ ਔਰਿਜਨ ਤੋਂ ਸਟਾਰਟ ਹੋ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਗਰ ਆਪਣੀ ਆਊਟਪੁੱਟ ਜ਼ੀਰੋ ਹੈ ਤਾਂ ਇਨਕਮ ਵੀ ਆਪਣੀ ਕੀ ਹੈ ਜ਼ੀਰੋ ਹੈ ਤਾਂ ਇਹ ਔਰਿਜਨ ਤੋਂ ਸਟਾਰਟ ਹੋ ਰਹੀ ਹੈ ਆਊਟਪੁੱਟ ਕਰਵ ਤੇ ਇਨਕਮ ਕਰਵ ਪਹਿਲਾ ਆਊਟਪੁੱਟ ਜ਼ੀਰੋ ਤੇ ਇਨਕਮ ਵੀ ਜ਼ੀਰੋ ਹੈ ਤੇ ਹੌਲੀ ਹੌਲੀ ਕੀ ਹੈ ਇਨਕਮ ਤੇ ਆਊਟਪੁੱਟ ਇਨਕਰੀਜ਼ ਹੁੰਦੀ ਜਾ ਰਹੀ ਹੈ ਤੇ ਉਸ ਤੋਂ ਇਲਾਵਾ ਜਿਹੜੀ ਆਪਣੀ ਕੰਜ਼ੰਪਸ਼ਨ ਕਰਵ ਹੈ 3 ਸੈਕਟਰ ਇਕਨੋਮੀ ਦੀ ਕਰਵ ਹੈ ਜਿਹੜੀ ਕੰਜ਼ੰਪਸ਼ਨ ਕਰਵ ਪਲੱਸ ਇਨਵੈਸਟਮੈਂਟ ਕਰਵ ਪਲੱਸ ਗਵਰਨਮੈਂਟ ਜਿਹੜੀ ਐਕਸਪੈਂਡੀਚਰ ਵਾਲੀ ਕਰਵ ਹੈ ਕਿ ਜੀ 3 ਸੈਕਟਰਸ ਦੇ ਦੁਆਰਾ ਜਿਹੜੀ ਆਪਣੀ ਡਿਮਾਂਡ ਕੀਤੀ ਜਾ ਰਹੀ ਹੈ ਤਾਂ ਐਗਰੀਗੇਟ ਡਿਮਾਂਡ ਜਿਹੜੀ ਕਰਵ ਹੈ वो 3 सेक्टर्स के द्वारा C+I+G के द्वारा दिखाई गई है ठीक है जो Y1 आउटपुट के ऊपर की है अपनी AD कर्व ਨੂੰ एग्रीगेट डिमांड कर्व ਨੂੰ ਕੱਟ ਕਰ ਰਹੀ ਹੈ ठीक है इनकम कर्व ਨੂੰ Y ਨੂੰ A C+I+G कर्व ਕੱਟ ਕਰ ਰਹੀ ਹੈ ਇਹ ਵੀ ਕਿ ਆਪਣੀ एग्रीगेट डिमांड कर्व ਵੀ ਹੀ ਹੈ ਕਹਿੰਦੇ ਜਦੋਂ 3 ਸੈਕਟਰ ਇਕਨੋਮੀ ਹੈ C+I+G ਹੈ ਤਾਂ ਡਿਮਾਂਡ ਕਿੰਨੀ ਹੈ अपनी जो इनकम कर्व ਨੂੰ ਕੱਟ ਰਹੀ ਹੈ डिमांड कर्व तब y आउटपुट कितनी है इक्विलिब्रियम आउटपुट कितनी है ओ y1 है आउटपुट घट है लेकिन जो 4 सैक्टर इकोनॉमी ਦੇ ਵਿੱਚ ਜਿਹੜਾ ਇੰਟਰਨੈਸ਼ਨਲ ਟ੍ਰੇਡ ਹੈ ਉਹ ਇਨਵੋਲਵ ਹੋ ਜਾਂਦਾ ਹੈ ਤਾਂ ਜਿਹੜੇ ਆਪਣੇ ਡੋਮੈਸਟਿਕ ਪ੍ਰੋਡਕਟਸ ਨੇ ਉਹਨਾਂ ਦੀ ਡਿਮਾਂਡ ਇਨਕਰੀਜ਼ ਹੋ ਜਾਂਦੀ ਆ ਤਾਂ ਇਹਦੇ ਨਾਲ ਜਿਹੜੀ ਐਗਰੀਗੇਟ ਡਿਮਾਂਡ ਕਰਵ ਹੈ ਇਨਕਰੀਜ਼ ਹੋ ਕੇ ਕੀ ਹੋ ਜਾਏਗੀ ਅਪਵਰਡ ਸ਼ਿਫਟ ਹੋ ਜਾਏਗੀ ਜਿਵੇਂ ਕਿ ਤੁਸੀਂ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਜਦੋਂ ਨੈਟ ਜਿਹੜੇ ਆਪਣੇ ਐਕਸਪੋਰਟਸ ਨੇ ਉਹ ਪਲੱਸ ਹੋ ਗਏ ਠੀਕ ਹੈ एक्सटर्नल सैक्टर प्लस हो गया 4 सैक्टर नैट एक्सपोर्ट प्लस होए तो ਉਹਦੇ ਨਾਲ ਜਿਹੜੀ एक्सपोर्ट ਵਧਣ ਦੇ ਨਾਲ ਜਿਹੜੀ ਆਪਣੀ डिमांड कर्व है वो इंक्रीज होके कितनी होगी AD कर्व तो AD1 मींस ऊपर शिफ्ट होगी ਤਾਂ ਜਿਹੜੇ ਇਹ ਨੈਟ ਐਕਸਪੋਰਟਸ ਵਧਣ ਦੇ ਨਾਲ ਐਗਰੀਗੇਟ ਡਿਮਾਂਡ ਵਧਣ ਦੇ ਨਾਲ ਆਪਣੀ ਆਊਟਪੁੱਟ ਵੀ ਕੀ ਹੋਗੀ OY1 ਤੋਂ ਇੰਕਰੀਜ਼ ਹੋ ਕੇ ਕਿੰਨੀ ਹੋਗੀ OY2 ਤਾਂ ਇੰਕਰੀਜ਼ ਕਿੰਨਾ ਹੋ ਗਿਆ ਇੱਥੇ ਆਪਣੇ ਆਊਟਪੁੱਟ ਦੇ ਵਿੱਚ OY2 ਮਾਈਨਸ OY1 ਤਾਂ GDP ਦੇ ਵਿੱਚ ਆਪਣੀ ਇਕੁਇਲਿਬਰੀਅਮ ਆਊਟਪੁੱਟ ਦੇ ਵਿੱਚ ਇੰਕਰੀਜ਼ ਕਿੰਨਾ ਹੋਇਆ Y1 Y2 ਇੰਕਰੀਜ਼ ਹੋ ਗਿਆ ਠੀਕ ਹੈ ਕਿਉਂ ਹੋਇਆ ਕਿਉਂਕਿ 4 ਸੈਕਟਰ ਇਕਨੋਮੀ ਹੈ ਕੇਂਸ ਨੇ ਉਸ ਦੀ ਗੱਲ ਕੀਤੀ ਗਈ ਆ ਜਿਸ ਦੇ ਵਿੱਚ ਕਹਿੰਦੇ ਨੈਟ ਐਕਸਪੋਰਟ ਦਾ ਇਫੈਕਟ ਵੀ ਐਗਰੀਗੇਟ ਡਿਮਾਂਡ ਤੇ ਪੈਂਦਾ ਹੈ ਤਾਂ ਨੈਟ ਐਕਸਪੋਰਟ ਇੰਕਰੀਜ਼ ਹੋਣ ਦੇ ਨਾਲ ਜਿਹੜੀ ਆਪਣੀ ਐਗਰੀਗੇਟ ਡਿਮਾਂਡ ਆ ਉਹ ਵੀ ਇੰਕਰੀਜ਼ ਹੋ ਕੇ ਕੀ ਆ ਅਪਵਰਡ ਸ਼ਿਫਟ ਹੋ ਗਈ ਜਿਹਦੇ ਨਾਲ ਨਿਊ ਇਕੁਇਲਿਬਰੀਅਮ ਪੁਆਇੰਟ ਬਣਿਆ ਤੁਸੀਂ ਜਿੱਥੋਂ ਕਿ ਇਨਕਮ ਕਰਵ ਨੂੰ AD ਕਰਵਸ ਕੱਟ ਕਰ ਰਹੀਆਂ ਨੇ ਦੋਨੇ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਆਪਣੀ ਫਰਸਟ C+I+G ਵਾਲੀ ਡਿਮਾਂਡ ਕਰਵ ਹੈ एग्रीगेट डिमांड कर्व है वो कट कर रही है E1 पॉइंट जो दिस इज इनिशियल इक्विलिब्रियम पॉइंट जिथे OY1 आउटपुट है उस तो बाद जो डिमांड कर्व अपवर्ड शिफ्ट हो जाती है डिमांड बढ़ जाती है तब कहते न्यू इक्विलिब्रियम पॉइंट बनता है जिथे कहते इन अपनी इनकम मींस सप्लाई कर्व ते डिमांड कर्व एक दूसरे को कट रहे ने डिमांड इंक्रीज होके अबव शिफ्ट हो जाती है डिमांड कर्व ठीक है बढ़ जाती है साडी डिमांड ਜਿਹਦੇ ਨਾਲ ਡਿਮਾਂਡ ਦੇ ਨਾਲ ਸਪਲਾਈ ਵੀ ਕੀ ਹੈ ਇਨਕਰੀਜ਼ ਹੁੰਦੀ ਹੈ ਸਪਲਾਈ ਵੀ ਵੱਧ ਕੇ OY1 ਤੋਂ ਕਿੰਨੀ ਹੋ ਜਾਂਦੀ ਹੈ OY2 ਹੋ ਜਾਂਦੀ ਹੈ ਤਾਂ ਇੱਥੇ ਕੀ ਕੇਨਸ ਨੇ ਕੀ ਬੋਲਿਆ ਸੀਗਾ ਕਿ ਡਿਮਾਂਡ ਕ੍ਰੀਏਟਸ ਇਟਸ ਸਪਲਾਈ ਕਿ ਜਿੰਨੀ ਡਿਮਾਂਡ ਵਧੇਗੀ ਉਨੀ ਸਪਲਾਈ ਵੀ ਸਾਡੇ ਕੀ ਹੋਏਗੀ ਇਨਕਰੀਜ਼ ਹੋਏਗੀ जबकि क्लासिकल्स ने बोलिया सी कि सप्लाई क्रिएट्स इट्स डिमांड कि जिन्नी सप्लाई हुंदी है डिमांड ਉਹਦੇ ਥਰੂ ਆਪਣੇ ਆਪ ਅਰਾਈਜ਼ ਹੋ ਜਾਂਦੀ ਹੈ ਠੀਕ ਹੈ क्लासिकल्स ने 2 ਸੈਕਟਰਸ ਮਾਡਲ ਬੋਲਿਆ ਸੀਗਾ ਆਪਣਾ ਪ੍ਰੋਡਿਊਸਰਸ ਤੇ ਹਾਊਸਹੋਲਡ ਸੈਕਟਰ ਬੋਲਿਆ ਸੀ ਉਹਨੇ ਬੋਲਿਆ ਸੀਗਾ ਕਿ ਪ੍ਰੋਡਿਊਸਰ ਸੈਕਟਰ ਜੋ ਪ੍ਰੋਡਕਸ਼ਨ ਕਰੇਗਾ ਆउटपुट करेगा एंड कंज्यूमर सेक्टर जो की करेगा कंजम्पशन करेगा लेकिन केन्स ने पहला 3 सैक्टर्स की गल की क्लासिकल्स ने अपनी गवर्नमेंट इंटरवेंशन जरूरी नहीं समझा सीगा केन्स ने बोलिया कि गवर्नमेंट का इन्वॉल्व होना जरूरी है मॉनेटरी फिजिकल पॉलिसी की गल की गवर्नमेंट के एक्सपेंडिचर की गल की गवर्नमेंट के रिसिप्ट्स की गल की उस तो इलावा केन्स ने जो अपना एक्सटर्नल सैक्टर है उसकी गल की है कि एक्सटर्नल सैक्टर्स के जोड़े इंपोर्ट एक्सपोर्ट्स ने ਤੇ ਰਿਸਿਪਟਸ ਨੇ ਪੇਮੈਂਟਸ ਨੇ ਬੈਲੈਂਸ ਆਫ ਟ੍ਰੇਡ ਹੈ ਤੇ ਬੈਲੈਂਸ ਆਫ ਪੇਮੈਂਟਸ ਆ ਉਸਦਾ ਵੀ ਕਹਿੰਦੇ ਆਪਣੀ ਜਿਹੜੀ ਆਊਟਪੁੱਟ ਹੈ ਉਸ ਤੇ ਕੀ ਆ ਇਫੈਕਟ ਪੈਂਦਾ ਹੈ ਕਹਿੰਦੇ ਜੀਡੀਪੀ ਦੇ ਜਿਹੜਾ ਕੁਝ ਪਰਸੈਂਟ ਆ ਅਗਰ ਫੇਵਰੇਬਲ ਹੋਵੇ ਤਾਂ ਨੈਸ਼ਨਲ ਇਨਕਮ ਦੇ ਥਰੂ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਤਾਂ ਇਸ ਮਾਡਲ ਦੇ ਵਿੱਚ ਉਹਨੇ ਦੱਸਿਆ ਹੈ ਕੇਨਸ ਨੇ ਕਿ ਆਪਣੀ ਜਿਹੜੀ ਐਗਰੀਗੇਟ ਡਿਮਾਂਡ ਹੈ ਇਹ 4 ਸੈਕਟਰ ਇਹਨੂੰ ਮਾਡਲ ਵੀ ਬੋਲਿਆ ਜਾਂਦਾ ਹੈ ਐਗਰੀਗੇਟ ਡਿਮਾਂਡ ਕਹਿੰਦੇ 4 ਸੈਕਟਰਸ ਤੇ ਡਿਪੈਂਡ ਕਰਦੀ ਹੈ ਕੰਜ਼ੰਪਸ਼ਨ ਸੈਕਟਰ ਤੇ ਇਨਵੈਸਟਮੈਂਟ ਐਕਸਪੈਂਡੀਚਰ ਹੋ ਗਿਆ ਗਵਰਨਮੈਂਟ ਐਕਸਪੈਂਡੀਚਰ ਹੋ ਗਿਆ ਨੈਟ ਐਕਸਪੋਰਟਸ ਹੋ ਗਿਆ ਕਿਉਂਕਿ ਇਹਨਾਂ 4 ਸੈਕਟਰਸ ਦੇ ਥਰੂ ਜੋ ਵੀ ਐਕਸਪੈਂਡੀਚਰ ਕੀਤਾ ਜਾਂਦਾ ਉਸ ਐਕਸਪੈਂਡੀਚਰ ਕਿਉਂ ਕੀਤਾ ਜਾਂਦਾ ਕਿਉਂਕਿ ਕਿਸੇ ਨਾ ਕਿਸੇ ਇਨਵੈਸਟਮੈਂਟ ਗੁੱਡਸ ਜਾਂ ਕਮਰਸ਼ੀਅਲ ਗੁੱਡਸ ਦੀ ਜਾਂ ਕੰਜ਼ੰਪਸ਼ਨ ਗੁੱਡਸ ਦੀ ਡਿਮਾਂਡ ਕੀਤੀ ਜਾਂਦੀ ਹੈ ਤਾਂ ਉਨੀ ਹੀ ਡਿਮਾਂਡ ਕੀ ਆ ਅਰਾਈਜ਼ ਹੁੰਦੀ ਆ
ਤੇ ਜਿੰਨੀ ਡਿਮਾਂਡ ਅਰਾਈਜ਼ ਹੋ ਜਾਏਗੀ ਉਨੀ ਹੀ ਸਪਲਾਈ ਵੀ ਅਰਾਈਜ਼ ਹੋ ਜਾਏਗੀ, ਕਿਉਂਕਿ ਕੇਨਸ ਕੀ ਕਹਿੰਦੇ ਨੇ, ਡਿਮਾਂਡ ਕ੍ਰੀਏਟਸ ਇਟਸ ਸਪਲਾਈ, ਕਿ ਜਿੰਨੀ ਡਿਮਾਂਡ ਹੈ ਸਪਲਾਈ ਆਪਣੇ ਆਪ ਉਨੀ ਹੀ ਇਨਕਰੀਜ਼ ਹੁੰਦੀ ਜਾਏਗੀ। ਆਪਣੀ ਇਕੋਨਮੀ ਦੇ ਵਿੱਚ ਡਿਮਾਂਡ ਦਾ ਇਨਕਰੀਜ਼ ਹੋਣਾ ਜ਼ਰੂਰੀ ਹੈ। अगर डिमांड इंक्रीज होएगी, नैट एक्सपोर्ट्स इंक्रीज होएगी, तो इंप्लॉयमेंट भी की है इंक्रीज ਹੁੰਦੀ ਹੁੰਦੀ ਆ। ਤੇ ਕੇਨਸ ਨੇ ਕੀ ਬੋਲਿਆ ਸੀ ਕਿ ਜਿੱਥੇ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਇਕੁਅਲ ਹੋਏਗੀ, ਮੀਨਸ ਜਿਹੜੀ ਆਪਣੀ ਡਿਮਾਂਡ ਕਰਵ ਹੈ ਉਹ ਆਊਟਪੁੱਟ ਕਰਵ ਮੀਨਸ ਇਨਕਮ ਕਰਵ ਦੇ ਇਕੁਅਲ ਹੋਏਗੀ, ਉੱਥੇ ਹੀ ਇਕੁਇਲਿਬ੍ਰੀਅਮ ਕੀ ਹੋਏਗੀ, ਆਊਟਪੁੱਟ ਹੋਏਗੀ। ਤਾਂ ਇੱਥੇ ਇਕੁਇਲਿਬ੍ਰੀਅਮ ਆਊਟਪੁੱਟ ਦੀਆਂ ਟੂ ਸਿਚੁਏਸ਼ਨਸ ਨੇ। ਇੱਕ ਤਾਂ ਹੈਗੀ ਨੈਟ ਐਕਸਪੋਰਟ ਤੋਂ ਪਹਿਲਾਂ ਵਾਲੀ ਸਿਚੁਏਸ਼ਨਸ, ਜੋ ਜਿੱਥੇ ਆਪਾਂ ਇਕੁਇਲਿਬ੍ਰੀਅਮ ਆਊਟਪੁੱਟ ਕਿੰਨੀ ਕਰ ਰਹੇ ਹਾਂ, Y1 ਕਰ ਰਹੇ ਹਾਂ, ਤੇ ਦੂਸਰੀ ਹੈ ਇਕੁਇਲਿਬ੍ਰੀਅਮ ਆਊਟਪੁੱਟ ਨੈਟ ਐਕਸਪੋਰਟ ਤੋਂ ਬਾਅਦ ਵਾਲੀ ਸਿਚੁਏਸ਼ਨਸ, ਜੋ Y2 ਤੇ ਮਿਲ ਰਹੀ ਹੈ। ਐਗਰੀਗੇਟ ਜਿਹੜੀ ਡਿਮਾਂਡ ਹੈ ਇਨਕਰੀਜ਼ ਹੋਣ ਤੇ ਮਿਲ ਰਹੀ, ਕਿਉਂਕਿ ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਤੇ ਆਪਣੀ ਜਿਹੜੀ ਇਨਕਮ ਹੈ ਉਹ ਵੀ ਇਨਕਰੀਜ਼ ਹੋ ਕੇ ਕਿੰਨੀ ਹੋਗੀ, Y2। ਤਾਂ ਇਹ ਤਾਂ ਸੀਗਾ ਆਪਣਾ ਕੇਨਸ ਮੋਡਲ, ਜਿਹਦੇ ਵਿੱਚ ਉਹਨੇ ਆਪਣੀ ਐਕਸਟਰਨਲ ਸੈਕਟਰਸ ਦੀ ਜਿਹੜੀ ਹੈ ਇੰਪੋਰਟੈਂਸ ਦੱਸੀ ਹੈ ਕਿ ਕਿਸ ਤਰ੍ਹਾਂ ਜਿਹੜੀ ਆਪਣੀ GDP ਹੈ ਤੇ GNP ਹੈ ਉਹਦੇ ਵਿੱਚ ਡਿਫਰੈਂਸ ਹੈ। GDP ਮੀਨਸ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ, ਜਿਹਦੇ ਵਿੱਚ ਉਹਨੇ ਡੋਮੈਸਟਿਕ ਟੈਰੀਟਰੀ ਦੇ ਅੰਡਰ ਜਿੰਨੀ ਵੀ ਪ੍ਰੋਡਕਸ਼ਨ ਹੈ ਗੁੱਡਸ ਐਂਡ ਸਰਵਿਸਿਜ਼ ਦੀ, ਉਹਦੀ ਇਨਕਮ ਦੀ ਤੇ ਐਕਸਪੈਂਡੀਚਰ ਦੀ ਗੱਲ ਕੀਤੀ ਹੈ, ਆਊਟਪੁੱਟ ਦੀ ਗੱਲ ਕੀਤੀ ਗਈ ਆ। ਤੇ GNP ਦੇ ਵਿੱਚ ਗ੍ਰੋਸ ਨੈਸ਼ਨਲ ਪ੍ਰੋਡਕਟਸ ਦੇ ਵਿੱਚ ਉਹਨਾਂ ਨੇ ਨੈਟ ਇਨਕਮ ਫਰੋਮ ਐਬਰੋਡ ਦਿੱਤੀ ਆ, ਕਿ ਐਬਰੋਡ ਤੋਂ ਅਸੀਂ ਨੈਟ ਇਨਕਮ ਕਿੰਨੀ ਜਨਰੇਟ ਕਰ ਰਹੇ ਹਾਂ, ਕਿੰਨੀ ਸਾਡੀ ਕੰਟਰੀ ਦੇ ਵਿੱਚ ਜਿਹੜੀ ਇਨਕਮ ਹੈ ਫਰੋਮ ਐਬਰੋਡ ਤੋਂ ਆ ਰਹੀ ਹੈ, ਠੀਕ ਹੈ। ਤੇ ਕਿੰਨੀ ਜਿਹੜੀ ਸਾਡੀ ਡਿਮਾਂਡ ਹੈ ਉਹ ਨੈਟ ਐਕਸਪੋਰਟ ਦੇ ਥਰੂ ਅਰਾਈਜ਼ ਹੋ ਰਹੀ ਹੈ, ਜਿਹਦੇ ਥਰੂ ਜਿਹੜੀ ਸਾਡੀ ਕੰਟਰੀ ਦੇ ਵਿੱਚ ਇਕੁਇਲਿਬ੍ਰੀਅਮ ਆਊਟਪੁੱਟ ਹੈ ਇਨਕਰੀਜ਼ ਹੋਏਗੀ। ਤੇ ਉਸ ਤੋਂ ਬਾਅਦ ਉਹਨੇ ਬੈਲੈਂਸ ਆਫ ਟ੍ਰੇਡ ਤੇ ਬੈਲੈਂਸ ਆਫ ਪੇਮੈਂਟ ਦੀ ਗੱਲ ਕੀਤੀ ਹੈ, ਕਿ ਬੈਲੈਂਸ ਆਫ ਟ੍ਰੇਡ ਹੈ ਜਿਹੜਾ ਤੇ ਬੈਲੈਂਸ ਆਫ ਪੇਮੈਂਟ ਆ ਉਹਦਾ ਵੀ ਸਾਡੀ ਜਿਹੜੀ ਐਗਰੀਗੇਟ ਡਿਮਾਂਡ ਹੈ ਤੇ ਸਾਡੀ GDP ਉਸ ਤੇ ਇਫੈਕਟ ਪੈਂਦਾ ਹੈ, ਕਿਉਂਕਿ ਬੈਲੈਂਸ ਆਫ ਟ੍ਰੇਡ ਕੀ ਹੈ, 3 ਟਾਈਪਸ ਆਉਂਦਾ ਹੈ, ਫੇਵਰੇਬਲ, ਅਨਫੇਵਰੇਬਲ ਤੇ ਇਕੁਇਲਿਬ੍ਰੀਅਮ ਹੋ ਸਕਦਾ ਹੈ। ਬੈਲੈਂਸ ਆਫ ਟ੍ਰੇਡ ਫੇਵਰੇਬਲ ਕਦੋਂ ਹੋਏਗਾ, ਜਦੋਂ ਐਕਸਪੋਰਟ ਇਜ਼ ਇਕੁਅਲ ਟੂ ਇੰਪੋਰਟ ਹੋਣਗੇ, ਐਕਸਪੋਰਟ ਗ੍ਰੇਟਰ ਦੈਨ ਇੰਪੋਰਟ ਹੋਣਗੇ, ਮਤਲਬ ਐਕਸਪੋਰਟ ਜ਼ਿਆਦਾ ਤੇ ਇੰਪੋਰਟ ਘੱਟ ਹੋਣਗੇ, ਉਦੋਂ ਬੈਲੈਂਸ ਆਫ ਟ੍ਰੇਡ ਕਹਿੰਦੇ ਫੇਵਰੇਬਲ ਹੋਏਗਾ। ਕੇਨਸ ਕਹਿੰਦੇ ਨੇ ਜਦੋਂ ਐਕਸਪੋਰਟ ਇਕੁਅਲ ਟੂ ਇੰਪੋਰਟ ਹੋਏ ਤਾਂ ਬੈਲੈਂਸ ਆਫ ਜਿਹੜਾ ਹੈ ਇਕੁਇਲਿਬ੍ਰੀਅਮ ਬੈਲੈਂਸ ਆਫ ਪੇਮੈਂਟ ਬੈਲੈਂਸ ਆਫ ਟ੍ਰੇਡ ਜਿਹੜਾ ਉਹ ਇਕੁਇਲਿਬ੍ਰੀਅਮ ਦੇ ਵਿੱਚ ਹੋਏਗਾ। ਤੇ ਉਸ ਤੋਂ ਇਲਾਵਾ ਜਦੋਂ ਕਹਿੰਦੇ ਐਕਸਪੋਰਟ ਲੈਸ ਦੈਨ ਇੰਪੋਰਟ ਹੋਏ ਤਾਂ ਜਿਹੜਾ ਬੈਲੈਂਸ ਆਫ ਪੇਮੈਂਟ ਟ੍ਰੇਡ ਹੈ ਤਾਂ ਕੀ ਹੋਏਗਾ, ਡੈਫਿਸਿਟ ਦੇ ਵਿੱਚ ਹੋਏਗਾ। ਤੇ ਇਸਨੇ ਬੈਲੈਂਸ ਆਫ ਪੇਮੈਂਟ ਦੀ ਗੱਲ ਕੀਤੀ ਹੈ। ਬੈਲੈਂਸ ਆਫ ਪੇਮੈਂਟਸ ਦੇ ਵਿੱਚ ਇਸਨੇ 3 ਲਿੱਤੀਆਂ ਨੇ, ਇੱਕ ਤਾਂ ਵਿਜ਼ੀਬਲ ਗੁੱਡਸ ਲਿੱਤੀਆਂ ਨੇ, ਮੀਨਸ ਬੈਲੈਂਸ ਆਫ ਟ੍ਰੇਡ ਦਿੱਤਾ ਹੈ, ਪਲੱਸ ਇਨਵਿਜ਼ੀਬਲ ਗੁੱਡਸ ਲਿੱਤੀਆਂ ਨੇ। ਇਸ ਤੋਂ ਇਲਾਵਾ ਉਹਨੇ ਕਰੰਟ ਅਕਾਊਂਟ ਲਿੱਤਾ ਹੈ। ਕਰੰਟ ਅਕਾਊਂਟ ਦੇ ਵਿੱਚ ਉਹਨੇ ਕੀ ਲਿੱਤਾ ਹੈ, ਜੋ ਵੀ ਵਿਜ਼ੀਬਲ ਤੇ ਇਨਵਿਜ਼ੀਬਲ ਗੁੱਡਸ ਨੇ ਦੋਨਾਂ ਦਾ ਪਲੱਸ ਲਿੱਤਾ ਹੈ। ਐਂਡ ਉਸ ਤੋਂ ਬਾਅਦ ਜਿਹੜਾ ਕੈਪੀਟਲ ਅਕਾਊਂਟ ਹੈ ਉਸਦਾ ਪਲੱਸ ਕੀਤਾ ਹੈ। ਕੈਪੀਟਲ ਅਕਾਊਂਟ ਦੇ ਵਿੱਚ ਉਹਨੇ ਕੀ ਲਿੱਤਾ, ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਲਿੱਤੀਆਂ ਨੇ, ਜੋ ਵੀ ਵਰਲਡ ਬੈਂਕ ਤੇ IMF ਦੇ ਥਰੂ ਹੁੰਦੀਆਂ ਨੇ। ਬੈਂਕਿੰਗ ਫੈਸਿਲਿਟੀਜ਼ ਦੀ ਗੱਲ ਕੀਤੀ ਹੈ ਇਹਦੇ ਵਿੱਚ, ਠੀਕ ਹੈ। ਕਰੰਸੀਜ਼ ਦੀ ਗੱਲ ਕੀਤੀ ਹੈ ਜੋ ਡਿਫਰੈਂਟ ਕੰਟਰੀਜ਼ ਦੇ ਵਿੱਚ ਐਕਸਚੇਂਜ ਹੁੰਦੀ ਹੈ। ਤਾਂ ਬੈਲੈਂਸ ਆਫ ਪੇਮੈਂਟਸ ਦੇ ਵਿੱਚ ਕੀ ਹੁੰਦਾ ਹੈ, ਕਰੰਟ ਅਕਾਊਂਟ ਪਲੱਸ ਕੈਪੀਟਲ ਅਕਾਊਂਟ। ਤਾਂ BOP ਵੀ ਕੀ ਆ, ਉਹਨੇ ਬੋਲਿਆ ਕਿ ਫੇਵਰੇਬਲ ਤੇ ਅਨਫੇਵਰੇਬਲ ਹੋ ਸਕਦਾ ਹੈ। BOP ਦੇ ਕਹਿੰਦੇ ਫੇਵਰੇਬਲ ਕਦੋਂ ਹੋਏਗਾ, ਜਦੋਂ ਜਿਹੜੀਆਂ ਰਿਸਿਪਟਸ ਨੇ ਮਾਈਨਸ ਪੇਮੈਂਟਸ ਨੇ ਪੋਜ਼ਿਟਿਵ ਹੋਣ, ਮੀਨਸ ਰਿਸਿਪਟਸ ਜ਼ਿਆਦਾ ਹੋਣ ਤੇ ਪੇਮੈਂਟਸ ਘੱਟ ਹੋਣ, ਤਾਂ BOP ਫੇਵਰੇਬਲ ਹੋਏਗਾ। ਤੇ ਅਨਫੇਵਰੇਬਲ ਕਦੋਂ ਹੋਏਗਾ, ਜਦੋਂ BOP ਦੇ ਵਿੱਚ ਕੀ ਆ, ਰਿਸਿਪਟਸ ਘੱਟ ਹੋਣ ਤੇ ਜਿਹੜੀਆਂ ਪੇਮੈਂਟਸ ਨੇ ਜ਼ਿਆਦਾ ਹੋਣ, ਮੀਨਸ ਐਕਸਪੋਰਟਸ ਘੱਟ ਹੋਣ ਤੇ ਇੰਪੋਰਟਸ ਜ਼ਿਆਦਾ ਹੋਣ, ਤਾਂ BOP ਅਨਫੇਵਰੇਬਲ ਹੋਏਗਾ, ਜਿਹਦੇ ਥਰੂ ਜਿਹੜੀ ਸਾਡੀ ਇਕੋਨਮੀ ਹੈ ਉਸ ਤੇ ਬੈਕਵਰਡ ਇਫੈਕਟ ਪਏਗਾ। ਤੇ ਉਸ ਤੋਂ ਬਾਅਦ ਉਹਨੇ ਇਕੁਇਲਿਬ੍ਰੀਅਮ ਆਊਟਪੁੱਟ ਦੀ ਗੱਲ ਕੀਤੀ ਹੈ, ਕਿ ਐਗਰੀਗੇਟ ਡਿਮਾਂਡ ਇਨਕਰੀਜ਼ ਹੋਣ ਦੇ ਨਾਲ ਜਦੋਂ ਨੈਟ ਐਕਸਪੋਰਟਸ ਐਡ ਹੁੰਦੇ ਨੇ, ਐਕਸਟਰਨਲ ਸੈਕਟਰ ਐਡ ਹੁੰਦਾ, ਤਾਂ ਐਗਰੀਗੇਟ ਡਿਮਾਂਡ ਵਧੇਗੀ, ਜਿਹਦੇ ਨਾਲ ਆਊਟਪੁੱਟ ਵੀ ਕੀ ਹੈ, ਇਨਕਰੀਜ਼ ਹੋਏਗੀ। ਇਕੁਇਲਿਬ੍ਰੀਅਮ ਆਊਟਪੁੱਟ ਇਨਕਰੀਜ਼ ਹੋਏਗੀ ਤਾਂ ਇੰਪਲੋਇਮੈਂਟ ਵੀ ਆਪਣੀ ਇਕੋਨਮੀ ਦੇ ਵਿੱਚ ਇਨਕਰੀਜ਼ ਹੋਏਗੀ। ਤਾਂ ਇਹ ਤਾਂ ਸੀਗਾ ਆਪਣਾ ਕੇਨਸ ਦਾ 4 ਸੈਕਟਰ ਮਾਡਲ, ਜਿਹਦੇ ਵਿੱਚ ਉਹਨੇ 4 ਸੈਕਟਰਸ ਦੀ ਗੱਲ ਕੀਤੀ ਆ। ਅੱਜ ਦਾ ਇਹ ਆਪਣਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।